ਰੇਡੀਓ ਇੰਡੀਆ ਦੇ ਵਕਾਰੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰਿਓ ਜੀ। ਤੁਸੀਂ ਜੁੜੇ ਹੋ ਰੇਡੀਓ ਇੰਡੀਆ KRPA 1110 AM ਨਾਲ, ਜੋ ਤੁਹਾਡਾ ਆਪਣਾ ਰੇਡੀਓ ਹੈ, ਜੋ ਤੁਹਾਡੇ ਲਈ, ਤੁਹਾਡੇ ਹੱਕਾਂ ਲਈ ਹਿੱਕ ਡਾ ਕੇ ਲੜਨ ਦਾ ਖੜਨ ਦਾ ਹੀਆ ਰੱਖਦਾ ਹੈ। ਜੇਕਰ ਤੁਸੀਂ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਹੋ, ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਵੈਬਸਾਈਟ ਨੋਟ ਕਰ ਲਓ www.radioindia.ca। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ, ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਜੀ। ਫੇਸਬੁੱਕ ਤੇ ਸਾਡਾ ਪੇਜ ਹੈ ਰੇਡੀਓ ਇੰਡੀਆ, ਜਿੱਥੇ ਜਾ ਕੇ ਤੁਸੀਂ ਸਾਨੂੰ ਲਾਈਕ ਤੇ ਫਾਲੋ ਜ਼ਰੂਰ ਕਰਿਓ। ਇੱਥੇ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਹੋਰ ਖੂਬਸੂਰਤ ਬਣਾਉਣ ਲਈ ਕਮੈਂਟ ਦੇ ਰੂਪ ਵਿੱਚ ਆਪਣੇ ਕੀਮਤੀ ਸੁਝਾਅ ਦਰਜ ਕਰ ਸਕਦੇ ਹੋ, ਤਾਂ ਜੋ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਤੁਹਾਡੀ ਇੱਛਾ ਦੇ ਅਨੁਸਾਰ, ਤੁਹਾਡੇ ਟੇਸਟ ਦੇ ਅਨੁਸਾਰ ਢਾਲ ਸਕੀਏ। ਇਸ ਤੋਂ ਇਲਾਵਾ ਟਵਿੱਟਰ ਤੇ ਇੰਸਟਾਗ੍ਰਾਮ ਤੇ ਸਾਡੀ ID ਹੈ ਰੇਡੀਓ ਇੰਡੀਆ 1110। ਇੱਥੇ ਜਾ ਕੇ ਵੀ ਤੁਸੀਂ ਸਾਨੂੰ ਲਾਈਕ ਤੇ ਕਮੈਂਟ ਕਰ ਸਕਦੇ ਹੋ ਜੀ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ ਕਰਨਾ ਚਾਹੋ, ਜਾਂ ਕੋਈ ਜਾਣਕਾਰੀ, ਜਾਂ ਕੋਈ ਆਪਣਾ ਤਜਰਬਾ ਸਾਂਝਾ ਕਰਨਾ ਚਾਹੋ, ਤਾਂ ਸਾਡਾ ਨੰਬਰ ਨੋਟ ਕਰ ਲਓ 604 592 9191 6459299191। ਸੋ ਆਓ ਅੱਜ ਦੇ ਵਿਸ਼ੇ ਵੱਲ ਵਧਦੇ ਹਾਂ। ਸਾਡਾ ਅੱਜ ਦਾ ਵਿਚਾਰ ਚਰਚਾ ਦਾ ਵਿਸ਼ਾ ਭਾਰਤ ਸਰਕਾਰ ਦਾ ਡੈਮ ਸੇਫਟੀ ਐਕਟ ਤੇ ਬਲਡੋਜ਼ਰ ਰਾਜਨੀਤੀ। ਇਸ ਵਿਸ਼ੇ ਤੇ ਵਿਸਥਾਰਤ ਗੱਲਬਾਤ ਲਈ ਸਾਡੇ ਨਾਲ ਜੁੜ ਚੁੱਕੇ ਹਨ ਸਾਡੇ ਵਿਸ਼ਲੇਸ਼ਕ ਤੇ ਪੰਜਾਬ ਪ੍ਰਤੀ ਹਮੇਸ਼ਾ ਹਰੇਕ ਵਿਸ਼ੇ ਤੇ ਦਰਦ ਰੱਖਣ ਵਾਲੀ ਰਣਜੀਤ ਸਿੰਘ ਜੀ ਕੁੱਕੀ ਗਿੱਲ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਰੇਡੀਓ ਇੰਡੀਆ ਤੇ। ਥੈਂਕ ਯੂ ਜੀ। ਗਿੱਲ ਸਾਹਿਬ, ਜਿਸ ਤਰ੍ਹਾਂ ਮੈਂ ਵਿਸ਼ੇ ਦੀ ਗੱਲ ਕੀਤੀ ਹੈ ਕਿ ਭਾਰਤ ਸਰਕਾਰ ਦਾ ਡੈਮ ਸੇਫਟੀ ਐਕਟ ਇਹਨਾਂ ਨੇ ਬਣਾਇਆ ਹੈ ਪਿਛਲੇ ਮੇਰੇ ਖਿਆਲ 2 ਜਾਂ 3 ਮਹੀਨੇ ਦੇ ਕਰੀਬ ਪਹਿਲਾਂ। ਮੋਦੀ ਹਕੂਮਤ ਨੇ ਇਸ ਤੋਂ ਪਹਿਲਾਂ 3 ਕਾਲੇ ਕਾਨੂੰਨ ਬਣਾਏ ਸੀ, ਜਿਹਨਾਂ ਨੂੰ ਅਸੀਂ ਕਾਲੇ ਖੇਤੀ ਕਾਨੂੰਨਾਂ ਦੇ ਨਾਂ ਨਾਲ ਜਾਣਦੇ ਹਾਂ। ਉਹ ਸੰਘਰਸ਼ ਕਰਕੇ ਅਸੀਂ ਵਾਪਸ ਕਰਵਾ ਲਏ, ਪਰ ਚੁੱਪ ਚਪੀਤੇ ਸਾਨੂੰ ਵੀ ਪਤਾ ਨਹੀਂ ਲੱਗਿਆ ਕਿ ਇਹ ਕਦੋਂ ਜਿਹੜੇ ਹੈ ਇੱਕ ਨਵੇਂ ਜਿਹੜੇ ਪੰਜਾਬ ਨੂੰ ਮਾਰਨ ਵਾਲੇ ਜਾਂ ਕਿਸਾਨੀ ਨੂੰ ਮਾਰਨ ਵਾਲੇ, ਚਾਹੇ ਉਹ ਹੋਰਾਂ ਖਿੱਤਿਆਂ ਦੀ ਕਿਸਾਨੀ ਵੀ ਹੈ ਉਹਦੇ ਵਿੱਚ ਆ ਜਾਂਦੀ ਹੈ, ਸਾਰਿਆਂ ਨੂੰ ਮਾਰਨ ਵਾਸਤੇ ਇਹਨਾਂ ਨੇ ਇੱਕ ਕਬਜ਼ੇ ਵਾਲਾ ਕਾਨੂੰਨ ਬਣਾ ਲਿਆ, ਡੈਮ ਸੇਫਟੀ ਐਕਟ। ਅਸੀਂ ਪਹਿਲਾਂ ਤਾਂ ਡੈਮ ਸੇਫਟੀ ਐਕਟ ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਡੈਮ ਸੇਫਟੀ ਐਕਟ ਐਕਚੁਅਲੀ ਹੈ ਕੀ ਹੈ ਜੀ। ਜਿਹੜਾ ਡੈਮ ਸੇਫਟੀ ਐਕਟ ਹੈ ਨਾ, ਇਹ ਦਸੰਬਰ 2021 ਵਿੱਚ ਪਾਸ ਹੋਇਆ ਤੇ ਐਕਟ ਬਣਿਆ ਹੈ ਜੀ। ਪਹਿਲੇ ਡੈਮ ਸੇਫਟੀ ਬਿੱਲ ਸੀਗਾ, ਹੁਣ ਇਹ ਡੈਮ ਸੇਫਟੀ ਐਕਟ ਬਣ ਗਿਆ, ਕਾਨੂੰਨ ਬਣ ਗਿਆ ਇਹ ਭਾਰਤ ਵਿੱਚ। ਜੀ ਜੀ। ਇਹ ਦਸੰਬਰ 2021 ਵਿੱਚ ਲਾਗੂ ਹੋ ਗਿਆ ਸੀਗਾ। ਉਹਦੇ ਅਧੀਨ ਹੀ ਜਿਹੜੀਆਂ ਇਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਤਬਦੀਲੀਆਂ ਤੇ ਗਾਈਡਲਾਈਨਸ ਬਦਲੀਆਂ ਸੀ, ਉਹਦੇ ਅਧੀਨ ਹੀ ਬਦਲੀਆਂ ਸੀ। ਜੀ ਜੀ। ਇਸ ਦਾ ਜਿਹੜਾ ਵੱਡਾ ਪੱਖ ਆ ਜੀ, ਜਿਹੜਾ ਸਾਰੇ ਦੇਸ਼ ਵਿੱਚ ਤਾਂ ਚਲੋ ਇਹ ਲਾਗੂ ਹੈਗਾ ਹੀ ਆ। ਜੀ ਜੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਫਿਰ ਉਸ ਤੋਂ ਬਾਅਦ ਮੈਂ ਡੈਮ ਸੇਫਟੀ ਐਕਟ ਬਾਰੇ ਗੱਲ ਕਰਾਂਗਾ। ਜਿਹੜਾ ਪੰਜਾਬ ਵਿੱਚ ਦਰਿਆਈ ਪਾਣੀਆਂ ਦਾ ਪ੍ਰਬੰਧ ਜੀ, ਉਹਨਾਂ ਦਾ ਸਿੰਜਾਈ ਇਰੀਗੇਸ਼ਨ ਲਈ ਵਰਤੋਂ ਜੀ, ਉਹਨਾਂ ਦੀ ਸੰਭਾਲ ਜੀ ਜੀ ਬਿਲਕੁਲ। ਪੰਜਾਬ ਵਿੱਚ ਬਣੇ ਹੋਏ ਜਿੰਨੇ ਡੈਮਸ ਨੇ ਜੀ, ਕੁਛ ਤਾਂ 1966 ਵਿੱਚ ਜਿਹੜੇ ਵੱਡੇ ਦਰਿਆਵਾਂ ਤੇ ਡੈਮ ਸੀ, ਉਹ ਪਹਿਲੇ ਹੀ ਸੈਂਟਰਲ ਗਵਰਨਮੈਂਟ ਨੇ ਆਪਣੀ ਕਮਾਂਡ ਥੱਲੇ ਕਰ ਲਈ ਸੀ ਪੰਜਾਬੀ ਸੂਬੇ ਵੇਲੇ ਜੀ। ਹੁਣ ਉਹ ਉਦੋਂ ਸੋਚਦੇ ਸੀ ਵੀ ਅੱਜ ਨਹੀਂ ਕੱਲ ਮੁੜੇ ਆਉਣਗੇ, ਬਿਲਕੁਲ। ਹੁਣ ਉਹ ਪੱਕੀ ਤਰ੍ਹਾਂ ਤੇ ਹੀ ਅਧਿਕਾਰਕ ਤੌਰ ਤੇ ਕਾਨੂੰਨ ਦੇ ਰਾਹੀਂ ਉਹ ਸੈਂਟਰਲ ਗਵਰਨਮੈਂਟ ਕੋਲੇ ਚਲੇ ਗਏ ਆ ਜੀ। ਇਸ ਨਾਲ ਜਿਹੜਾ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਆ ਜੀ, ਉਹਦਾ ਅਧਿਕਾਰ ਵੀ ਹੁਣ ਕੇਂਦਰ ਸੈਂਟਰਲ ਗਵਰਨਮੈਂਟ ਦੇ ਅਧੀਨ ਹੋ ਗਿਆ ਜੀ। ਇਹ ਤਾਂ ਹੈਗਾ ਡਾਇਰੈਕਟ ਫੈਕਟ। ਈਵਨ ਕਿ ਇਹ ਦਰਿਆਵਾਂ ਦੀ ਦਿਸ਼ਾ, ਪਾਣੀ ਦੀ ਦਿਸ਼ਾ ਵੀ ਬਦਲ ਸਕਦੇ ਆ ਜੀ, ਵਿਦਆਊਟ ਕੰਸਲਟਿੰਗ ਸਟੇਟ ਗਵਰਨਮੈਂਟ ਜੀ। ਜਦ ਕਿ ਅਕੋਰਡਿੰਗ ਟੂ ਕਨਸਟੀਟਿਊਸ਼ਨ ਐਂਡ ਕਨਸਟੀਟਿਊਸ਼ਨਲ ਜਿਹੜੇ ਅਲੂਮਨਾਈ ਜਾਂ ਜਿਹੜੇ ਮਾਹਰ ਨੇ, ਜਿਹੜੇ ਮਤਲਬ ਕਿ ਉਹ ਸਾਰੇ ਐਕਸਪਰਟਸ ਨੇ ਜਾਂ ਜਿਹੜੇ ਚਿੰਤਾ ਰੱਖਦੇ ਨੇ ਕਨਸਟੀਟਿਊਸ਼ਨ, ਉਹਨਾਂ ਨੇ ਵੀ ਇਸ ਚੀਜ਼ ਨੂੰ ਕੰਡੈਮ ਕੀਤਾ। ਪਰ ਇਹ ਕੰਡੈਮਨੇਸ਼ਨ ਹੁਣ ਸਾਹਮਣੇ ਆਈ ਆ ਜੀ ਕਿ ਇਹ ਅਨਕਨਸਟੀਟਿਊਸ਼ਨਲ ਆ, ਸਟੇਟਸ ਦੇ ਰਾਈਟਸ ਆ। ਜੇ ਇਹ ਚੀਜ਼ਾਂ ਲਿਆਉਣੀਆਂ ਨੇ ਤਾਂ ਪਹਿਲੇ ਕਨਸਟੀਟਿਊਸ਼ਨਲ ਅਮੈਂਡਮੈਂਟ ਕਰੋ ਜੀ। ਬਿਲਕੁਲ। ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨ ਲਈ 2/3 ਪਾਰਲੀਮੈਂਟ ਦੀ ਵੋਟ ਚਾਹੀਦੀ ਆ ਜੀ। ਉਸ ਤੋਂ ਬਾਅਦ
ਸਾਰੀਆਂ ਸਟੇਟ ਅਸੈਂਬਲੀਜ਼ ਦੇ ਵਿੱਚੋਂ ਮਤਾ ਪਾਸ ਹੋਊਗਾ ਉਹਦੇ ਹੱਕ 'ਚ ਤਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਹੋਊਗੀ ਜੀ। ਪਹਿਲੇ ਅਨੇਕਾਂ ਵਾਰ ਕਨਸਟੀਟਿਊਸ਼ਨ ਅਮੈਂਡ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਬਹੁਤ ਵਾਰੀ ਹੋਇਆ। ਜਿਵੇਂ ਅਮਰੀਕਾ ਦੇ ਵਿੱਚ ਵੀ ਕਨਸਟੀਟਿਊਸ਼ਨਲ ਅਮੈਂਡਮੈਂਟਸ ਹੋਈਆਂ ਨੇ ਜੀ, ਪਰ ਜਿਹੜੇ ਮੇਨ ਬਿੱਲ ਆਫ ਰਾਈਟ ਸੀ ਉਹ ਉਸੇ ਤਰ੍ਹਾਂ ਬਰਕਰਾਰ ਰਹੇ ਆ ਜੀ। ਇੱਥੇ ਜਿਹੜੀ ਇਸ ਚੀਜ਼ ਦੀ ਮਾਰ ਆ, ਕਿਉਂਕਿ ਪੰਜਾਬ ਇੱਕ ਮਤਲਬ ਕਿ ਖੇਤੀ ਤੇ ਆਧਾਰਿਤ ਸੂਬਾ ਹੈਗਾ ਜੀ। ਈਵਨ ਆਮ ਮਾਰੇ ਲੋਕਾਂ ਲਈ ਵੀ ਪਾਣੀ ਦੀ ਜੋ ਕਲਾਈਮੈਟਿਕ ਚੇਂਜਸ ਆ ਰਹੀਆਂ ਨੇ, ਪਾਣੀ ਦੀ ਬਹੁਤ ਵੱਡੀ ਮਹੱਤਤਾ ਹੈਗੀ ਆ। ਜਿਹੜੇ ਮਤਲਬ ਕਿ ਸੋਚਣ ਵਾਲੇ ਬੁੱਧੀ ਰੱਖਦੇ ਨੇ ਬੰਦੇ, ਉਹ ਕਹਿ ਰਹੇ ਨੇ ਕਿ ਅਗਲੀਆਂ ਜਿਹੜੀਆਂ ਲੜਾਈਆਂ ਦੁਨੀਆ 'ਚ ਹੋਣਗੀਆਂ ਜੀ, ਉਹ ਕਿਸੇ ਜਗ੍ਹਾ ਲਈ ਜਾਂ ਕਿਸੇ ਬਾਉਂਡਰੀਜ਼ ਲਈ ਨਹੀਂ ਹੋਣਗੀਆਂ, ਉਹ ਹੋਣਗੀਆਂ ਵਾਰਸ ਫॉर ਵਾਟਰ ਜੀ। ਬਿਲਕੁਲ। ਤੇ ਪਾਣੀ ਇੰਨਾ ਮਤਲਬ ਕਿ ਵੱਡਾ ਇੰਪੋਰਟੈਂਟ ਆਸਪੈਕਟ ਉੱਭਰ ਕੇ ਸਾਹਮਣੇ ਆਊਗਾ ਜੀ। ਆਪਣੇ ਪੰਜਾਬ ਵਿੱਚੋਂ, ਮੇਰੇ ਪੰਜਾਬ ਵਿੱਚੋਂ 20 ਪਾਰਲੀਮੈਂਟ ਦੇ ਮੈਂਬਰ ਜੀ ਜਾਂਦੇ ਨੇ ਇੰਡੀਅਨ ਪਾਰਲੀਮੈਂਟ 'ਚ ਜੀ। ਇੱਕ ਵੀ ਮੈਂਬਰ ਪਾਰਲੀਮੈਂਟ ਨੇ ਨਾ ਤਾਂ ਇਸ ਡਿਬੇਟ ਵਿੱਚ ਹਿੱਸਾ ਲਿਆ ਜੀ, ਨਾ ਇਸ ਬਾਰੇ ਕੋਈ ਆਪਣਾ ਵਿਰੋਧ ਜਤਾਇਆ ਜੀ। ਪ੍ਰੈਜ਼ੈਂਟ ਜਿਹੜੀ ਗਵਰਨਮੈਂਟ ਆ, ਜਿਹੜੀ ਪੰਜਾਬ 'ਚ ਰੂਲ ਕਰ ਰਹੀ ਹੈ ਵਿਦ ਓਵਰਵੈਲਮਿੰਗ ਮੈਜੋਰਟੀ ਜੀ, ਉਹਨਾਂ ਨੂੰ ਫਿਕਰ ਹੈਗਾ ਦਿੱਲੀ ਮਾਡਲ ਦਾ ਜੀ। ਦੇ ਆਰ ਲੀਸਟ ਕੰਸਰਨਡ ਅਬਾਊਟ ਦਾ ਮੋਸਟ ਇੰਪੋਰਟੈਂਟ ਇਸ਼ੂ which is facing the Punjab ji, and it will force Punjab into a serious crisis ji। ਬਿਲਕੁਲ। ਉਸ ਬਾਰੇ ਇੱਕ ਵੀ ਬਿਆਨ ਇਹਨਾਂ ਦੇ ਕਿਸੇ MP ਦਾ, ਕਿਸੇ MLA ਦਾ, ਚੀਫ ਮਿਨਿਸਟਰ ਦਾ, ਇਹਨਾਂ ਦੇ ਸੁਪਰੀਮੋ ਦਾ ਕੋਈ ਬਿਆਨ ਨਹੀਂ ਆਇਆ। ਇੱਥੋਂ ਤੱਕ ਵੀ ਐਜ਼ ਏ ਸਿੱਖ ਮੈਨੂੰ ਸ਼ਰਮ ਆਉਂਦੀ ਆ ਕਿ ਸਾਡੀ ਨੁਮਾਇੰਦਾ ਜਮਾਤ ਅਕਾਲੀ ਦਲ ਜਿਹਦੇ ਮੈਂਬਰ ਆਫ ਪਾਰਲੀਮੈਂਟ ਵਿੱਚ ਬੈਠੇ ਸੀ, ਉਹਨਾਂ ਦਾ ਪ੍ਰਧਾਨ ਐਜ਼ ਏ ਮੈਂਬਰ ਪਾਰਲੀਮੈਂਟ ਵਿੱਚ ਬੈਠਾ ਸੀ ਜੀ, ਉਹਨਾਂ ਨੇ ਇਸ ਬਾਰੇ ਕੋਈ ਆਵਾਜ਼ ਨਹੀਂ ਉਠਾਈ ਜੀ। ਜਦ ਕਿ DMK ਦਾ ਜਿਹੜਾ MP ਆ ਰਾਮਾਲਿੰਗਮ ਜੀ, ਉਹਨੇ ਮਦਰਾਸ ਹਾਈ ਕੋਰਟ ਵਿੱਚ ਰਿਟ ਪਾਈ ਹੈ ਇਸ ਦੇ ਖਿਲਾਫ ਜੀ। ਤੇਲੇਗੂ ਦੇਸ਼ਮ ਪਾਰਟੀ ਜੀ, ਤ੍ਰਿਣਮੂਲ ਕਾਂਗਰਸ ਪਾਰਟੀ ਜੀ, ਰਾਸ਼ਟਰੀ ਜਨਤਾ ਦਲ ਬਿਹਾਰ ਜੀ, ਹੋਰ ਮਤਲਬ ਕਿ ਜਿਹੜੇ ਤੇਲੰਗਾਨਾ ਦੇ ਜਿਹੜੇ MP ਸੀਗੇ ਜੀ, ਆਂਧਰਾ ਪ੍ਰਦੇਸ਼ ਦੇ ਜਿਹੜੇ MP ਸੀਗੇ, ਉਹ ਇਸ ਗੱਲ ਬਾਰੇ ਯੂਨਾਈਟਿਡਲੀ ਪਾਰਲੀਮੈਂਟ ਵਿੱਚ ਬੋਲੇ ਆ ਜੀ। ਪਰ ਪੰਜਾਬ ਦਾ MP ਕੋਈ ਨਹੀਂ ਬੋਲਿਆ ਜੀ ਜੀ। ਹਰਿਆਣੇ ਨੂੰ ਪਤਾ ਵੀ ਸਾਡੇ ਜਿਹੜੇ ਇੰਟਰਸਟ ਆ ਇਹ ਸਿਕਿਉਰਡ ਆ ਬਾਏ ਦਾ ਸੈਂਟਰ ਬਿਲਕੁਲ ਜੀ, ਇਸ ਕਰਕੇ ਉਹ ਬੋਲੇ ਨਹੀਂ। ਹਿਮਾਚਲ ਨੂੰ ਇਹਦੇ ਨਾਲ ਕੋਈ ਇਫੈਕਟ ਨਹੀਂ ਪੈਂਦਾ ਜੀ। ਜੰਮੂ ਐਂਡ ਕਸ਼ਮੀਰ ਪਹਿਲੇ ਹੀ ਇਹਨਾਂ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਜੀ। ਰਹਿ ਗਈ ਗੱਲ ਪੰਜਾਬ ਦੀ ਜੀ। ਅੱਜ ਪੰਜਾਬ ਦਾ ਕੋਈ ਵਾਲੀ ਵਾਰਸੀ ਨਹੀਂ ਗਾ। ਪੰਜਾਬ ਦੇ ਲੋਕ ਵੀ ਸੌਂਗੇ, ਉਹ ਵਿਚਾਰੇ ਲੜ ਕੇ ਸੰਘਰਸ਼ ਕਰਦਿਆਂ ਸਦੀਆਂ ਤੋਂ ਹੁਣ ਥੱਕ ਕੇ ਤੇ ਹੰਭ ਗਏ। ਹੁਣੇ ਕਿਸਾਨ ਅੰਦੋਲਨ ਲੜ ਕੇ ਆਏ ਨੇ, ਉਸ ਤੋਂ ਵੀ ਭਾਵੇਂ ਕਾਨੂੰਨ ਵਾਪਸ ਕਰਾ ਲਏ, ਪਰ ਰਾਹ ਤਾਂ ਕੋਈ ਨਹੀਂ ਲੱਭਿਆ। ਅੱਜ ਪੰਜਾਬ ਵਿੱਚ ਕਣਕਾਂ ਮੰਡੀ ਵਿੱਚ ਆਈਆਂ ਨੇ ਜੀ। ਆਪਣੀ ਕਣਕ ਸਾਰਿਆਂ ਘੱਟ ਭਾਅ ਤੇ ਵਿਕ ਰਹੀ ਆ। ਮੱਧ ਪ੍ਰਦੇਸ਼ ਵਿੱਚ ਕਣਕ ਦਾ ਮੁੱਲ 2500 ਤੋਂ 4500 ਰੁਪਏ ਤੱਕ ਜੀ। ਇਹ ਆਪਣੀ ਤਰਾਸਦੀ ਆ ਕਿ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਣੀਆਂ ਪ੍ਰਾਇਰਟੀਜ਼ ਕੀ ਨੇ ਜੀ ਜੀ। ਬਿਲਕੁਲ। ਗਿੱਲ ਸਾਹਿਬ, ਜਿਵੇਂ ਮੈਨੂੰ ਪਤਾ ਲੱਗਿਆ ਸੀ ਵੀ ਇਹ ਜਿਹੜਾ ਕਾਨੂੰਨ ਬਣਾਉਣ ਦੀ ਸ਼ੁਰੂਆਤ ਜਿਹੜੀ ਹੈ, ਕਿਉਂਕਿ ਵੈਸੇ ਤਾਂ ਇਹ ਰਾਜਾਂ ਦਾ ਅਧਿਕਾਰ ਹੈ, ਰਾਜਾਂ ਦੇ ਅਧਿਕਾਰ ਖੇਤਰ ਹੇਠ ਆਉਂਦੀ ਹੈ, ਸੰਘੀ ਢਾਂਚੇ 'ਚ ਨਹੀਂ ਆਉਂਦੀ, ਲੇਕਿਨ ਉਹਨਾਂ ਨੇ ਕਹਿੰਦੇ ਵੀ ਉਹਦੇ ਵਾਸਤੇ ਸਟੇਟਾਂ ਦੀ 2 ਸਟੇਟਾਂ ਜਿਹੜੀਆਂ ਆਂਧਰਾ ਤੇ ਪੱਛਮੀ ਬੰਗਾਲ, ਵੀ ਇਹਨਾਂ ਦੀ ਰਿਕੁਐਸਟ ਤੇ ਮਤਲਬ ਕਿ ਇਹ ਕਾਨੂੰਨ ਬਣਾਉਣ ਦੀ ਕਵਾਇਦ ਸ਼ੁਰੂ ਹੋਈ ਹੈ। ਇਹ 'ਚ ਕੀ ਸੱਚਾਈ ਹੈ ਜੀ? ਜਿਹੜਾ ਕਾਨੂੰਨ ਹੈ ਨਾ, ਉਹ ਕਹਿੰਦੇ ਵੀ ਇਹਦੇ ਵਿੱਚ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਸਾਹਮਣੇ ਆਉਂਦੀ ਹੈ, ਡੈਮ ਸੇਫਟੀ ਐਕਟ ਪਹਿਲੇ 17 ਸਾਲਾਂ 'ਚ ਕਦੀ ਬਣਿਆ ਹੀ ਨਹੀਂ ਜੀ। ਭਾਰਤ ਵਿੱਚ ਤਕਰੀਬਨ 5745 ਵੱਡੇ ਡੈਮ ਨੇ, ਉਹਨਾਂ 'ਚ 5600 ਪਲੱਸ ਡੈਮਸ ਜਿਹੜੇ ਆ ਸੂਬਿਆਂ ਦੇ ਅਧਿਕਾਰ ਥੱਲੇ ਆ ਜੀ। ਜਿਹੜੇ ਇਹਦੇ 'ਚੋਂ 293 ਡੈਮ ਨੇ ਉਹ 100 ਸਾਲ ਤੋਂ ਜ਼ਿਆਦਾ ਪੁਰਾਣੇ ਜੀ। 1000 ਤੋਂ ਉੱਤੇ ਜਿਹੜੇ ਡੈਮ ਆ ਉਹ 50 ਤੋਂ 100 ਸਾਲ ਤੱਕ ਪੁਰਾਣੇ ਜੀ।
ਪਿਛਲੇ ਸਮਿਆਂ ਵਿੱਚ 40 ਤੋਂ ਉੱਤੇ ਡੈਮ ਜਿਹੜੇ ਉਹ ਟੁੱਟ ਚੁੱਕੇ ਆ, ਡਿਸਟਰੋਏ ਹੋ ਚੁੱਕੇ। ਉਹਦੇ ਕਰਕੇ ਕਾਫੀ ਨੁਕਸਾਨ ਹੋਇਆ ਪਾਪੂਲੇਸ਼ਨ ਨੂੰ, ਆਲੇ ਦੁਆਲੇ ਵਾਤਾਵਰਨ 'ਚ ਵੀ ਉਹਦਾ ਕਾਫੀ ਫਰਕ ਪਿਆ ਜੀ। ਉਸ ਚੀਜ਼ ਨੂੰ ਇਹਨਾਂ ਨੇ ਮੁੱਦਾ ਬਣਾਇਆ, ਪਰ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਸੀ ਵੀ ਜੇ 2 ਜਾਂ 2 ਤੋਂ ਵੱਧ ਸੂਬੇ ਕਹਿਣ ਜੀ ਕਿ ਕੋਈ ਡੈਮ ਸੇਫਟੀ ਬਾਰੇ ਕੋਈ ਮਈਅਸ ਆਉਣੇ ਚਾਹੀਦੇ ਆ ਜੀ, ਤਾਂ ਉਸ ਬਾਰੇ ਸੈਂਟਰ ਵਿਚਾਰ ਕਰ ਸਕਦਾ ਜੀ। ਜਦੋਂ ਅਨਡਿਵਾਈਡਡ ਆਂਧਰਾ ਪ੍ਰਦੇਸ਼ ਸੀਗਾ, ਹੁਣ ਤਾਂ 2 ਸਟੇਟਸ ਬਣ ਗਈਆਂ ਉਹਦੇ 'ਚ ਜੀ, ਤੇਲੰਗਾਨਾ ਅੱਡ ਬਣ ਗਿਆ, ਆਂਧਰਾ ਪ੍ਰਦੇਸ਼ ਅੱਡ ਹੋ ਗਿਆ ਜੀ ਜੀ। ਜਦੋਂ ਅਨਡਿਵਾਈਡਡ ਸੀ ਆਂਧਰਾ ਪ੍ਰਦੇਸ਼, ਉਦੋਂ ਉੱਥੋਂ ਦੀ ਸਰਕਾਰ ਨੇ ਚੰਦਰਾਬਾਬੂ ਨਾਇਡੂ ਦੀ ਸਰਕਾਰ, ਉਹਨਾਂ ਨੇ ਜੀ ਤੇ ਵੈਸਟ ਬੰਗਾਲ ਦੀ ਸਰਕਾਰ ਨੇ ਇਹ ਸੈਂਟਰ ਨੂੰ ਅਪੀਲ ਕੀਤੀ ਸੀ ਵੀ ਸਾਡੇ ਵੱਲੋਂ ਇਹ ਤਰਜੀਹ ਹੈ ਕਿ ਆਹ ਚੀਜ਼ ਕਰੋ ਜੀ। ਇਹਨਾਂ ਨੇ ਉਹਨੂੰ ਆਧਾਰ ਬਣਾ ਕੇ ਜੀ 1980 ਵਿੱਚ ਡਿਊਰਿੰਗ ਦਾ ਰਜੀਮ ਆਫ ਇੰਦਰਾ ਗਾਂਧੀ ਜੀ ਇਹ ਪਹਿਲੀ ਵਾਰੀ ਇਸ ਬਾਰੇ ਕਵਾਇਤ ਸ਼ੁਰੂ ਹੋਈ ਸੀ, ਕੋਈ ਮਤਲਬ ਕਿ ਡਿਸਕੋਰਸ ਸ਼ੁਰੂ ਹੋਇਆ ਸੀ ਇਸ ਚੀਜ਼ ਨੂੰ ਆਪਾਂ ਡਿਸਕਸ ਕਰੀਏ ਜੀ। ਉਦੋਂ 2 ਸਾਲ ਕਮੇਟੀ ਦੀਆਂ ਮੀਟਿੰਗਸ ਚੱਲਦੀਆਂ ਰਹੀਆਂ 82 ਤੱਕ, ਉਸ ਤੋਂ ਬਾਅਦ ਇਹ ਗੱਲ ਚੁੱਪ ਹੋ ਗਈ ਜੀ ਜੀ। ਫਿਰ ਰਾਜੀਵ ਗਾਂਧੀ ਦਾ ਜਦੋਂ ਰਜੀਮ ਆਇਆ 84 ਤੋਂ ਬਾਅਦ ਜੀ, ਉਦੋਂ 87 ਵਿੱਚ ਇਹ ਦੁਬਾਰਾ ਰਿਵਿਊ ਕੀਤਾ ਗਿਆ ਜੀ, ਉਹ ਵੀ ਕਿਸੇ ਪਾਸੇ ਨਹੀਂ ਚੀਜ਼ ਲੱਗੀ। ਫਿਰ 2010 ਦੇ ਵਿੱਚ ਅੰਡਰ ਦਾ ਲੀਡਰਸ਼ਿਪ ਆਫ ਡਾਕਟਰ ਮਨਮੋਹਨ ਸਿੰਘ ਜੀ, ਜਦੋਂ ਕਾਂਗਰਸ ਦੀ ਸਰਕਾਰ ਸੀ ਸੈਂਟਰ ਦੇ ਵਿੱਚ, ਇਹਨਾਂ ਨੇ ਬਿੱਲ ਲਿਆਂਦਾ ਪਾਰਲੀਮੈਂਟ ਵਿੱਚ ਜੀ ਉਸ ਆਧਾਰ ਤੇ ਆਪਾਂ ਡੈਮ ਸੇਫਟੀ ਐਕਟ ਬਣਾ ਕੇ ਸਾਰਾ ਜਿਹੜਾ ਡੈਮਸ ਪਾਣੀ ਦਾ ਜਿੰਨਾ ਕੰਟਰੋਲ ਆ ਉਹ ਆਪਾਂ ਆਪਣੇ ਸੈਂਟਰਲਾਈਜ਼ ਕਰ ਲਈਏ ਜੀ। ਉਹ ਬਿੱਲ ਪਰ ਲੈਪਸ ਕਰ ਗਿਆ ਕਿਉਂਕਿ ਪਾਰਲੀਮੈਂਟ ਵਿੱਚ ਉਹਦੇ ਤੇ ਡਿਬੇਟਸ ਵਗੈਰਾ ਹੋਈਆਂ, ਉਹ ਕਿਸੇ ਪਾਸੇ ਨਹੀਂ ਲੱਗਿਆ ਜੀ। ਜਦੋਂ ਫਿਰ ਪ੍ਰੈਜ਼ੀਡੈਂਟ ਗਵਰਨਮੈਂਟ ਨਰਿੰਦਰ ਮੋਦੀ ਗਵਰਨਮੈਂਟ ਆਈ, ਇਹਨਾਂ ਨੇ ਆਪਣੀ ਪਹਿਲੀ ਜਦੋਂ ਇਹਨਾਂ ਦੀ ਸੀਗੀ ਟਰਮ ਜੀ, ਉਦੋਂ ਵੀ 2017 ਚ ਇਹਨਾਂ ਨੇ ਬਿੱਲ ਲਿਆਂਦਾ ਸੀ, ਪਰ ਉਹ ਲੈਪਸ ਹੋ ਗਿਆ, ਇਹ ਉਹਨੂੰ ਮੁਕੰਮਲ ਨਹੀਂ ਕਰ ਸਕੇ ਜੀ। ਫਿਰ ਇਹਨਾਂ ਨੇ ਪੱਕੇ ਪੈਰੀ ਹੋ ਕੇ ਡਿਸਕਸ਼ਨਸ ਕਰਕੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆਈਡੀਓਲੋਜੀ ਆ ਉਹ ਸੈਂਟਰਿਸਟ ਆਈਡੀਓਲੋਜੀ ਆ ਕਿ ਸੈਂਟਰ ਦੇ ਕੋਲੇ ਹੀ ਮੁਕੰਮਲ ਅਧਿਕਾਰ ਹੋਣੇ ਚਾਹੀਦੇ ਜੀ। ਮਤਲਬ ਕਿ ਇਸ ਚੀਜ਼ ਦੇ ਉਹ ਪੂਰਨ ਤੌਰ ਤੇ ਮਦਈ ਵੀ ਨੇ ਤੇ ਉਹ ਕਰਦੇ ਵੀ ਨੇ ਜੀ ਜੀ, ਬਿਲਕੁਲ ਉਹ ਇਸ ਨੂੰ ਫੋਲੋ ਵੀ ਕਰਦੇ ਆ। 2019 ਅਗਸਤ ਦੇ ਵਿੱਚ ਇਹਨਾਂ ਨੇ ਆਹ ਬਿੱਲ ਦੁਬਾਰਾ ਲਿਆਂਦਾ, ਉਹ ਮੁਕੰਮਲ ਹੋਇਆ 2 ਦਸੰਬਰ 2021 ਨੂੰ, ਰਾਜ ਸਭਾ ਚ ਵੀ ਪਾਸ ਹੋ ਗਿਆ, ਲੋਕ ਸਭਾ ਚ ਵੀ ਪਾਸ ਹੋ ਗਿਆ, ਪ੍ਰੈਜ਼ੀਡੈਂਸ਼ੀਅਲ ਕੰਸੈਂਟ ਮਿਲ ਗਈ ਐਂਡ ਇਟ ਬਿਕੇਮ ਏ ਲਾਅ। ਉਸ ਦੇ ਅਧੀਨ ਹੀ ਜੀ ਇਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਫਰਦਰ ਉਹਦੇ ਗਵਰਨਿੰਗ ਬੋਰਡ ਵਿੱਚ ਤਬਦੀਲੀਆਂ ਕੀਤੀਆਂ, ਤਾਂ ਕਿ ਹੁਣ ਜਿਹੜਾ ਵੀ ਕੋਈ ਪਾਣੀਆਂ ਦਾ ਪੰਜਾਬ ਚ ਅਧਿਕਾਰ ਆ ਜੀ, ਹੁਣ ਤੁਸੀਂ SYL ਨੂੰ ਤਾਂ ਭੁੱਲ ਹੀ ਜਾਓ ਨਾ, ਉਹ ਟੋਟਲ ਸੈਂਟਰ ਦੇ ਕੋਲੇ ਆ। ਉਹ ਤਾਂ ਬਹੁਤ ਛੋਟਾ ਮਸਲਾ ਰਹਿ ਗਿਆ ਹੁਣ। ਹਾਂ, ਉਹ ਸੈਂਟਰ ਕੋਲੇ ਆ ਟੋਟਲ ਜੀ। ਤਾਂ ਹੀ ਤਾਂ ਇੰਨੇ ਦਾਅਵੇ ਨਾਲ ਹਰਿਆਣਾ ਦਾ ਚੀਫ ਮਿਨਿਸਟਰ ਬਾਰ-ਬਾਰ ਕਹਿ ਰਿਹਾ ਕਿ ਪੰਜਾਬ ਹੁਣ ਇੱਕ ਵੱਡਾ ਭਰਾ ਨਹੀਂ ਹੈਗਾ ਸਾਡਾ, ਇਹ ਇੱਕ ਛੋਟਾ ਗਰੀਬ ਸਾਡਾ ਚਚੇਰਾ ਭਰਾ ਜੀ। ਕਿਉਂਕਿ ਹੁਣ ਉਹ ਸੋਚਦੇ ਕਿ ਸਾਡਾ ਵੱਧ ਅਧਿਕਾਰ ਇੱਥੇ ਹੈਗਾ ਦਬਦਬਾ ਜੀ। ਬਿਲਕੁਲ, ਉਹਨਾਂ ਨੇ ਜੋ ਵੀ ਕਿਸਾਨ ਅੰਦੋਲਨ ਵਿੱਚ ਪ੍ਰਾਪਤੀ ਹੋਈ ਸੀ ਜੀ, ਈਵਨ ਕਿਸਾਨ ਉਸ ਜੋ ਏਕਤਾ ਬਣੀ ਸੀ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਵਿੱਚ ਜੀ, ਉਹਨਾਂ ਦੀਆਂ ਇਮੋਸ਼ਨਸ ਦੇ ਨਾਲ ਇਹ ਖੇਡ ਰਹੇ ਨੇ ਜੀ। ਪੰਜਾਬ ਦੀ ਕਿਸਾਨੀ ਜਥੇਬੰਦੀਆਂ ਦੀ ਲੀਡਰਸ਼ਿਪ ਸੁੱਤੀ ਪਈ ਆ ਜੀ, ਉਹ ਆਪਣੇ ਛੋਟੇ ਛੋਟੇ ਇਸ਼ੂਜ਼ ਨਾਲ ਚੁੰਬੜੇ ਹੋਏ ਨੇ ਜੀ। ਐਡਾ ਵੱਡਾ ਇਸ਼ੂ ਆਪਣੇ ਪੰਜਾਬ ਅੱਗੇ ਆ ਗਿਆ, ਹੁਣ ਧਰਮ ਯੁੱਧ ਮੋਰਚਾ ਇੱਥੇ ਲੱਗਣਾ ਨਹੀਂ ਜੀ। ਬਿਲਕੁਲ ਬਿਲਕੁਲ, ਆਪਾਂ ਪੰਜਾਬ ਰੇਗਿਸਤਾਨ ਵੱਲ ਵਧਾਂਗੇ ਜੀ। ਇਹਦਾ ਆਹ ਮਤਲਬ ਕਿ ਪਿਛੋਕੜ ਆ ਜੋ ਡੈਮ ਸੇਫਟੀ ਐਕਟ ਦਾ, ਤੇ ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ ਇਹਨਾਂ ਦੀ ਲੌਂਗ ਟਰਮ ਆਪਾਂ ਨੂੰ ਪੰਜਾਬ ਨੂੰ ਭੁਗਤਣਾ ਪਊਗਾ ਜੀ। ਗਿੱਲ ਸਾਹਿਬ, ਇੱਕ ਦੱਸੋ ਜੇ ਵੀ ਕੇਂਦਰ ਸਰਕਾਰ ਕਹਿੰਦੀ ਹੈ ਵੀ 10 ਮੀਟਰ ਤੋਂ ਉੱਚੇ ਜਿੰਨੇ ਵੀ ਡੈਮ ਹੈਗੇ ਹੈ, ਗਿਣਤੀ ਤੁਸੀਂ ਦੱਸੀ ਹੈ ਕਿ 5745 ਉਹਨਾਂ ਦੀ ਜਿਹੜੀ ਗਿਣਤੀ ਬਣਦੀ ਹੈ, ਉਹ ਕਹਿੰਦੇ ਵੀ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਇੰਨੀ ਵਧੀਆ ਨਹੀਂ ਹੈ, ਉਹਦੀ ਦੇਖ ਰੇਖ ਕਰਨ ਵਾਸਤੇ, ਉਹਨਾਂ ਦੀ ਮੁਰੰਮਤ ਵਾਸਤੇ ਇਹ ਰਾਜਾਂ ਦੇ ਵੱਸ ਦਾ ਰੋਗ ਨਹੀਂ ਗਾ, ਇਹ ਅਸੀਂ ਕਰ ਸਕਦੇ ਹਾਂ। ਇਸ ਕਰਕੇ ਅਸੀਂ ਇਹ ਕਾਨੂੰਨ ਬਣਾ ਕੇ ਇਹਨੂੰ ਇੱਕੋ ਥਾਂ ਤੇ ਇਹਦਾ ਪ੍ਰਬੰਧ ਹੋ ਸਕੇ ਤਾਂ ਇਹ ਕੁਛ ਕੀਤਾ ਹੈ। ਕੀ ਇਹ ਕਥਨ ਸਹੀ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਮਾਜਰਾ ਜੀ?
ਇਹ ਜਿਹੜੀ ਮਤਲਬ ਗਾਈਡਲਾਈਨਸ ਨੇ ਨਾ ਐਕਟ ਦੇ ਵਿੱਚ, ਉਹਦੇ ਵਿੱਚ ਹੈਗਾ ਕਿ ਜਿਹੜੇ 10 ਮੀਟਰ ਜਾਂ 10 ਮੀਟਰ ਉੱਤੇ ਡੈਮ ਨੇ ਇਹ ਕੰਮ ਅੰਡਰ ਡਾਇਰੈਕਟ ਕੰਟਰੋਲ ਆਫ ਦਾ ਸੈਂਟਰਲ ਗਵਰਨਮੈਂਟ ਜੀ। ਪਰ ਇਹਦੇ ਵਿੱਚ ਉਹਨਾਂ ਨੇ ਇਹ ਮੁੱਦਾ ਲਿਆਂਦਾ ਸੀ ਵੀ ਜਿਹੜੇ 70 ਸਾਲਾਂ ਦੇ ਦੌਰਾਨ ਜਦੋਂ ਇਸ਼ੂਜ਼ ਉੱਠੇ ਨੇ ਡੈਮ ਟੁੱਟਣ ਦੇ ਜੀ ਤਾਂ ਉਦੋਂ 18 ਸਟੇਟਸ ਨੇ ਜੀ ਆਪਣੀਆਂ ਸਟੇਟ ਰੈਗੂਲੇਟਿੰਗ ਬੋਡੀਜ਼ ਬਣਾਈਆਂ ਸੀ ਜੀ। ਉਹਨਾਂ ਵਿੱਚ 5 ਪ੍ਰਾਈਵੇਟ ਪਲੇਅਰ ਵੀ ਨੇ ਜਿਹੜੇ ਡੈਮਸ ਨੂੰ ਕੰਟਰੋਲ ਕਰਦੇ, ਜਿਵੇਂ ਮਤਲਬ ਕਿ ਜਿਹੜੀਆਂ ਆਟੋਨੋਮਸ ਬੋਡੀਜ਼ ਨੇ, ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੀਗਾ, ਇਹ ਇੱਕ ਆਟੋਨੋਮਸ ਬੋਡੀ ਸੀ ਪਰ ਇਹਦੇ ਵਿੱਚ ਪਾਰਟੀਸਪੇਸ਼ਨ ਸੀਗੀ ਪੰਜਾਬ ਜੀ। ਇਹਨਾਂ ਨੇ ਆਪਣੀਆਂ ਸੁਪਰਵਾਈਜ਼ਿੰਗ ਬੋਡੀਜ਼ ਬਣਾਈਆਂ ਹੋਈਆਂ ਸੀ ਜੀ। ਹੁਣ ਇਹਨਾਂ ਨੇ ਕਿਉਂਕਿ ਇਹ ਆਲ ਇੰਡੀਆ ਲੈਵਲ ਤੇ ਆਇਆ ਹੈਗਾ, ਇਹਦੇ ਨਾਲ ਜਿਹੜਾ ਮੇਨ ਇਹਦਾ ਆਦੇਸ਼ ਹੈਗਾ ਸਰਵੇਲੈਂਸ ਜੀ, ਇੰਸਪੈਕਸ਼ਨ ਜੀ, ਜਿਹੜੀ ਇਹਦੀ ਵਿੱਚੋਂ ਕੋਈ ਵੀ ਚੀਜ਼ ਮਤਲਬ ਕਿ ਪ੍ਰੋਡਕਟਿਵ ਆ ਜੀ, ਤੇ ਇਹਦਾ ਜਿਹੜਾ ਹੈਗੀ ਆ ਮੇਨਟੇਨੈਂਸ ਜੀ, ਇਹਦੇ 4 ਆਦੇਸ਼ ਨੇ ਜੀ ਜੀ। ਇਹਦੇ ਚੋਂ ਪੈਦਾ ਹੋਣ ਵਾਲੇ ਸਾਧਨ ਚਾਹੇ ਬਿਜਲੀ ਆ, ਚਾਹੇ ਉਹ ਇਰੀਗੇਸ਼ਨ ਆ ਜੀ, ਚਾਹੇ ਸਿੰਜਾਈ ਲਈ ਆ, ਜਾਂ ਦਰਿਆ ਦੀ ਡਾਇਰੈਕਸ਼ਨ ਕਿੱਥੇ ਰੱਖਣੀ ਆ, ਕਿੱਧਰ ਨੂੰ ਕਰਨੀ ਆ, ਜਾਂ ਇਹਨੂੰ ਕੋਈ ਬੈਂਡ ਕਰਨਾ ਜੀ। ਇੱਥੋਂ ਤੱਕ ਕਿ ਪੰਜਾਬ 3 ਮੁੱਖ ਦਰਿਆ ਨੇ, ਉਸ ਤੋਂ ਇਲਾਵਾ ਇੱਥੇ ਨਦੀਆਂ, ਛੋਟੇ ਛੋਟੇ ਨਾਲੇ, ਚੋਅ ਵਗੈਰਾ ਕਾਫੀ ਨੇ ਜੀ। ਬਿਲਕੁਲ, ਮਤਲਬ ਹੋਰ ਵੀ ਇੱਥੇ ਸਰੋਤ ਹੈਗੇ ਨੇ ਜੀ। ਇੰਨੀਆਂ ਵੱਡੀਆਂ ਨਹਿਰਾਂ ਜਾਂਦੀਆਂ ਨੇ ਦੂਜੇ ਸੂਬਿਆਂ ਚੋਂ, ਪੰਜਾਬ ਚੋਂ ਜਾਂਦੀਆਂ ਨੇ। ਅੱਗੇ ਆਪਾਂ ਆਪਣਾ ਅਧਿਕਾਰ ਰੱਖਦੇ ਸੀ, ਮਤਲਬ ਕਿ ਮੱਧਮ ਆਵਾਜ਼ ਉੱਠਦੀ ਰਹੀ ਆ। 80 ਚ ਜ਼ਿਆਦਾ ਜ਼ੋਰਦਾਰ ਆਵਾਜ਼ ਉੱਠੀ ਸੀ ਕਿ ਸਾਡੇ ਪਾਣੀਆਂ ਦਾ ਹੱਕ ਸਾਡੇ ਕੋਲੇ ਹੋਣਾ ਚਾਹੀਦਾ ਜਾਂ ਸਾਨੂੰ ਮੁੱਲ ਦਿੱਤਾ ਜਾਵੇ ਜੀ। ਬਿਲਕੁਲ, ਹੁਣ ਉਹ ਚੀਜ਼ ਤੇ ਇਹਨਾਂ ਨੇ ਬਿਲਕੁਲ ਵਿਰਾਮ ਲਾਤਾ ਜੀ। ਇਸ ਚੀਜ਼ ਦੇ ਲਈ ਜੇ ਕੋਈ ਜ਼ਿੰਮੇਵਾਰ ਹੈਗਾ ਜੀ ਤਾਂ ਮੁੱਖ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਆ, ਜਿਹਦੀ ਇਹ ਭਾਈਵਾਲ ਸਰਕਾਰ ਰਹੀ ਆ ਜੀ। ਇਹ 1980 ਤੋਂ ਜੇ ਇਸ ਬਾਰੇ ਵਿਚਾਰ ਚਰਚਾ ਚੱਲ ਰਹੀ ਸੀ, ਜਿਹੜੀ ਕਿ 2010 ਵਿੱਚ ਹੋਰ ਉੱਠੀ ਦੁਆਰਾ ਬਿੱਲ ਦੇ ਰੂਪ ਵਿੱਚ ਜੀ, ਉਦੋਂ ਇਹ ਕਿੱਥੇ ਸੀ। ਈਵਨ ਹੋਰ ਲਾ ਲਓ ਤੇ ਜਿਹੜਾ ਪ੍ਰੈਜ਼ੈਂਟ ਪੰਜਾਬ ਦਾ ਚੀਫ ਮਿਨਿਸਟਰ ਆ, ਇਹ 8 ਸਾਲ ਪਾਰਲੀਮੈਂਟ ਚ ਰਿਹਾ ਜੀ ਜੀ। ਇਹਨੇ ਇਹਨਾਂ 8 ਸਾਲਾਂ ਵਿੱਚ ਕਦੋਂ ਇਸ ਮੁੱਦੇ ਬਾਰੇ ਗੱਲ ਕੀਤੀ ਜੀ ਜੀ ਜੀ। ਅਸੀਂ ਉੱਥੇ ਹਾਸ ਰਸ ਟੋਟ ਕੇ ਮਤਲਬ ਕਿ ਪੇਸ਼ ਕਰਨ ਲਈ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਭੇਜਿਆ। ਐਂਡ ਜਿਹੜੀ ਸੰਗਰੂਰ ਦਾ ਇਲਾਕਾ ਹੈਗਾ, ਉੱਥੇ ਸਾਰਿਆਂ ਨਾਲੋਂ ਜ਼ਿਆਦਾ ਵਾਟਰ ਲੈਵਲ ਥੱਲੇ ਗਿਆ ਜੀ। ਜੇ ਪੰਜਾਬ ਚ ਪਹਿਲਾ ਸੋਕਾ ਆਊਗਾ ਵੀ ਸੰਗਰੂਰ ਮਾਨਸਾ ਬੈਲਟ ਵਿੱਚ ਜੀ ਜੀ। ਬਿਲਕੁਲ, ਮਤਲਬ ਕਿ ਇਹ ਵਸਟ ਅਫੈਕਟਡ ਆ। ਇੱਥੇ ਪਾਣੀ ਦਾ ਜਿਹੜਾ ਪੱਧਰ ਆ 600 ਫੀਟ ਤੋਂ ਵੀ ਜ਼ਿਆਦਾ ਥੱਲੇ ਜਾ ਚੁੱਕਿਆ ਜੀ। ਜਿਹੜੀ ਕਿ ਜਦੋਂ ਇਹ ਪਲਾਨ ਆਈ ਸੀ ਕਿ ਜਿਹੜਾ ਝੋਨੇ ਦੀ ਬਿਜਾਈ ਆ ਜੀ, ਉਹਨੂੰ 10 ਜੂਨ ਤੇ ਲਿਆਓ ਪਨੀਰੀ ਇਸ ਤਰੀਕ ਨੂੰ, ਉਹਦੇ ਨਾਲ ਕੁਝ ਵਾਟਰ ਕੰਜ਼ਰਵੇਸ਼ਨ ਹੋਈ ਸੀ, ਭਾਵੇਂ ਬਹੁਤ ਥੋੜੀ ਹੋਈ ਸੀ, in 30 centimeters or so ਜੀ ਜੀ। ਪਰ ਚਲੋ ਇਹ ਮਈਸ ਡਿਫਰੈਂਟ ਨੇ। ਪਰ ਜਿਹੜਾ ਆਹ ਕਾਨੂੰਨ ਦਾ ਜਿਹੜਾ ਆਉਣ ਵਾਲਾ ਆਪਣੇ ਤੇ ਇਹਦਾ ਇਫੈਕਟ ਪੈਣਾ ਜੀ, ਘੱਟੋ ਘੱਟ ਇਸ ਤੇ ਤਾਂ ਵਿਚਾਰ ਚਰਚਾ ਹੋਵੇ। ਬਿਲਕੁਲ, ਪ੍ਰੈਜ਼ੈਂਟ ਪੰਜਾਬ ਗਵਰਨਮੈਂਟ ਇਜ਼ ਵਰਿਡ ਅਬਾਊਟ ਉੱਥੇ ਜੀ ਸਵਿਮਿੰਗ ਪੂਲ ਨੇ ਸਰਕਾਰੀ ਸਕੂਲ ਚ, ਉੱਥੇ ਆ ਨੇ। ਇੱਥੇ ਬਠਿੰਡੇ ਈਵਨ ਮਨਪ੍ਰੀਤ ਬਾਦਲ ਦੇ ਜਿਹੜਾ ਬ੍ਰਦਰ ਇਨ ਲਾ, ਉਹਨੇ ਫੋਟੋਆਂ ਪਾਈਆਂ ਕਿਸੇ ਬਠਿੰਡੇ ਦੇ ਸਰਕਾਰੀ ਸਕੂਲ ਦੀਆਂ ਜਿਹਦੇ ਵਿੱਚ ਸਵਿਮਿੰਗ ਪੂਲ ਆ ਜੀ। ਸਾਨੂੰ ਸਵਿਮਿੰਗ ਪੂਲ ਨਹੀਂ ਪੰਜਾਬ ਚ ਚਾਹੀਦੇ, ਸਾਨੂੰ ਸਾਡਾ ਪਾਣੀ ਚਾਹੀਦਾ ਜੀ। ਬਿਲਕੁਲ ਬਿਲਕੁਲ, ਦੈਟ ਇਜ਼ ਮੋਰ ਇੰਪੋਰਟੈਂਟ ਜੀ। ਵਿਦਿਆ ਵਿਚਾਰੀ ਕੀ ਕਰੂਗੇ ਤਾਂ ਪਰਉਪਕਾਰੀ ਹੈ। ਜੇ ਵਿਦਿਆ ਰਾਹੀਂ ਸਾਨੂੰ ਇਹੀ ਨਹੀਂ ਸਿੱਖਿਅਤ ਹੋ ਸਕੇ ਕਿ ਪਾਣੀ ਕਿੰਨੇ ਇੰਪੋਰਟੈਂਟ ਨੇ, ਤਾਂ ਫਿਰ ਆਪਾਂ ਵਿਦਿਆ ਕਰਨੀ ਵੀ ਕੀ ਹੈ ਜਦੋਂ ਸਾਨੂੰ ਆਪਦੇ ਹੱਕ ਹਕੂਕ ਹੀ ਨਹੀਂ ਜਿਹੜੇ ਸਮਝ ਆ ਸਕੇ। ਤੇ ਬਿਲਕੁਲ, ਇਹਦੇ ਨਾਲ ਇੰਨੇ ਵੀ ਕਿਉਂ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਣ ਲੱਗ ਗਏ। ਠੀਕ ਆ, ਲੋਕੀ ਵਿਚਾਰੇ ਆਪਣੀਆਂ ਰੋਜ਼ਮਾਰੀਆਂ, ਮਹਿੰਗਾਈ ਐਡੀ ਵੱਧ ਗਈ ਹੋਈ ਆ, ਤੇਲ ਇੰਨਾ ਮਹਿੰਗਾ, ਬੜੀਆਂ ਮਤਲਬ ਕਿ ਲੋਕਾਂ ਦੀਆਂ ਰੋਜ਼ਮਾਰੇ ਦੀਆਂ ਲੋੜਾਂ ਇੰਨਾ ਕੁ ਜ਼ਿਆਦਾ ਉਲਝਾਤਾ ਸਰਕਾਰ ਨੇ ਜੀ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡਾ ਇਹ ਮਹਿੰਗਾਈ ਤਾਂ ਚਲੋ ਚੱਲ ਜੂਗਾ ਕੰਮ, ਨਾ 2 ਦਿਨ ਰੋਟੀ ਖਾਵਾਂਗੇ, ਜੇ ਪਾਣੀ 1 ਘੰਟਾ ਨਾ ਮਿਲਿਆ ਤਾਂ ਆਪਾਂ ਜਾਣਾ ਕਿੱਥੇ ਆ। ਬਿਲਕੁਲ ਬਿਲਕੁਲ, ਜੇ ਪੰਜਾਬ ਦਾ ਪਾਣੀ ਡਿਵਰਟ ਕਰਨਗੇ, ਆਪਾਂ ਨੂੰ ਮਤਲਬ ਕਿ ਆਪਣੀ ਲੋੜ ਮੁਤਾਬਕ ਵੀ ਪਾਣੀ ਨਾ ਮਿਲੂਗਾ, ਫਿਰ ਆਪਾਂ ਮਤਲਬ ਕਿ ਆਪਣਾ ਬਿਜਲੀ ਉਤਪਾਦਨ ਮਤਲਬ ਕਿ ਐਡੇ ਵੱਡੇ ਹੈਗਾ। ਐਟ ਦ ਸੇਮ ਟਾਈਮ ਜਿਹੜੀ
ਇਹਨਾਂ ਨੇ ਡੈਮ ਸੇਫਟੀ ਐਕਟ ਲੈ ਕੇ ਆਂਦਾ ਜੀ, ਇਹਦੇ ਵਿੱਚ ਇਹ ਇਹਨਾਂ ਨੇ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਵਾਟਰ ਕੰਜ਼ਰਵੇਸ਼ਨਿਸਟ ਨੇ, ਜਿਹੜੇ ਪਾਣੀ ਦੇ ਵਿਸ਼ਲੇਸ਼ਕ ਨੇ ਜੀ, ਉਹ ਬੜੇ ਚਿਰ ਤੋਂ ਦੁਨੀਆ ਭਰ 'ਚ ਇਹ ਕਹਿ ਰਹੇ ਨੇ ਕਿ ਜਿਹੜੀ ਡੈਮਸ ਦੀ ਜਿਹੜਾ ਯੂਟਿਲਿਟੀ ਲੈਵਲ ਸੀਗਾ ਜੀ, ਉਹ ਲੈਪਸ ਕਰ ਚੁੱਕਿਆ ਜੀ। ਪਾਣੀ ਨੂੰ ਐ ਥਾਂ ਤੇ ਰੋਕਣ ਨਾਲ ਜੀ ਨਦੀਆਂ ਦੇ ਵਗਾਅ ਵਿੱਚ, ਉਹਨਾਂ ਦੇ ਫਲੋ ਵਿੱਚ ਫਰਕ ਪੈਂਦਾ ਜੀ, ਨੈਚੁਰਲ এনवायरमेंट ਡਿਸਟਰੋਏ ਹੁੰਦਾ ਜੀ, ਜਿਹੜਾ ਉਹਨਾਂ ਦੇ ਨਾਲ ਹੋਰ ਜੀਵ ਜੰਤੂ ਵਸਨੇ ਨੇ ਜੀ, ਉਹਨਾਂ ਦੀ ਲਾਈਫ ਤੇ ਇਫੈਕਟ ਪੈਂਦਾ ਜੀ। ਸੈਕੰਡ ਇਸ਼ੂ ਉਹਨਾਂ ਨੇ ਵੱਡਾ ਇਹ ਉਠਾਇਆ ਸੀ ਕਿ ਜਿਹੜੀ ਜਿੱਥੇ ਵੀ ਡੈਮਸ ਦੀ ਤਜਵੀਜ਼ ਆ ਜੀ, ਉਹ ਚੀਜ਼ ਬਦਲ ਕੇ ਜੇ ਇਸ ਬੇਸਨ ਦੀ ਥਾਂ ਤੇ ਜੀ ਆਪਾਂ ਛੋਟੀਆਂ ਟਰਬਾਈਨਸ ਲਾਈਏ ਜੀ, ਜਿਹਦੇ ਨਾਲ ਫਲੋ ਨਾ ਰੁਕੇ ਜੀ, ਉਹਦੇ ਨਾਲ ਵੀ ਆਪਾਂ ਥਾਂ ਤੇ ਬਿਜਲੀ ਪੈਦਾ ਕਰ ਸਕਦੇ ਹਾਂ, ਮੋਰ ਇਨ এনवायरमेंटली ਫ੍ਰੈਂਡਲੀ ਮੈਨਰ। ਬਿਲਕੁਲ, ਇਹ ਆਪਣੇ ਪੰਜਾਬ 'ਚ ਬੜਾ ਚੰਗੀ ਤਰ੍ਹਾਂ ਲਾਗੂ ਹੋ ਸਕਦਾ ਸੀਗਾ, ਜਦ ਕਿ ਪੰਜਾਬ ਵਿੱਚ ਜਿਹੜਾ ਬਿਜਲੀ ਉਤਪਾਦਨ ਆ ਉਹ ਕੋਲ ਤੇ ਡਿਪੈਂਡੈਂਟ ਆ ਜੀ, ਕਿਉਂਕਿ ਜਿਹੜੀ ਪਾਵਰ ਕਾਰਪੋਰੇਸ਼ਨ ਆ ਉਹ ਇਹਨਾਂ ਨੇ ਬੈਂਕਰਪਟ ਕਰਤੀ ਹੋਈ ਆ, ਪ੍ਰਾਈਵੇਟ ਪਲੇਅਰਸ ਪੰਜਾਬ 'ਚ ਆ ਗਏ ਹੋਏ ਆ ਜੀ, ਉਹ ਸਾਰਾ ਕੋਲੇ ਦਾ ਉਤਪਾਦਨ ਆ। ਕੋਲਾ ਸਾਰਿਆਂ ਨਾਲੋਂ ਮਾੜੀ ਸੋਰਸ ਆਫ ਐਨਰਜੀ ਮੰਨਿਆ ਜਾਂਦਾ ਜੀ। ਕਲਾਈਮੈਟਿਕ ਚੇਂਜਸ ਲਈ ਵਰਲਡ ਵਾਈਡ ਇਹ ਡਿਬੇਟ ਚੱਲ ਰਹੀ ਕਿ ਕੋਲ ਨੂੰ ਆਪਾਂ ਫੇਜ਼ ਆਊਟ ਕਰ ਲਈਏ। ਬਿਲਕੁਲ, ਇੱਥੇ ਡਿਪੈਂਡੈਂਸ ਵੱਧ ਰਹੀ ਆ ਜੀ, ਖਾਸ ਕਰਕੇ ਪੰਜਾਬ ਵਿੱਚ ਜੀ ਜੀ। ਬਿਲਕੁਲ, ਉਹਦੀ ਰਾਖ ਹੀ ਆਪਣੇ ਤੇ ਡਿੱਗਦੀ ਆ। ਆਪਣੀ ਕੈਂਸਰ ਟ੍ਰੇਨ ਅੱਜ ਵੀ 9:30 ਵਜੇ ਬਠਿੰਡੇ ਰੇਲਵੇ ਸਟੇਸ਼ਨ ਤੋਂ ਬੀਕਾਨੇਰ ਲਈ ਚੱਲਦੀ ਆ ਤੇ ਭਰ ਕੇ ਜਾਂਦੀ ਹੈ। ਬਿਲਕੁਲ ਬਿਲਕੁਲ ਜੀ, ਉਹਦਾ ਨਾਂ ਹੀ ਕੈਂਸਰ ਟ੍ਰੇਨ ਪੈ ਗਿਆ। ਬਿਲਕੁਲ, ਹਾਂ, ਇਹ ਅੱਜ ਦੀ ਨਹੀਂ ਚੱਲ ਰਹੀ, ਇਹ ਮੇਰੇ ਖਿਆਲ ਦਹਾਕੇ ਹੋ ਗਏ ਚੱਲਦੀ ਨੂੰ। ਬਿਲਕੁਲ ਬਿਲਕੁਲ ਬਿਲਕੁਲ, ਉਹਦੇ 'ਚ ਗਿਣਤੀ ਵੱਧ ਰਹੀ ਆ, ਸਵਾਰੀਆਂ ਦੀ ਗਿਣਤੀ ਘਟੀ ਨਹੀਂ, ਕਿਉਂਕਿ ਪੰਜਾਬ 'ਚ ਕੋਈ ਚੰਗਾ ਕੈਂਸਰ ਦਾ ਜਿਹੜਾ ਕਿ ਜ਼ਰੂਰਤਮੰਦ ਲੋਕਾਂ ਦਾ ਸਹਾਰਾ ਬਣ ਸਕੇ, ਉਹ ਹਸਪਤਾਲ ਹੀ ਹੈ ਨਹੀਂ। ਬਿਲਕੁਲ, ਉਹ ਬੀਕਾਨੇਰ ਜਾਂਦੇ ਜਿੱਥੇ ਮਹਾਰਾਜਾ ਬੀਕਾਨੇਰ ਨੇ ਹਸਪੀਟਲ ਬਣਾਇਆ ਹੋਇਆ ਪੁਰਾਣਾ ਜੀ ਜੀ ਜੀ। ਉੱਥੇ ਬਠਿੰਡੇ ਦੇ ਤੁਹਾਡੇ ਮੁਕਤਸਰ ਦੇ ਮੁੰਡੇ ਵਿਚਾਰੇ ਜਿਹੜੇ ਯੰਗ ਨੌਜਵਾਨ ਅੱਜ ਕਹਿੰਦੇ ਆ ਨਾ ਕਿ ਪੰਜਾਬ ਦੀ ਨੌਜਵਾਨੀ ਤਾਂ ਨਸ਼ਿਆਂ ਦੇ ਰਾਹ ਪੈ ਗਈ, ਉਹਦਾ ਇੱਕ ਆਹ ਪੱਖ ਵੀ ਦੇਖ ਲਓ, ਜਿਹੜੇ ਬਠਿੰਡੇ ਦੇ ਪਿੰਡਾਂ ਦੇ ਨੌਜਵਾਨ ਜੀ ਤੇ ਮੁਕਤਸਰ ਵਾਲੇ ਦੇ ਏਰੀਏ ਦੇ ਨੌਜਵਾਨ, ਉਹਨਾਂ ਨੇ ਉੱਥੇ ਜਾ ਕੇ ਲੰਗਰ ਲਾਇਆ ਹੋਇਆ ਜੀ ਜੀ ਜੀ, ਜਿਹੜਾ ਕਿ ਲੰਗਰ ਸਰਕਾਰ ਨੇ ਪਟਾਉਣਾ ਵੀ ਚਾਹਿਆ ਸੀ, ਪਰ ਫਿਰ ਉਹ ਦੁਬਾਰਾ ਉੱਥੇ ਜਾ ਕੇ ਅੱਜ ਵੀ ਉੱਥੇ ਲੰਗਰ ਚੱਲਦਾ। ਉਹਨਾਂ ਲਈ ਉਹਨਾਂ ਨੇ ਰੈਸਟ ਹਾਊਸ ਬਣਾਏ ਹੋਏ ਆ ਜੀ। ਪਿੰਡਾਂ ਦੇ ਜਿਹੜੇ ਲੋਕ ਆ ਪੰਜਾਬ ਦੇ, ਉਹ ਰਾਸ਼ਨ ਪਾਣੀ ਦਿੰਦੇ ਆ, ਸਾਰਾ ਖਰਚ ਝੱਲਦੇ ਆ, ਉੱਥੇ ਲਗਾਤਾਰ ਲੰਗਰ ਚੱਲਦਾ। ਆ ਵੀ ਇੱਕ ਨੌਜਵਾਨੀ ਦਾ ਫੇਸ ਹੈ, ਇਹ ਵੀ ਫੇਸ ਹੈਗਾ। ਬਿਲਕੁਲ, ਪਰ ਇਸ ਪਾਸੇ ਤਾਂ ਕੋਈ ਵੇਖਣ ਨਹੀਂ ਨਾ ਦਿੰਦਾ ਜੀ। ਆਪਾਂ ਉਹਨਾਂ ਨੂੰ ਚੈਨਲਾਈਜ਼ ਨਹੀਂ ਕਰ ਸਕੇ ਜੀ, ਕਿਉਂਕਿ ਜਿਹੜੀ ਪੋਲੀਟੀਕਲ ਕਲਾਸ ਆ ਇਹ ਸੈਲਫ ਓਰੀਐਂਟਡ ਆ, ਸੈਲਫ ਸੈਂਟਰਡ ਆ ਜੀ। 8 ਸਾਲ ਇੱਕ ਮੈਂਬਰ ਪਾਰਲੀਮੈਂਟ ਜਿਹਦਾ ਦਿੱਲੀ 'ਚ ਘਰ ਹੋਵੇ ਜੀ, ਉਹਨੂੰ ਦਿੱਲੀ ਮਾਡਲ ਬਾਰੇ ਹੁਣ ਤੱਕ ਪਤਾ ਹੀ ਨਹੀਂ ਲੱਗਿਆ ਜੀ ਜੀ। ਬਿਲਕੁਲ, ਹੁਣ ਉਹ ਲੈ ਕੇ ਲਾਮ ਲਸ਼ਕਰ ਦੇਖਣ ਜਾ ਰਿਹਾ, ਉਹ ਦੇਖਣ ਜਾਂਦਾ ਕੋਈ ਆਵਾਜ਼ ਉਠਾਉਂਦਾ ਡੈਮ ਸੇਫਟੀ ਐਕਟ ਬਾਰੇ ਜੀ। ਬਿਲਕੁਲ ਬਿਲਕੁਲ, ਗਿੱਲ ਸਾਹਿਬ, ਜਿੰਨਾ ਕਿ ਮੈਂ ਇਸ ਐਕਟ ਨੂੰ ਸਮਝ ਸਕਿਆ ਹੈ, ਕਿਉਂਕਿ ਮੈਂ ਇਹਨੂੰ ਪੜ੍ਹਦਾ ਰਿਹਾ ਔਰ ਇਹ 'ਚ ਮੈਨੂੰ ਜੋ ਲੱਗਿਆ ਕਿ ਇਹ ਜਿਹੜੇ ਸਟੇਟਾਂ ਜਿਹੜੀਆਂ ਉਹ ਤਾਂ ਬਿਲਕੁਲ ਉਹਨਾਂ ਨੇ ਮਨਫੀ ਕਰ ਦਿੱਤੀਆਂ ਨੇ ਇਹਦੇ ਵਿੱਚੋਂ, ਕਿਉਂਕਿ ਇਹਦੇ ਜਿਹੜੇ ਪ੍ਰਬੰਧ ਵਾਸਤੇ ਕਮੇਟੀਆਂ ਬਣਾਉਣੀਆਂ, ਉਹਦੇ 'ਚ ਨਾਂ ਵਰਤਿਆ ਗਿਆ ਰਾਜਾਂ ਦਾ, ਵੀ ਰਾਜਾਂ ਦੇ ਮੈਂਬਰ 20 ਹੋਣਗੇ। ਟੋਟਲ 20 ਮੈਂਬਰਾਂ ਦੇ ਵਿੱਚੋਂ 10 ਮੈਂਬਰ ਤਾਂ ਕੇਂਦਰ ਨੇ ਆਪਦੇ ਲਏ ਹੈ, ਔਰ 3 ਮੈਂਬਰ ਜਿਹੜੇ ਹੈ ਉਹ ਕਮਿਸ਼ਨ ਦੇ ਮੈਂਬਰ ਹੈ ਜਿਹੜੇ, ਔਰ 7 ਮੈਂਬਰ ਜਿਹੜੇ ਉਹ ਕਹਿੰਦੇ ਰਾਜਾਂ ਤੋਂ ਲੈਣੇ ਹੈ, ਤੇ ਪਰ ਉਹਨੂੰ ਵੀ ਜਿਹੜਾ ਨੋਮੀਨੇਟ ਕਰਨਾ ਹੈ ਉਹ ਕੇਂਦਰ ਨੇ ਕਰਨਾ ਹੈ। ਉਹ ਨਾ ਹੀ ਸਿਰਫ ਰਾਜਾਂ ਦਾ ਹੋਊਗਾ, ਨੋਮੀਨੇਟ ਜਿਹੜੀ ਉਹ ਕੇਂਦਰ ਸਰਕਾਰ ਹੀ ਕਰੂਗੀ, ਤਾਂ ਨੈਚੁਰਲੀ ਫਿਰ ਅਸੀਂ ਸਮਝ ਸਕਦੇ ਹਾਂ ਵੀ ਉਹਦੇ ਵਿੱਚੋਂ ਨਿਕਲਣਾ ਕੀ ਹੈ ਜੀ। ਔਨ ਪੇਪਰ ਜਿਹੜਾ ਡੈਮ ਸੇਫਟੀ ਐਕਟ ਹੈ ਨਾ, ਉਹ ਤਾਂ ਇਹ ਕਹਿਣਗੇ ਕਿ ਸਟੇਟਸ ਆਰ ਪਾਰਟੀਸਪੇਟਿੰਗ ਫੁਲੀ ਵਿਦ ਅਸ। ਬਿਲਕੁਲ ਬਿਲਕੁਲ, ਕਿ ਸਟੇਟਸ ਦੀ ਜਿਹੜੀ ਫੁੱਲ ਪਾਰਟੀਸਪੇਸ਼ਨ ਆ, ਬਟ ਸਟੇਟਸ ਦੀ ਕੋਈ ਸੇ ਨਹੀਂ ਹੈਗੀ। ਬਿਲਕੁਲ, ਸੇ ਟੋਟਲ ਸੈਂਟਰ ਦੀ ਆ, ਜਿਹੜੀ ਵਾਟਰ ਅਥਾਰਟੀ ਬਣੀ ਆ ਡੈਮ ਸੇਫਟੀ ਐਕਟ ਦੇ ਉੱਤੇ, ਇੱਕ ਸੁਪਰਵਾਈਜ਼ਰੀ ਬੋਡੀ ਬਣੀ ਹੈਗੀ, ਸੈਂਟਰਲ ਕਮਾਂਡ ਥੱਲੇ ਆ ਜੀ। ਉਹ ਜਿਹੜੀ ਹੋਊਗੀ ਉਹ ਹੋਲੀ ਸੋਲੀ ਕੰਟਰੋਲ ਕਰੂਗੀ ਇਸ ਪ੍ਰੋਸੀਜਰ ਜੀ ਜੀ ਜੀ। ਹਜੇ ਉਹਨਾਂ ਨੇ ਪ੍ਰੋਪਰ ਗਾਈਡਲਾਈਨਸ ਬਾਹਰ ਨਹੀਂ ਆਈਆਂ ਜੀ।
ਬਿਲਕੁਲ ਉਹਦਾ ਪ੍ਰਗਟਾਵਾ ਪਹਿਲੀ ਵਾਰ ਇਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀਆਂ ਜਿਹੜੀ ਗਵਰਨਿੰਗ ਬੋਡੀ ਦੀਆਂ ਗਾਈਡਲਾਈਨ ਸੀਗੀਆਂ ਜੀ ਉਹੀ ਬਦਲ ਕੇ ਕੀਤਾ, ਜਿਹਦੇ ਵਿੱਚ ਹੁਣ ਪੰਜਾਬ ਦਾ ਜਿਹੜੀ ਨੁਮਾਇੰਦਗੀ ਆ ਜੀ ਉਹਦੇ ਵਿੱਚੋਂ ਮੰਨਫੀ ਕਰਤੀ। ਜੀ 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 ਬਿਲਕੁਲ ਮੰਨਫੀ ਹਰਿਆਣੇ ਦੀ ਵੀ ਕੀਤੀ ਆ ਜੀ, ਤੇ ਇਹਨੂੰ ਓਪਨ ਕਰਤਾ ਕਿ ਆਲ ਇੰਡੀਆ ਲੈਵਲ ਤੋਂ ਅਸੀਂ ਕਿਸੇ ਨੂੰ ਵੀ ਲਿਆ ਕੇ ਇੱਥੇ ਲਾ ਸਕਦੇ ਹਾਂ। ਜੀ 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 ਜਦੋਂ ਬ੍ਰਿਟਿਸ਼ ਰਾਜ ਇੰਡੀਆ ਚੋਂ ਖਤਮ ਹੋਇਆ ਨਾ ਜੀ, ਉਦੋਂ ਜਿਹੜਾ ਇਹਨਾਂ ਦਾ ਲਾਸਟ ਕਮਾਂਡਰ ਇਨ ਚੀਫ ਸੀਗਾ ਬ੍ਰਿਟਿਸ਼ ਇੰਡੀਅਨ ਆਰਮੀ ਦਾ ਜੀ, ਉਹ ਕਲੌਡ ਅਚਨੈਕ ਸੀਗਾ ਜੀ, ਔਕੀਨੈਕ ਜਿਹੜਾ ਸੀਗਾ ਹੈ ਨਾ ਜੀ, ਉਹਨੇ 1948 ਵਿੱਚ ਇਹ ਗੱਲ ਕਹੀ ਸੀ ਵੀ ਇਹ ਇਟਸ ਨਾਟ ਏ ਨੇਸ਼ਨ ਇੰਡੀਆ ਜਿਹੜੀ ਅਸੀਂ ਛੱਡ ਕੇ ਜਾ ਰਹੇ ਹਾਂ ਜੀ, ਇਟ ਇਜ਼ ਏ ਕੰਟੀਨੈਂਟ ਆਫ ਨੇਸ਼ਨਸ ਜੀ, ਬਿਲਕੁਲ ਵੀ ਇੱਕ ਮੁਲਕ ਨਹੀਂ ਹੈਗਾ, ਇਹਦੇ ਵਿੱਚ ਅਨੇਕਾਂ ਹੀ ਹੋਰ ਮੁਲਕ ਨੇ ਜੀ, ਕੀ ਇਹਨਾਂ ਨੂੰ ਇਕੱਠੇ ਰੱਖ ਸਕਣਗੇ ਕਿ ਦੂਜਾ ਉਹਨੇ ਇਹ ਖਾਲਸਾ ਜ਼ਾਹਰ ਕੀਤਾ ਸੀ ਕਿ ਜਿਹੜਾ ਪੰਜਾਬੀ ਆ ਜੀ ਜਾਂ ਸਿੱਖ ਆ ਜੀ ਉਹ ਮਦਰਾਸੀ ਨਾਲੋਂ ਇੰਨਾ ਹੀ ਵੱਖਰਾ ਹੈਗਾ ਜੀ ਜਿੰਨਾ ਇੱਕ ਸਾਡਾ ਸਕਾਟਲੈਂਡ ਦਾ ਵਸਨੀਕ ਇਟਾਲੀਅਨ ਨਾਲੋਂ ਵੱਖਰਾ ਜੀ, ਜਿਹੜਾ ਸਾਡੇ ਦੇਸ਼ ਦਾ ਸਕਾਟਲੈਂਡ ਆ ਉਹਦਾ ਜਿਹੜਾ ਬੰਦਾ ਉਹ ਇਟਾਲੀਅਨ ਨਾਲੋਂ ਬਹੁਤ ਵੱਖਰਾ, ਭਾਵੇਂ ਦੇਖਣ ਨੂੰ ਇੱਕ ਜਿਹੇ ਲੱਗਣਗੇ ਬਿਲਕੁਲ, ਉਹਦੀ ਸੋਚ ਵੱਖਰੀ ਹੈ, ਉਹਦਾ ਸਭ ਕੁਝ ਵੱਖਰਾ ਜੀ। ਭਾਰਤ ਵਿੱਚ ਇੱਕ ਤਰ੍ਹਾਂ ਦਾ ਕਾਨੂੰਨ ਸਾਰਿਆਂ ਦੇ ਲਈ ਨਹੀਂ ਲਾਗੂ ਹੋ ਸਕਦਾ ਕਿਉਂਕਿ ਹਰ ਇੱਕ ਸੂਬੇ ਦੀਆਂ ਅੱਡ-ਅੱਡ ਲੋੜਾਂ ਨੇ ਜੀ, ਅੱਡ-ਅੱਡ ਉਹਨਾਂ ਦੇ ਆਪਣੇ ਨਜ਼ਰੀਏ ਨੇ, ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਨੇ। ਜੇ ਪੰਜਾਬ ਖੇਤੀਬਾੜੀ ਆਧਾਰਿਤ ਸੂਬਾ ਤਾਂ ਝਾਰਖੰਡ ਵਗੈਰਾ ਜਿਹੜਾ ਹੈਗਾ ਉਹ ਨੈਚੁਰਲ ਰਿਸੋਰਸਿਸ ਵਾਲਾ ਸੂਬਾ, ਉੱਥੇ ਖਾਨਾਂ ਨੇ, ਉੱਥੇ ਆਇਰਨ ਓਰ ਆ, ਉੱਥੇ ਮਿਨਰਲਸ ਨੇ, ਬਹੁਤ ਕੁਛ ਆ ਜੀ ਜੀ। ਸਾਡੇ ਕੋਲ ਤਾਂ ਲੈ ਦੇ ਕੇ ਖੇਤੀ ਆ, ਖੇਤੀ ਪਾਣੀ ਤੋਂ ਬਗੈਰ ਖੇਤੀ ਕਿਸੇ ਕੰਮ ਦੀ ਹੋ ਹੀ ਨਹੀਂ ਸਕਦੀ, ਸੰਭਵ ਹੀ ਨਹੀਂ ਹੈ ਬਿਲਕੁਲ। ਇਸੇ ਲਈ ਇਹੀ ਚੀਜ਼ਾਂ ਡਾਕਟਰ ਅੰਬੇਦਕਰ ਨੇ ਕਿਹਾ ਸੀ ਵੀ ਇਟ ਇਜ਼ ਨਾਟ ਏ ਵਨ ਨੇਸ਼ਨ, ਇਟ ਇਜ਼ ਏ ਕੰਬੀਨੇਸ਼ਨ ਆਫ ਮੈਨੀ ਨੇਸ਼ਨਸ। ਇਹ ਕਨਵਰਜੈਂਸ ਹੋਈ ਆ, ਇਹ ਕਨਵਰਜੈਂਸ ਨੂੰ ਜੇ ਆਪਾਂ ਬਚਾ ਕੇ ਰੱਖਣਾ ਤਾਂ ਵੀ ਹੈਵ ਟੂ ਬੀ ਵੈਰੀ ਸੈਂਸਿਟਿਵ ਟੂ ਦਾ ਇੰਟਰਸਟ ਆਫ ਇੰਡੀਵਿਜੂਅਲ ਸਟੇਟਸ ਜੀ ਜੀ, ਬਿਲਕੁਲ ਬਿਲਕੁਲ। ਜਿਹੜਾ ਕਿ ਇਸ ਡੈਮ ਸੇਫਟੀ ਐਕਟ ਨੇ ਜਾਂ ਇਹਨਾਂ ਦੇ ਇਦੋਂ ਪਹਿਲੇ ਵੀ ਜਿਵੇਂ ਫਾਰਮ ਲਾਅ ਲਿਆਂਦੇ ਸੀ, ਉਹ ਹੁਣ ਜਿਵੇਂ ਮੱਧ ਪ੍ਰਦੇਸ਼ ਆ ਜੀ ਉਹਦੇ ਚ ਕਣਕ ਅੱਜ 4500 ਤੱਕ ਵੀ ਚਲੀ ਗਈ ਜੀ, ਉਹਨਾਂ ਲਈ ਫਾਰਮ ਲਾਅਸ ਵਧੀਆ ਨੇ, ਉਹਨਾਂ ਨੇ ਬਾਹਰ ਮੰਡੀ ਚ ਵੇਚਦੇ, ਸਰਕਾਰ ਨੂੰ ਨਹੀਂ ਵੇਚੀ ਕਣਕ ਜੀ, ਪਰ ਸਾਡੇ ਲਈ ਨਹੀਂ ਹੈਗਾ ਕਿਉਂਕਿ ਸਾਡੇ ਕੋਲ ਪੰਜਾਬ ਚ ਸਾਨੂੰ ਸਿਕਿਉਰਿਟੀ ਚਾਹੀਦੀ ਆ ਵੀ ਜੇ ਮੰਡੀਆਂ ਆ ਗਈਆਂ, ਸਾਨੂੰ ਇੱਥੇ ਡਰ ਹੀ ਇੰਨਾ ਪਾਤਾ ਕਿਸਾਨ ਜਥੇਬੰਦੀਆਂ ਵੀ ਜੇ ਮੰਡੀ ਇੱਥੇ ਆ ਗਈ ਆਪਣੀ ਫਸਲ ਕਿਸੇ ਨੇ ਚੱਕਣੀ ਨਹੀਂ, ਕਿਉਂਕਿ ਕੁਝ ਐਕਸਪੀਰੀਅੰਸਿਸ ਬੈਡ ਹੋਏ ਨੇ ਬਿਲਕੁਲ। ਪਰ ਪਿਛਲੀ ਵਾਰੀ ਕਪਾਹ ਵਿੱਚ ਨਰਮੇ ਵਿੱਚ ਚੰਗਾ ਵੀ ਹੋਇਆ ਕਿ ਨਰਮਾ ਜਿਹੜਾ 12,000 ਕੁਇੰਟਲ ਤੱਕ ਵੀ ਚਲਾ ਗਿਆ, ਜਿਹੜਾ ਕਿ ਆਮ 6-7-8,000 ਤੱਕ ਜਾਂਦਾ ਜੀ ਜੀ, ਜਿਹਦਾ ਨਿਰਧਾਰਤ ਜਿਹੜਾ ਮੁੱਲ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਉਹ 5,500-6,000 ਆ ਜੀ ਜੀ। ਪਰ ਇਹ ਮੰਡੀਆਂ ਦੇ ਮਤਲਬ ਕਿ ਇਹ ਚੀਜ਼ਾਂ ਦੀ ਬਜਾਏ ਆਪਾਂ ਨੂੰ ਜਿਵੇਂ ਡੈਮ ਸੇਫਟੀ ਐਕਟ ਆ, ਇੱਦਾਂ ਦੇ ਸੈਂਟਰਲਾਈਜ਼ਡ ਕਾਨੂੰਨ ਆ ਰਹੇ ਨੇ, ਉਹ ਪੰਜਾਬ ਲਈ ਗੁੱਡ ਨਹੀਂ, ਇਟ ਮਾਈਟ ਬੀ ਗੁੱਡ ਫॉर ਇੰਡੀਆ। ਇੱਥੇ ਡਿਸਪਿਊਟ ਚੱਲ ਰਹੇ ਨੇ ਡੈਮਸ ਦੇ, ਜਿਵੇਂ ਕੇਰਲਾ ਦਾ ਚੱਲ ਰਿਹਾ ਡਿਸਪਿਊਟ ਚੱਲ ਰਿਹਾ, ਕਿਸੇ ਦੋ ਸਟੇਟਾਂ ਦਾ, ਤਾਮਿਲਨਾਡੂ ਦਾ ਆਂਧਰਾ ਨਾਲ ਡਿਸਪਿਊਟ ਚੱਲ ਰਿਹਾ, ਕਰਨਾਟਕਾ ਨਾਲ ਡਿਸਪਿਊਟ ਚੱਲ ਰਿਹਾ ਜੀ, ਉੱਥੇ ਤੁਸੀਂ ਕਰੋ ਆਪਣੀ ਇੰਟਰਵੈਂਸ਼ਨ ਬਿਲਕੁਲ ਬਿਲਕੁਲ। ਭਾਖੜਾ ਤਾਂ ਸਾਡਾ ਡੈਮ ਆ, ਥੀਮ ਡੈਮ ਸਾਡਾ ਡੈਮ ਆ, ਰਣਜੀਤ ਸਾਗਰ ਡੈਮ ਸਾਡਾ ਡੈਮ ਆ, ਸਾਡੇ ਪਾਣੀਆਂ ਤੇ ਬਣਿਆ ਹੋਇਆ, ਸਾਡੇ ਦਰਿਆ ਨੇ, ਉਹ ਭਾਵੇਂ ਹਿਮਾਚਲ ਚ ਆਉਂਦੇ ਆ, ਲੰਘਦੇ ਤਾਂ ਸਾਡੇ ਵਿੱਚੋਂ ਆ ਨਾ ਬਿਲਕੁਲ ਬਿਲਕੁਲ ਬਿਲਕੁਲ। ਅਸੀਂ ਤਾਂ ਮੋੜ ਕੇ ਲਿਆਂਦੇ ਨਹੀਂ, ਕੁਦਰਤ ਨੇ ਦਿੱਤੇ ਆ ਸਾਨੂੰ ਬਿਲਕੁਲ। ਉਹ ਚੀਜ਼ਾਂ ਨੂੰ ਵੀ ਜੇ ਅਸੀਂ ਨਹੀਂ ਸੋਚਾਂਗੇ ਕਿ ਸਾਡੇ ਨੇ, ਇਹ ਵੀ ਕੇਂਦਰ ਦੇ ਨੇ, ਤਾਂ ਹੀ ਮੈਂ ਬਾਰ-ਬਾਰ ਆਪਣੀ ਜਦੋਂ ਵੀ ਗੱਲ ਹੁੰਦੀ ਆ ਜੀ ਮੈਂ ਕਹਿੰਦਾ ਕਿ ਦਿੱਲੀ ਦਾ ਸਿੱਖਾਂ ਨਾਲ ਤਾਂ ਵੈਰ ਰਿਹਾ ਜਾਂ ਉਹਨਾਂ ਦਾ ਪੰਜਾਬ ਨਾਲ ਮੁੱਢੋਂ ਵੈਰ ਰਿਹਾ, ਅੱਜ ਵੀ ਵੈਰ ਆ। ਅਕਾਲ ਤਖਤ ਦਾ ਜਥੇਦਾਰ ਵੀ ਇਹ ਕਹਿ ਰਿਹਾ ਕਿ ਸਾਨੂੰ ਦਿੱਲੀ ਤੋਂ ਕਦੀ ਠੰਡੀ ਹਵਾ ਦਾ ਬੁੱਲਾ ਨਹੀਂ ਆਇਆ ਔਰ ਜੇ ਹਾਲਾਤ ਜਿਸ ਤਰ੍ਹਾਂ ਦੇ ਹੈਗੇ ਸੰਭਾਵਨਾ ਵੀ ਕੋਈ ਨਹੀਂ ਹੈ, ਕੋਈ ਆਪਾਂ ਨੂੰ ਦੇਖੇਂਗੇ। ਆਪਣੇ ਜਿਹੜੇ ਜਨਮ ਸ਼ਤਾਬਦੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹ ਵੀ ਇਹ ਸਰਕਾਰਾਂ ਮਨਾਉਣ ਲੱਗ ਗਈਆਂ
ਬਿਲਕੁਲ ਬਿਲਕੁਲ। ਉਹ ਇਸ ਲਈ ਮਨਾ ਰਹੀਆਂ ਨੇ ਕਿਉਂਕਿ ਸਾਡੇ ਰਹਿਬਰਾਂ ਨੂੰ ਵੀ ਉਹ ਆਪਣੇ ਹਿੱਤਾਂ ਲਈ ਵਰਤਣਾ ਚਾਹੁੰਦੇ ਨੇ। ਐਜ਼ ਏ ਹਿੰਦ ਦੀ ਚਾਦਰ, ਉਹ ਹਿੰਦ ਦੀ ਚਾਦਰ ਲਈ ਸ਼ਹਾਦਤਾਂ ਨਹੀਂ ਦਿੱਤੀਆਂ, ਉਹਨਾਂ ਨੇ ਮਾਨਵਤਾ ਲਈ ਸ਼ਹਾਦਤਾਂ ਦਿੱਤੀਆਂ ਸੀ। ਡਰ ਭੈ ਤੋਂ ਮੁਕਤ ਕਰਨ ਲਈ ਬਿਲਕੁਲ ਮਨੁੱਖਤਾ ਨੂੰ ਇੱਕ ਸੰਦੇਸ਼ ਦਿੱਤਾ ਸੀ ਵੀ ਡਰ ਭੈ ਤੋਂ ਬਾਹਰ ਨਿਕਲੋ, ਆਪਣੀ ਆਤਮ ਨਿਰਭਰਤਾ ਵਾਲੀ ਜੀਵਨ ਜੋ, ਜਿਹਦੇ ਲਈ ਆਪਣੇ ਜੀਵਨ ਦੀ ਆਹੂਤੀ ਸ਼ਹਾਦਤ ਦੇਣੀ ਵੀ ਪਿਓ ਤਾਂ ਉੱਠ ਕੇ ਦਿਓ। ਬਿਲਕੁਲ। ਪਰ ਇਹ ਗੱਲ ਸਮਝ ਨਹੀਂ ਨਾ ਰਹੇ ਜੀ ਸਾਡੇ ਵਾਲੇ। ਜਦੋਂ ਸਾਡੇ ਵਾਲੇ ਨਹੀਂ ਸਮਝ ਰਹੇ, ਜਿਹੜੇ ਉਹਨਾਂ ਦੇ ਪਿਛਲੱਗ ਬਣ ਕੇ ਤੇ ਜਿਨ੍ਹਾਂ ਨੇ ਇਹ ਸਾਰੇ ਸਮਾਗਮ ਜਿਹੜੇ ਸਰਕਾਰ ਦੇ ਹੱਥਾਂ 'ਚ ਦਿੱਤੇ ਹੋਏ ਹੈ, ਸਿਰਫ ਆਪਦੇ ਲਾਲਚ ਬਸ। ਜਿਵੇਂ ਦਿੱਲੀ ਦੀ ਜਿਹੜੀ ਕਮੇਟੀ ਹੈ, ਉਹਨਾਂ ਨੇ ਚਿੱਠੀ ਲਿਖ ਕੇ ਪਹਿਲੀ ਵਾਰੀ ਹੋਇਆ ਕਿ 8 ਕਰੋੜ ਰੁਪਈਆ ਉਹਨਾਂ ਨੇ ਸਰਕਾਰ ਤੋਂ ਮੰਗਿਆ ਕਿ ਸਾਨੂੰ ਸ਼ਤਾਬਦੀ ਮਨਾਉਣ ਵਾਸਤੇ ਪੈਸੇ ਦਿੱਤੇ ਜਾਣ। ਵੀ ਅਸੀਂ ਇੰਨੇ ਕਦੋਂ ਕਦੇ ਲਾਚਾਰ ਹੋ ਗਏ ਹਾਂ ਵੀ ਅਸੀਂ ਆਪਦੇ ਗੁਰੂਆਂ ਦੇ, ਆਪਦੇ ਰਹਿਬਰਾਂ ਦੇ ਜਿਹੜੇ ਹੈ ਜਨਮ ਦਿਹਾੜੇ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਅਸੀਂ ਸਰਕਾਰਾਂ ਤੋਂ ਪੈਸੇ ਲੈ ਕੇ ਮਨਾਇਆ ਕਰਾਂਗੇ, ਜਦੋਂ ਕਿ ਅਸੀਂ ਤਾਂ ਪੂਰੇ ਵਰਲਡ ਦੇ ਵਿੱਚ ਸਾਡੀ ਪਹਿਚਾਣ ਜਿਹੜੀ ਇਸ ਤਰ੍ਹਾਂ ਦੀ ਹੈ ਵੀ ਅਸੀਂ ਤਾਂ ਪੱਲੋਂ ਖਰਚਣ ਵਾਲੇ ਹਾਂ। ਅਸੀਂ ਤਾਂ ਲੋਕਾਂ ਖਾਤਰ ਜਿਹੜਾ ਆਪਦਾ ਆਪ ਲੁਟਾਉਣ ਵਾਲੇ ਹਾਂ, ਆਪਦੀਆਂ ਜਾਨਾਂ ਤੱਕ ਕੁਰਬਾਨ ਕਰਨ ਵਾਲੇ ਹਾਂ। ਤੇ ਫਿਰ ਅਸੀਂ ਮੰਗ ਕੇ ਆਪਦੇ ਗੁਰੂਆਂ ਦੇ ਦਿਨ ਮਨਾਉਣ ਲੱਗ ਪਏ ਤਾਂ ਫਿਰ ਇਹ ਤੋਂ ਮਾੜੀ ਗੱਲ ਹੋ ਵੀ ਕੀ ਸਕਦੀ ਹੈ ਜੀ। ਹਾਂ, ਮਤਲਬ ਕਿ ਇਹ ਸੋਚ ਦੀ ਤਾਂ ਕਮੀ ਆਈ ਹੈ। ਬਿਲਕੁਲ। ਮਤਲਬ ਕਿ ਸਮੇਂ ਨਾਲ ਸਿੱਖਾਂ ਦੇ ਵਿੱਚ, ਮੈਂ ਤੁਹਾਨੂੰ ਹੁਣ ਗੱਲ ਆਪਣੀ ਚੱਲੀ ਹੈਗੀ ਆ 1940 ਤਾਂ ਉਸ ਤੋਂ ਪਹਿਲੇ ਜਦੋਂ ਸਿੱਖਾਂ ਦਾ ਸੰਘਰਸ਼ ਚੱਲ ਰਿਹਾ ਸੀ, ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲੇ ਜੀ, ਤਾਂ 1937 ਵਿੱਚ ਐਕਟਿਵ ਪੋਲਿਟਿਕਸ ਅਕਾਲੀ ਦਲ ਆਇਆ ਜੀ, ਵਿਦ ਡਿਊਲ ਮੈਂਬਰਸ਼ਿਪ ਵਿਦ ਦਾ ਕਾਂਗਰਸ ਜੀ। ਸਰਦਾਰ ਅਜੀਤ ਸਿੰਘ ਸੰਧੂ ਹੋਏ ਨੇ ਜਿਹੜੇ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸੀਗੇ। ਬਿਲਕੁਲ ਜੀ। ਜਿਨ੍ਹਾਂ ਨੇ ਪਹਿਲੇ ਪੂਰਨ ਸਵਰਾਜ ਦਾ ਨਾਅਰਾ ਲਾਇਆ ਸੀ 1907 ਵਿੱਚ ਜੀ, 1800 ਦੇ ਅਖੀਰ ਤੋਂ ਲੈ ਕੇ 1907 ਵਿੱਚ। ਨਾਲ ਸਰਦਾਰ ਕਿਸ਼ਨ ਸਿੰਘ ਜੀ ਸੀਗੇ ਜਿਹੜੇ ਸਰਦਾਰ ਭਗਤ ਸਿੰਘ ਦੇ ਪਿਤਾ ਜੀ ਸੀਗੇ ਜੀ। ਉਹਨਾਂ ਨੇ ਨਾਅਰਾ ਦਿੱਤਾ ਸੀ ਪਗੜੀ ਸੰਭਾਲ ਜੱਟਾਂ ਜੀ। ਬੜਾ ਮਸ਼ਹੂਰ ਹੋਇਆ ਇਹ ਅੱਜ ਵੀ। ਬਿਲਕੁਲ। ਸਾਈਕੋਲੋਜੀ ਦੇ ਵਿੱਚ, ਸਿੱਖਾਂ ਦੀ ਸਾਈਕੋਲੋਜੀ ਵਿੱਚ ਅੱਜ ਵੀ ਇਹ ਵੀ ਬੜੀ ਮਹੱਤਤਾ ਜੀ। ਪਰ ਇਹਦੀ ਮਹੱਤਤਾ ਤੁਸੀਂ ਇਹ ਦੇਖ ਲਓ ਕਿ ਜਿਹੜਾ ਪ੍ਰੈਜ਼ੈਂਟ ਕਾਂਗਰਸ ਦਾ ਪ੍ਰਧਾਨ ਬਣਿਆ ਰਾਜਾ ਅਮਰਿੰਦਰ ਸਿੰਘ ਵੜਿੰਗ ਜੀ, ਜਦੋਂ ਉਹਨੇ ਤਾਜਪੋਸ਼ੀ ਲਈ ਉਹਨੇ ਪੱਗ ਦੀ ਬਜਾਏ ਟੋਪੀ ਰੱਖੀ ਸੀ। ਬਿਲਕੁਲ। ਮੈਂ ਉਹ ਵੀ ਪੰਜਾਬ ਦੇ ਵਿੱਚ, ਪੰਜਾਬ ਵਿੱਚ ਜੀ। ਇਹ ਗੱਲ ਵੀ ਛੱਡੋ, ਜਦੋਂ 1937 ਵਿੱਚ ਜਾਂ ਉਸ ਤੋਂ ਬਾਅਦ, ਕਿਉਂਕਿ ਸਰਦਾਰ ਅਜੀਤ ਸਿੰਘ ਸੰਧੂ ਕਾਲੇ ਪਾਣੀਆਂ ਦੀ ਸਜ਼ਾਵਾਂ ਵੀ ਕੱਟੀਆਂ ਉਹਨਾਂ ਨੇ। ਉੱਥੋਂ ਫਿਰ ਜਦੋਂ ਰੌਲਾ ਪਿਆ 1907 ਦਾ, ਉਹਨਾਂ ਨੇ ਸਟਰਗਲ ਕਿਸਾਨੀ ਨੂੰ, ਉਹਨਾਂ ਨੇ ਹੱਕ ਲੈ ਕੇ ਦਿੱਤੇ ਸੀ ਜ਼ਮੀਨਾਂ ਦੇ ਜੀ। ਨਹੀਂ, ਗੋਰਿਆਂ ਕੋਲੇ ਹੱਕ ਹੁੰਦੇ ਸੀ, ਉਹ ਸਿਰਫ ਵਾਹੁਣ ਲਈ ਤੁਹਾਨੂੰ ਜ਼ਮੀਨ ਦਿੰਦੇ ਸੀ, ਜਦੋਂ ਚਾਹੁੰਦੇ ਸੀ ਤੋਂ ਲੈ ਸਕਦੇ ਸੀ। ਉਦੋਂ ਪਗੜੀ ਸੰਭਾਲ ਜੱਟਾਂ ਦੇ ਅੰਦੋਲਨ ਦੌਰਾਨ ਹੀ ਉਦੋਂ ਪਹਿਲੀ ਵਾਰ ਆਪਾਂ ਨੂੰ ਹੱਕ ਮਿਲੇ ਸੀ ਵੀ ਚਲੋ ਜਿਹੜੇ ਤੁਸੀਂ ਟੈਨਰਸ ਹੈਗੇ ਆ ਤੁਹਾਨੂੰ ਮਾਲਕੀ ਮਿਲ ਜੂ ਜੀ। ਉਸ ਤੋਂ ਬਾਅਦ ਅੰਗਰੇਜ਼ ਉਸ ਦੌਰਾਨ ਇਹਨੂੰ ਫੜ ਵੀ ਲਿਆ ਗਿਆ ਸੀ ਸਰਦਾਰ ਅਜੀਤ ਸਿੰਘ ਸੰਧੂ ਨੂੰ। ਫਿਰ ਦਬਾਅ ਪੈਣ ਕਰਕੇ ਲੋਕਾਂ ਦਾ ਇਹਨਾਂ ਨੂੰ ਛੱਡਤਾ ਸੀ। ਉਸ ਤੋਂ ਬਾਅਦ ਇਹ ਦੇਸ਼ ਚੋਂ ਭੱਜ ਗਏ ਸੀ ਜੀ। ਇਹ ਅੱਡ ਦੇਸ਼ਾਂ 'ਚ ਫਿਰਦੇ ਰਹੇ। 40 ਸਾਲ ਬਾਅਦ ਇਹ ਘੁੰਮ ਕੇ ਵਾਪਸ ਆਏ, ਪਰ ਰਹੇ ਮਤਲਬ ਕਿ ਸੰਘਰਸ਼ ਦੇ ਵਿੱਚ ਹੀ ਜੀ। ਕਿਸੇ ਸਿੱਖ ਲੀਡਰ ਨੇ, ਕਿਸੇ ਨੇ ਪੁੱਛਣਾ ਨਹੀਂ ਚਾਹਿਆ ਜੀ ਕਿ ਆਪਾਂ ਅਜੀਤ ਸਿੰਘ ਸੰਧੂ ਦੀ ਵੀ ਸਲਾਹ ਲੈ ਲਈਏ ਜੀ। ਉਹ ਅੰਤਿਮ ਸਵਾਸ ਉਹਨੇ 15 ਅਗਸਤ 1947 ਨੂੰ ਡਲਹੌਜ਼ੀ ਦੇ ਵਿੱਚ ਚੁੱਪ-ਚਪੀਤਿਆਂ ਦਿੱਤੇ, ਜਦੋਂ ਭਾਰਤ ਆਜ਼ਾਦ ਹੋ ਰਿਹਾ ਸੀ। ਉਹ ਵਿਚਾਰਾ ਦੁਨੀਆ ਤੋਂ ਆਜ਼ਾਦ ਹੋ ਰਿਹਾ ਸੀ ਜੀ। ਅੱਜ ਤੱਕ ਕੋਈ ਯਾਦ ਵੀ ਨਹੀਂ ਕਰਦਾ। ਬਿਲਕੁਲ। ਕਿਸੇ ਨੂੰ ਪਤਾ ਵੀ ਨਹੀਂ ਹੋਣਾ ਵੀ ਕੋਈ ਅਜੀਤ ਸਿੰਘ ਸੰਧੂ। ਇਹ ਮੈਂ ਗੱਲ ਤਾਂ ਕਹੀ ਆ ਵੀ ਤੁਸੀਂ ਕਹਿੰਦੇ ਕਿ ਆਪਣੀ ਸੋਚ ਨੂੰ ਪੈਸੇ ਮੰਗਣੇ ਪੈ ਗਏ ਜੀ। ਇਹ ਸੋਚ ਨਹੀਂ, ਇਹ ਕਮਜ਼ੋਰੀ, ਬੇਬਸੀ ਦੀਆਂ ਨਿਸ਼ਾਨੀਆਂ ਨੇ ਜੀ। ਜੇ ਖਾਲਸਾ ਏਡ ਵਾਲੇ ਜਾ ਕੇ ਸੀਰੀਆ ਦੇ ਬਾਰਡਰ ਤੇ ਜੀ ਆਪਣੇ ਲੰਗਰ ਲਾ ਸਕਦੇ ਆ, ਯੂਕਰੇਨ ਵਿੱਚ ਜਾ ਕੇ ਲੰਗਰ ਲਾ ਸਕਦੇ ਆ ਜੀ, ਤੇ ਉਹਨਾਂ ਨੂੰ ਇੱਥੇ ਜਹਾਂਗੀਰਪੁਰੀ ਨਹੀਂ ਦਿੰਦੀ ਦਿੱਲੀ ਵਿੱਚ ਜੀ। ਬਿਲਕੁਲ। ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੀਦੀ ਨਹੀਂ ਵੀ ਕਿੰਨੀ ਬੇਬਸੀ ਅੱਜ ਮੁਸਲਮਾਨਾਂ 'ਚ। ਜੀ ਬਿਲਕੁਲ। ਇਹ ਵੀ ਇਨਸਾਨ ਹੀ ਨੇ ਨਾ। ਬਿਲਕੁਲ। ਜੇ ਅੱਜ ਘੰਟੀ ਇਹਨਾਂ ਦੇ ਗਲ 'ਚ ਵੱਜ ਪਈ ਆ ਨਾ, ਉਹ ਕੱਲ ਨੂੰ ਘੰਟੀ ਆਪਣੇ ਤੇ ਵੀ ਪੈਣੀ ਆ। ਕੋਈ ਬੰਦਾ ਇਹ ਨਾ ਸੋਚੇ ਕਿ ਮੈਂ ਤਾਂ ਇੱਕ
ਟਾਪੂ ਤੇ ਰਹਿਣਾ, ਮੇਰੇ ਆਲੇ ਦੁਆਲੇ ਕੁਛ ਨਹੀਂ ਹੋਣਾ ਜੀ। No man ever lives in an island and no man should think he's a island. ਬਿਲਕੁਲ, ਅਸੀਂ ਇੱਕ ਧਿਰ ਗਵਾ ਰਹੇ ਹਾਂ। ਮੈਂ ਤਾਂ ਹਾਂ ਵੀ ਜੇ ਬੈਲ, if the bell is ringing today ਜੀ, tolling for Muslims, one day ਜੀ it will toll for us too. ਬਿਲਕੁਲ ਬਿਲਕੁਲ, ਆਪਣੇ ਗਲਾਂ 'ਚ ਵੀ ਘੰਟੀਆਂ ਪੈਣੀਆਂ, ਬਿਲਕੁਲ ਪੈਣਗੀਆਂ, ਬਿਲਕੁਲ। ਉਹੀ ਨਾ, ਮੈਂ ਅਸੀਂ ਇੱਕ ਧਿਰ ਜਿਹੜੀ ਕਿ ਜੇ ਅੱਜ ਅਸੀਂ ਬੋਲਾਂਗੇ ਤਾਂ ਕੱਲ ਨੂੰ ਸਾਡੇ ਨਾਲ ਵੀ ਕੋਈ ਬੋਲਣ ਵਾਲਾ ਹੋਊਗਾ, ਔਰ ਉਹ ਧਿਰ ਅਸੀਂ ਜਿਹੜੀ ਹੈ ਉਹ ਮਰਵਾ ਰਹੇ ਹਾਂ, ਹੱਥੀਂ ਮਰਵਾ ਰਹੇ ਹਾਂ ਸਾਹਮਣੇ ਵੇਖ ਕੇ। ਹਾਂਜੀ ਹਾਂਜੀ ਜੀ। ਗਿੱਲ ਸਾਹਿਬ, ਅਸੀਂ ਜਾਣਨਾ ਚਾਹਾਂਗੇ ਕਿ ਕਿਉਂਕਿ ਪੰਜਾਬ ਦੀ ਜਿਹੜੇ ਸੰਦਰਭ ਹੈ ਉਹ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਪਾਣੀ ਤੋਂ ਬਿਨਾਂ ਸਾਡੇ ਪੱਲੇ ਕੁਛ ਨਹੀਂ ਗਾ। ਖੇਤੀ, ਪਾਣੀ ਜਿਹੜੀ ਹੈ, ਦੋ ਹੀ ਚੀਜ਼ਾਂ ਸਾਡੇ ਕੋਲ ਹੈ ਜਿਹੜੇ ਸਾਡੇ ਜੀਵਨ ਨਿਰਵਾਹ ਵਾਸਤੇ ਅਸੀਂ ਆਪਦਾ ਕਹਿ ਸਕਦੇ ਹਾਂ ਜਿਹਨੂੰ। ਲੇਕਿਨ ਇਸ ਇਸੇ 'ਤੇ ਡਾਕਾ ਪੈਂਦਾ ਇਹਨੂੰ ਇਸ ਸੰਦਰਭ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਜਾਂ ਕੀ ਭਵਿੱਖ 'ਚ ਹੋਣ ਦੀ ਸੰਭਾਵਨਾ ਹੈ, ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਪੰਜਾਬ ਦਾ ਜਿਹੜਾ ਨਾ ਪਾਣੀ ਤਾਂ ਪੰਜਾਬ 'ਚ ਰਹਿਣਾ, ਮਤਲਬ ਕਿ ਜਿਹੜਾ ਜਿੰਨਾ ਹੈਗਾ, ਕਿਉਂਕਿ ਜਿਹੜੇ এনवायरमेंटलिस्ट ਨੇ ਉਹ ਇਹ ਬਾਰ-ਬਾਰ ਕਹਿ ਰਹੇ ਨੇ ਜੀ ਕਿ ਜਿਹੜੀਆਂ ਨਦੀਆਂ ਨੇ ਮਰ ਰਹੀਆਂ ਨੇ ਜੀ, ਇਹ ਸੁੱਕ ਰਹੀਆਂ ਨੇ ਜੀ ਜੀ, ਕਿਉਂਕਿ ਜਿਸ ਤਰ੍ਹਾਂ ਦੀ ਕੰਜ਼ਰਵੇਸ਼ਨ ਜਾਂ ਉਹਨਾਂ ਦੀ এনवायरमेंट ਫ੍ਰੈਂਡਲੀ ਐਟੀਟਿਊਡ ਗਵਰਨਮੈਂਟਸ ਤੇ ਹੋਣੇ ਚਾਹੀਦੇ ਸੀ ਜੀ ਜੀ, ਜਾਂ ਜਿਹੜੇ ਇੱਥੇ ਇੰਡੀਵਿਜੂਅਲ ਸਿਟੀਜ਼ਨਸ ਨੇ ਉਹਨਾਂ ਦੇ ਫਰਜ਼ ਹੋਣੇ ਚਾਹੀਦੇ ਸੀ, ਉਹ ਨਹੀਂ ਨਿਭਾ ਰਹੇ ਜੀ ਜੀ। ਉਹ ਇੱਕ ਤਰ੍ਹਾਂ ਨਾਲ ਉਹਨੂੰ ਵੇਸਟੇਜ ਸਮਝ ਰਿਹਾ ਵੀ ਸਾਡਾ ਜਿਹੜਾ ਵੇਸਟ ਯਾਰਡ ਆ ਇਹ ਜਿਹੜੀਆਂ ਨਦੀਆਂ ਨੇ ਜੀ, ਜਦ ਕਿ ਨਦੀਆਂ ਸਾਡੀ ਲਾਈਫ ਨੇ ਜੀ। ਇਹ ਸਾਡਾ ਸਿਰਫ ਸਾਡਾ ਗੰਦ ਚੱਕਣ ਲਈ ਨਹੀਂ ਬਣੀਆਂ ਹੋਈਆਂ, ਇਹ ਸਾਡੀ ਲਾਈਫ ਆ ਜੀ। ਇਹਦੇ ਰਾਹੀਂ ਸਾਨੂੰ ਜਿਹੜੀ ਆਵੋ ਹਵਾ ਦਾ ਇੱਕ ਹਿੱਸਾ, ਜਿਹਦੇ ਬਾਰੇ ਨਾਨਕ ਪਾਤਸ਼ਾਹੀ ਨੇ ਵੀ ਬੜੀ ਪੂਰੀ ਤਰ੍ਹਾਂ ਇਸ ਤੇ ਤਵੱਜੋ ਦਿੱਤੀ ਸੀ ਜੀ, ਕਿ ਜਿਹੜੀ ਆਵੋ ਹਵਾ ਹੈਗੀ ਹੈ ਇਹ ਸਾਡਾ ਜੀਵਨ ਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੀ। ਇਹ ਜਿਹੜੀ ਚੀਜ਼ ਹੈਗਾ, ਪਾਣੀ ਤਾਂ ਚਲੋ ਥੋੜਾ ਰਹੇ ਬਹੁਤਾ ਰਹੂ, ਪਰ ਇਹਦਾ ਪ੍ਰਬੰਧ ਨਹੀਂ ਸਾਡੇ ਕੋਲ ਰਹਿਣਾ। ਉਹੀ ਨਾ ਜੀ, ਇਹਨੂੰ ਕਿਸ ਹੁਣ ਤੱਕ ਜੀ ਸਰਦਾਰੀ ਸੀ ਸਾਡੀ ਜਿਹੜੀ, ਉਹ ਭਵਿੱਖ 'ਚ ਰਹਿਣੀ ਨਹੀਂ ਨਾ ਜੀ, ਕਿੱਥੇ ਮਰਜ਼ੀ ਇਹਨੂੰ ਭੇਜਿਆ ਜਾ ਸਕਦਾ। ਹਾਂ, ਸਰਦਾਰੀ ਤਾਂ ਆਪਾਂ 90% ਤਾਂ 1966 'ਚ ਹੀ ਲਿਖ ਕੇ ਦੇ ਦਿੱਤੀ ਸੀ ਜੀ। ਸਿਰਫ ਇੱਕ ਆਪਣੀ ਰਾਜਨੀਤਿਕ ਚੌਧਰ ਲਈ ਆਪਾਂ ਪੰਜਾਬੀ ਸੂਬਾ ਲਿਆ ਜੀ, ਉਹ ਵੀ ਅਧੂਰਾ ਲਿਆ ਜੀ, ਜਿਹਦੀ ਘਿੱਚ ਚੱਲਦੀ ਨੇ ਸਾਨੂੰ 1984 ਦੇ ਦੌਰ 'ਚ ਲਿਆ ਖੜਾ ਕੀਤਾ ਜੀ। ਉਹਨੇ ਸਾਡਾ ਦਰਬਾਰ ਸਾਹਿਬ ਤੱਕ ਅਸੀਂ ਢਵਾ ਲਿਆ ਜੀ, ਤਾਂ ਵੀ ਅੱਜ ਅਸੀਂ ਅਧੂਰੇ ਦੇ ਅਧੂਰੇ ਹਾਂ ਜੀ। ਹੁਣ ਤਾਂ ਸਾਡੀ ਨੁਮਾਇੰਦਾ ਜਮਾਤ ਵੀ ਜਿਹੜੀ ਆਪਣੇ ਆਪ ਨੂੰ ਦਾਅਵਾ ਕਰਦੀ ਸੀ ਕਿ ਸਿੱਖਾਂ ਦੀ ਨੁਮਾਇੰਦਾ, ਉਹ ਆਪ ਆਪਣੇ ਸਾਹ ਭਰ ਰਹੀ ਆ ਕਿ ਸਾਹ ਹੈਗੇ ਆ ਜਾਂ ਨਹੀਂ ਹੈਗੇ ਜੀ। ਇੱਥੋਂ ਤੱਕ ਇਹ ਸਥਿਤੀ ਜਿਹੜੀ ਆ, ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਆਉਂਦੇ ਨੇ ਜੀ, ਜਿਵੇਂ SYL ਦਾ ਟੱਕ ਲੱਗਿਆ ਸੀ 1980 ਤੋਂ ਬਾਅਦ ਜੀ, ਉਹ ਇੱਕ ਟੱਕ ਨਹੀਂ ਸੀਗਾ, ਉਹ ਹਜ਼ਾਰਾਂ ਟੱਕ ਸਾਡੇ ਸਰੀਰ ਤੇ ਲੱਗੇ ਸੀ ਜੀ। ਬਿਲਕੁਲ। ਹੁਣ ਤਾਂ ਵੱਡਾ ਮਤਲਬ ਕਿ ਇਹਨਾਂ ਨੇ ਡੂੰਘਾ ਵਾਰ ਮਾਰਿਆ, ਉਹ ਟੱਕ ਜਿਹੜੇ ਕਹਿ ਸਕਦੇ ਕੱਟ ਬਣ ਕੇ ਆਏ ਆ ਸਾਡੇ ਸਰੀਰ ਤੇ। ਹਾਂ, ਉਹ ਤਾਂ ਚਲੋ ਉਦੋਂ ਵੀ ਵੱਡੀ ਗੱਲ ਆ ਕਿ ਪੰਜਾਬ 'ਚ ਅੱਜ ਮੁਰਦਿਆਂ ਵਾਲੀ ਸ਼ਾਂਤੀ ਆ, ਕੋਈ ਬੋਲਿਆ ਹੀ ਨਹੀਂ ਹੈ ਜੀ। ਬਿਲਕੁਲ ਬਿਲਕੁਲ ਬਿਲਕੁਲ। ਕਿਸੇ MP ਨੇ ਅੱਜ ਤੱਕ ਜ਼ਿਕਰ ਨਹੀਂ ਕੀਤਾ। ਤੁਸੀਂ ਪਾਰਲੀਮੈਂਟ 'ਚ ਜਾਣੇ, ਈਵਨ ਪ੍ਰੈਜ਼ੈਂਟ ਚੀਫ ਮਿਨਿਸਟਰ 8 ਸਾਲ ਪਾਰਲੀਮੈਂਟ ਵਿੱਚ ਰਿਹਾ ਜੀ, ਮਤਲਬ ਕਿ ਇਹਨਾਂ ਨੇ ਇਸ ਇਸ਼ੂ ਬਾਰੇ ਕਦੀ ਡਿਸਕਸ ਹੀ ਨਹੀਂ ਕੀਤਾ ਪੰਜਾਬ 'ਚ ਵੀ ਇੱਦਾਂ ਦੀ ਕੋਈ ਵਿਉਂਤ ਚੱਲ ਰਹੀ ਹੈ ਇੰਡੀਅਨ ਪਾਰਲੀਮੈਂਟ 'ਚ। ਪ੍ਰੈਸ ਤਾਂ ਚਲੋ ਮੈਂ ਮੰਨਦਾ ਕਿ ਉਹਨਾਂ ਦੇ ਕੰਟਰੋਲ ਥੱਲੇ ਆ ਜੀ। ਹੁਣ ਵੀ ਇਹ ਇਸ਼ੂ ਉਦੋਂ ਬਾਹਰ ਆਇਆ ਜਦੋਂ ਹਰਕਮਲਜੀਤ ਸਿੰਘ ਨੇ ਅਜੀਤ ਅਖਬਾਰ ਫਰੰਟ 'ਚ ਲਿਖਿਆ, ਉਹਨੇ ਵੀ ਇਹ ਖਾਦਸ਼ਾ ਜ਼ਾਹਰ ਕੀਤਾ ਵੀ ਪੰਜਾਬ 'ਚ ਚੁੱਪ ਕਿਉਂ ਆ ਜੀ, ਪੰਜਾਬ ਦੀ ਸਿਆਸੀ ਜਮਾਤ ਕਿਉਂ ਚੁੱਪ। ਉਹਨੇ ਇਕੱਲਾ ਇੱਕ ਪਾਰਟੀ ਨੂੰ ਨਹੀਂ ਕਿਹਾ, ਉਹਨੇ ਸਾਰਿਆਂ ਨੂੰ ਇਹ ਕਿਹਾ ਜੀ ਜੀ, ਐਜ਼ ਏ ਪੱਤਰਕਾਰ ਜੀ। ਬਿਲਕੁਲ। ਤੇ ਬੜਾ ਸੂਝਵਾਨ ਪੱਤਰਕਾਰ ਆ ਉਹ, ਪੁਰਾਣਾ ਪੱਤਰਕਾਰ ਆ ਜੀ। ਉਹਨੇ ਮਤਲਬ ਲੰਮੀ ਉਹਦੀ ਮਤਲਬ ਕਿ ਇਸ ਚੀਜ਼ ਨਾਲ ਸੰਜੀਦਗੀ ਨਾਲ ਪੰਜਾਬ ਦੇ ਇਸ਼ੂਸ ਨੂੰ ਉਹਨੇ ਡੀਲ ਕੀਤਾ ਹੈਗਾ ਜੀ। ਇਹ ਚੀਜ਼ ਉੱਠ ਕੇ ਸਾਹਮਣੇ ਆਈ ਹੈ, ਇਹਦੇ 'ਚ ਇੰਗਲਿਸ਼ ਪੇਪਰ ਹਿੰਦੂ ਵਗੈਰਾ ਵਿੱਚ ਆਇਆ ਸੀ, ਪਰ ਇੰਨੀ ਸੀਰੀਅਸਨੈਸ ਨਾਲ ਨਹੀਂ ਆਇਆ ਜੀ ਕਿ ਇਹ ਇੱਕ ਨੈਸ਼ਨਲ ਇਸ਼ੂ ਬਣੇ। ਤੇ ਜਦ ਕਿ ਪੰਜਾਬ ਵਿੱਚ ਤਾਂ ਸ਼ੁੱਡ ਹੈਵ ਬੀਨ ਦਾ ਮੇਨ ਇਸ਼ੂ ਜੀ।
ਇਸ ਚੀਜ਼ ਦੀ ਆ ਫਾਲ ਆਊਟ ਹੋਈ ਆ ਜੀ ਜੀ ਇੰਨੇ ਹੁਣ ਇਹਨਾਂ ਨੇ ਸਹਿ ਕੇ ਲੋਕਾਂ ਦਾ ਜਿਹੜਾ ਸੀ ਨਾ ਸਹਿਨਸ਼ੀਲਤਾ ਹੀ ਇੰਨੀ ਵੱਧ ਗਈ ਕਿ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਆ। ਜੀ ਜੀ ਬਿਲਕੁਲ। ਗਿੱਲ ਸਾਹਿਬ, ਅਸੀਂ ਇਹਨੂੰ ਜਿਸ ਤਰ੍ਹਾਂ ਖਦਸ਼ਾ ਜ਼ਾਹਰ ਕੀਤਾ ਸੀ ਜਦੋਂ 3 ਕਾਲੇ ਖੇਤੀ ਕਾਨੂੰਨ ਬਣੇ ਆ, ਉਦੋਂ ਇੱਕ ਇਨਵੋਲਵਮੈਂਟ ਜਿਹੜੀ ਸ਼ੋਅ ਹੋਈ ਸੀ ਵਿੱਚ ਵੀ ਜਿਹੜੇ ਕਾਰਪੋਰੇਟ ਘਰਾਣੇ ਆ ਵੀ ਉਹ ਇਸ ਤੇ ਕਬਜ਼ਾ ਕਰਨਾ ਚਾਹੁੰਦੇ ਆ, ਜਾਂ ਸਰਕਾਰ ਕਹਿ ਦਈਏ ਵੀ ਪਰੋਸਣਾ ਚਾਹੁੰਦੀ ਹੈ ਉਹਨਾਂ ਦੇ ਅੱਗੇ ਸਾਡੀ ਖੇਤੀ ਨੂੰ। ਇਹ ਜਿਹੜਾ ਪਾਣੀਆਂ ਦਾ ਮਸਲਾ ਹੋਇਆ, ਜਿਹੜਾ ਐਕਟ ਬਣਿਆ, ਇਹਦੇ ਵਿੱਚ ਵੀ ਕਿਤੇ ਕਾਰਪੋਰੇਟ ਦੀ ਇਨਵੋਲਵਮੈਂਟ ਸ਼ੋਅ ਹੁੰਦੀ ਹੈ ਜੀ, ਜਾਂ ਸੰਭਾਵਨਾ ਕਹੀ ਜਾ ਸਕਦੀ ਹੈ ਕਿ ਭਵਿੱਖ ਦੇ ਵਿੱਚ ਇਹ ਪਾਣੀਆਂ ਦਾ ਮਸਲਾ ਵੀ ਕਾਰਪੋਰੇਟ ਦੇ ਕਿਤੇ ਕਿਸੇ ਤਰੀਕੇ ਨਾਲ ਉਹਨਾਂ ਦੇ ਘੇਰੇ ਜਾ ਸਕਦਾ ਜੀ, ਜਾਂ ਉਹਨਾਂ ਵਾਸਤੇ ਕੀਤਾ ਜਾ ਰਿਹਾ? ਜਿਹੜੇ ਹਿਮਾਚਲ ਵਿੱਚ ਕੁਛ ਨਾ ਲੱਗੇ ਨੇ, ਮਤਲਬ ਕਿ ਟਰਬਾਈਨਸ ਵਗੈਰਾ ਲੱਗੀਆਂ ਨੇ ਦਰਿਆਵਾਂ ਤੇ ਜੀ, ਉਹ ਪ੍ਰਾਈਵੇਟ ਪਲੇਅਰਸ ਕੋਲੇ ਨੇ ਜੀ। ਜਿਹੜੇ 5 ਆਟੋਨੋਮਸ ਬੋਰਡ ਸੀਗੇ, ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜੀ, 2 ਜਿਹੜੇ ਥਰਮਲ ਪਾਵਰ ਪ੍ਰੋਜੈਕਟਸ ਨੇ ਜਿਹੜੇ ਰਿਵਰ ਵਾਟਰਸ ਤੇ ਬਣੇ ਨੇ, ਉਹ ਕਾਰਪੋਰੇਟ ਘਰਾਣਿਆਂ ਦੇ ਆ ਜੀ। ਜੇ ਸੈਂਟਰਲ ਆਪਣੇ ਹੱਥ ਖਿੱਚੂਗਾ ਜੀ, ਕਿਉਂਕਿ ਹੁਣ ਉਹਨਾਂ ਕੋਲੇ ਅਧਿਕਾਰ ਆ ਵੀ ਕਿਵੇਂ ਚਲਾਉਣਾ ਕੰਮ ਜੀ, ਤਾਂ ਉਹ ਇਹਨੂੰ ਅਡਾਨੀ ਪਾਵਰ ਵੀ ਬਣਾ ਸਕਦਾ, ਉਹ ਇਹਨੂੰ ਅਬਾਨੀ ਪਾਵਰ ਵੀ ਬਣਾ ਸਕਦਾ, ਜਾਂ ਟਾਟਾ ਪਾਵਰ ਬਣਾ ਸਕਦਾ। ਉਹ ਉਹਨਾਂ ਦਾ ਅਖਤਿਆਰ ਖੇਤਰ 'ਚ ਆ ਵੀ ਅਸੀਂ ਪ੍ਰਾਈਵੇਟਾਈਜੇਸ਼ਨ ਵੱਲ ਵਧਣਾ, ਅਸੀਂ ਆਪਣੀ ਸਟੇਟ ਦਾ ਵਿੱਚੋਂ ਹੱਥ ਖਿੱਚਣਾ ਜੀ। ਜਿਸ ਤਰ੍ਹਾਂ ਪੰਜਾਬ ਵਿੱਚ ਪਾਵਰ ਪ੍ਰੋਜੈਕਟਸ ਵਿੱਚ ਹੋਇਆ, ਇਹਨਾਂ ਨੇ ਜਿਹੜਾ ਬਿਜਲੀ ਬੋਰਡ ਸੀਗਾ ਉਹਨੂੰ ਇੰਨਾ ਕਮਜ਼ੋਰ ਕਰਤਾ ਕਿ ਉਹ ਆਪਣੇ ਹੋਰ ਕੋਈ ਨਾ ਤਾਂ ਜਿਹੜੇ ਉਹਦੇ ਕੋਲ ਪਾਵਰ ਪਲਾਂਟ ਸੀਗੇ ਉਹਨਾਂ ਦੀ ਸੰਭਾਲ ਕਰ ਸਕਿਆ। ਜਿਵੇਂ ਬਠਿੰਡੇ ਦਾ ਥਰਮਲ ਪਲਾਂਟ ਢੋਣਾ ਪਿਆ, ਉਹ ਪਹਿਲੇ ਬਿਜਲੀ ਬੋਰਡ ਥੱਲੇ ਸੀ ਜੀ, ਨਾ ਰੋਪੜ ਦਾ ਸਾਂਭ ਸਕਿਆ ਉਹਦੀ ਥਾਂ ਤੇ ਫਿਰ ਪ੍ਰਾਈਵੇਟ ਪਲੇਅਰਸ ਆ ਗਏ। ਉਹਨਾਂ ਨਾਲ ਇਹਨਾਂ ਨੇ ਇਦਾਂ ਦੇ ਕਾਂਟਰੈਕਟਸ ਕਰ ਲਏ ਜੀ ਕਿ ਚਾਹੇ ਉਹ ਤੋਂ ਬਿਜਲੀ ਲਓ ਚਾਹੇ ਨਾ ਲਓ, ਤੁਹਾਨੂੰ ਪੈਸੇ ਬਜਮੇ ਦੇਣੇ ਹੀ ਪੈਣੇ ਆ ਜੀ ਜੀ ਜੀ, ਉਹ ਵੀ ਦਰਾਂ ਤੋਂ ਕਿਤੇ ਵੱਧ ਜੀ। ਜਿੰਨਾ ਉਤਪਾਦਨ ਤੇ ਮੁੱਲ ਖਰਚ ਨਹੀਂ ਆਉਂਦਾ ਉਦੋਂ ਵੱਧ ਦਿੰਦੇ ਆ। ਆਹ ਚੀਜ਼ ਜਿਹੜੀ ਆਉਣ ਵਾਲੇ ਟਾਈਮਸ ਇਟਸ ਅਪ ਟੂ ਦਾ ਗਵਰਨਮੈਂਟ ਜੀ। ਜੇ ਗਵਰਨਮੈਂਟ 에ਅਰ ਇੰਡੀਆ ਵੇਚ ਸਕਦਾ ਜੀ, ਇੰਡੀਅਨ ਰੇਲਵੇਜ਼ ਤੱਕ ਨੂੰ ਵੇਚਣ ਲਈ ਸੋਚ ਰਿਹਾ ਜੀ, ਤਾਂ ਫਿਰ ਇਹ ਤਾਂ ਬਹੁਤ ਮਤਲਬ ਕਿ ਆਈ ਥਿੰਕ ਇਟ ਕਮਸ ਇਟਸ ਆਫ ਲੀਸਟ ਕੰਸਰਨ ਟੂ ਦੈਮ ਜੀ 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 ਬਿਲਕੁਲ। ਗਿੱਲ ਸਾਹਿਬ, ਇੱਕ ਇਹ ਦੱਸੋ ਜੀ ਵੀ ਜਿਹੜੀ ਸਾਡੀ 20 ਜਣਿਆਂ ਦੀ ਵਿਹਲੜ ਜਮਾਤ ਜਿਹੜੀ ਅਸੀਂ ਬਿਠਾਈ ਹੈ ਆਪਦੇ ਨੁਮਾਇੰਦੇ ਬਣਾ ਕੇ ਲੋਕ ਸਭਾ ਤੇ ਰਾਜ ਸਭਾ 'ਚ, ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ, ਜਾਂ ਇਹ ਜਾਣ ਬੁੱਝ ਕੇ ਤੁਹਾਨੂੰ ਲੱਗਦਾ ਵੀ ਕਿਸੇ ਸਾਜ਼ਿਸ਼ ਦੇ ਵਿੱਚ ਸ਼ਰੀਕ ਹੋ ਗਏ ਜੀ? ਬੜੀ ਵੈਸੇ ਵੈਰੀ ਮਤਲਬ ਕਿ ਸਰਪ੍ਰਾਈਜ਼ਿੰਗ ਆ ਕਿ ਉਹ ਛੋਟੇ ਛੋਟੇ ਇਸ਼ੂਜ਼ ਤੇ, ਪਰ ਮੈਂ ਸੋਚ ਸਕਦਾ ਕਿ ਅਕਾਲੀ ਦਲ ਨੇ ਆਪਣੀ ਹੋਂਦ ਨੂੰ ਥੋੜਾ ਸ਼ੁਰੂ ਤੋਂ ਲਗਾਉਣਾ ਸ਼ੁਰੂ ਕਰਤਾ ਸੀ ਜਦੋਂ ਇਹਨਾਂ ਨੇ ਪਹਿਲਾਂ ਤਾਂ ਪੰਜਾਬ ਨੂੰ ਕਰਜ਼ਈ ਕੀਤਾ ਜੀ। ਜੇ ਅੱਜ ਪੰਜਾਬ ਤੇ 2,82,000 ਲੱਖ ਕਰੋੜ ਦਾ ਜਿਹੜਾ ਹੈਗਾ ਨਾ ਕਰਜ਼ਾ ਜੀ ਜੀ, ਉਹਦੇ ਚੋਂ ਜਿਹੜਾ ਵੱਡਾ ਹਿੱਸਾ ਹੈਗਾ 60% ਪਲੱਸ 70% ਜੀ, ਉਹ ਅਕਾਲੀ ਦਲ ਦੀ ਹੀ ਦੇਣ ਹੈ ਜੀ ਜੀ ਬਿਲਕੁਲ। ਇਹਨਾਂ ਨੇ ਖਰਾਤਾ ਵੰਡ ਕੇ ਲੋਕਾਂ ਨੂੰ ਇੰਨਾ ਕੁ ਬਣਾਤਾ, ਮਤਲਬ ਕਿ ਉਹਨਾਂ ਨੂੰ ਮਤਲਬ ਕਿ ਜਿਸ ਤਰ੍ਹਾਂ ਕਿਸੇ ਨੂੰ ਫੀਮ ਦੇਈ ਚੱਲੋ ਬੰਦੇ ਗਿੱਝ ਜਾਂਦੇ ਆ ਜੀ, ਉਹ ਬਾਕੀ ਸੁੱਧ ਬੁੱਧ ਭੁੱਲ ਜਾਂਦਾ, ਜਿੰਨਾ ਕੰਮ ਉਹਨੂੰ ਹੁੰਦਾ ਉਹ ਕਰ ਲੈਂਦਾ ਜੀ ਜੀ। ਇਹਨਾਂ ਨੇ ਇਸ ਤਰ੍ਹਾਂ ਕਢਾ ਲਿਆ, ਲੋਕਾਂ ਨੂੰ ਮੁੱਦਿਆਂ ਤੋਂ ਪਰੇ ਲੈ ਕੇ ਗਏ ਨੇ ਇਹ ਜੀ। ਇਹਨਾਂ ਸਾਹਮਣੇ ਕਸ਼ਮੀਰ ਟੁੱਟਿਆ ਜੀ, ਟੁੱਟੇ ਹੋਏ ਕਸ਼ਮੀਰ ਦੇ ਇਹਨਾਂ ਨੇ ਹੱਕ 'ਚ ਬੋਲੇ ਜੀ, ਸਰਕਾਰ ਨੇ ਠੀਕ ਕੀਤਾ ਜੀ। ਫਿਰ ਉਸ ਜਮਾਤਾਂ ਤੋਂ ਆਪਾਂ ਕੀ ਕਹਿ ਸਕਦੇ? ਹੁਣ ਤੱਕ ਤਾਂ ਇਹਨਾਂ ਦੇ ਵੀ 7-8 ਮੈਂਬਰ ਪਾਰਲੀਮੈਂਟ ਵਿੱਚ ਸੀਗੇ। ਜੇ ਰਾਜ ਸਭਾ ਦੇ ਨਾਲ ਢੀਂਡਸਾ ਕਿੰਨਾ ਸੀਨੀਅਰ ਮੈਂਬਰ ਆ, ਮਤਲਬ ਕਿ ਭੁੰਦੜ ਕਿੰਨਾ ਸੀਨੀਅਰ ਮੈਂਬਰ ਆ, ਆਪ ਸੁਖਬੀਰ ਕਿੰਨੇ ਚਿਰ ਦਾ ਰਾਜਨੀਤੀ 'ਚ, ਹਰਸਿਮਰਤ ਕੌਰ ਬਾਦਲ ਯੂਨੀਅਨ ਕੈਬਨਿਟ ਦੀ ਮਿਨਿਸਟਰ ਰਹੀ ਆ ਜਦੋਂ ਇਹ ਕਾਨੂੰਨ ਬਣ ਰਹੇ ਸੀ ਜੀ। ਇਹ ਤਾਂ ਹਜੇ ਵੀ ਮੈਂਬਰ ਪਾਰਲੀਮੈਂਟ ਆ ਨਾ। ਬਿਲਕੁਲ ਬਿਲਕੁਲ। ਤੇ ਹਰਸਿਮਰਤ ਦੋਨੋਂ ਹੈਗੇ ਪਾਰਲੀਮੈਂਟ, ਠੀਕ ਹੈ। ਹਾਂ, ਲੋਕ ਸਭਾ ਦੇ ਮੈਂਬਰ ਆ 11 ਹੋਰ ਨੇ ਜੀ। 11 ਚੋਂ ਚਲੋ ਇੱਕ ਰਿਜ਼ਾਈਨ ਕਰ ਗਿਆ, 10 ਰਹਿ ਗਏ। ਪ੍ਰਤਾਪ ਸਿੰਘ ਬਾਜਵਾ ਹੁਣੇ ਵਿੱਚ ਹੀ ਸੀਗੇ। ਹਾਂ, ਰਾਜ ਸਭਾ ਦੇ ਮੈਂਬਰ ਸੀ ਇਹ ਜੀ।
ਉਹ ਇੱਥੇ ਇਸ ਗੱਲਾਂ ਦਾ ਮਤਲਬ ਕਿ ਇਹ ਪੰਜਾਬ ਨੂੰ ਸੋਚਣਾ ਪਊ ਵੀ ਤੁਸੀਂ ਕਿਹੜੇ ਨੁਮਾਇੰਦੇ ਚੁਣ ਕੇ ਭੇਜਣੇ ਆ। ਜੀ ਜੀ ਬਿਲਕੁਲ। ਰਵਨੀਤ ਬਿੱਟੂ ਹੁਣੀ ਸਾਰੇ, ਮਨੀਸ਼ ਤਿਵਾੜੀ ਹੁਣੀ ਸਾਰੇ ਮੈਂਬਰ ਪਾਰਲੀਮੈਂਟ ਨੇ ਜੀ। ਐਂਡ ਨਨ ਆਫ them spoke up, only the members from mostly from ਬਿਹਾਰ ਜੀ ਤੇ ਸਾਊਥ ਇੰਡੀਆ ਦੇ ਮੈਂਬਰਸ ਪਾਰਲੀਮੈਂਟ ਨੇ ਤੇ ਵੈਸਟ ਬੰਗਾਲ ਦੇ ਮੈਂਬਰ ਪਾਰਲੀਮੈਂਟਸ ਨੇ ਇਸ ਚੀਜ਼ ਦਾ ਵੇਮੈਂਟਲੀ ਵਿਰੋਧ ਕੀਤਾ। ਜੀ ਜੀ ਜੀ। ਈਵਨ ਤਾਂ ਤਾਮਿਲਨਾਡੂ ਦਾ ਤਾਂ MP ਜਿਹੜਾ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਆ ਜੀ, ਉਹਨੇ ਤਾਂ ਹੀ ਹੈਜ਼ ਮੂਵਡ ਦਾ ਹਾਈ ਕੋਰਟ ਆਫ ਮਦਰਾਸ ਜੀ ਜੀ, ਕਿ ਅਨਕਨਸਟੀਟਿਊਸ਼ਨਲ ਆ। ਬਿਲਕੁਲ। ਆਪਾਂ ਕਦੀ ਪੰਜਾਬ 'ਚ ਇਸ਼ੂ ਹੀ ਨਹੀਂ ਸੁਣਿਆ ਹੀ ਨਹੀਂ। ਬਿਲਕੁਲ ਜੀ। ਇਹ ਮੇਰੇ ਖਿਆਲ ਹੈ ਵੀ ਪੰਜਾਬ ਦੀ ਘੱਟੋ ਘੱਟ ਵੀ ਜੇ ਅਸੀਂ ਕਹਿ ਸਕਦੇ ਹਾਂ ਤਾਂ 90% ਵਸੋਂ ਨੂੰ ਇਹ ਨਹੀਂ ਪਤਾ ਹੋਣਾ ਕਿ ਕੋਈ ਡੈਮ ਸੇਫਟੀ ਐਕਟ ਜਿਹੜਾ ਹੈ ਉਹ ਹੋਂਦ 'ਚ ਆ ਚੁੱਕਾ ਹੈ। ਕਿਉਂਕਿ ਇੱਥੇ ਜਿਹੜਾ ਨੈਰੇਟਿਵ ਇਜ਼ ਕੰਟਰੋਲਡ ਬਾਈ ਦਾ TV ਚੈਨਲਸ ਐਂਡ ਤਾਂ ਜਿਹੜੇ ਨਿਊਜ਼ਪੇਪਰ ਹੈ ਜਾਂ ਸੋਸ਼ਲ ਮੀਡੀਆ। ਜੀ ਮੈਂ ਸੋਸ਼ਲ ਮੀਡੀਆ 'ਚ ਵੀ ਬਾਰ-ਬਾਰ ਕੀਤਾ ਕਿ ਇਹਦੇ ਬਾਰੇ ਕੋਈ ਚਰਚਾ ਹੋਈ ਨਨ ਵੇ ਨੈਵਰ ਆਈ ਹੈਵ ਸੀਨ ਐਨੀਥਿੰਗ। ਮੈਂ ਪਹਿਲੇ ਆਪਣੇ ਇੱਕ ਆਰਟੀਕਲ ਜਦੋਂ ਮੈਂ SYL ਦਾ ਜ਼ਿਕਰ ਕੀਤਾ ਉਦੋਂ ਮੈਂ ਇਹ ਜ਼ਰੂਰ ਲਿਖਿਆ ਸੀ ਵੀ ਭਾਖੜਾ ਬਿਆਸ ਮੈਨੇਜਮੈਂਟ ਮਗਰ ਡੈਮ ਸੇਫਟੀ ਐਕਟ ਦਾ ਕੋਈ ਮੁੱਦਾ ਹੈਗਾ, ਬਟ ਆਈ ਡਿਡਨਟ ਈਵਨ ਥਾਟ ਕਿ ਐਡਾ ਸੀਰੀਅਸ ਮੁੱਦਾ ਹੈ। ਜੀ ਜੀ ਬਿਲਕੁਲ 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 ਬਿਲਕੁਲ। ਤਾਂ ਹੁਣ ਮੈਂ ਜਦੋਂ ਸਟੱਡੀ ਕੀਤਾ ਦੈਨ ਆਈ ਥਾਟ ਕਿ ਤਾਂ ਬੜਾ ਸੀਰੀਅਸ ਫਲੋ ਆ ਗਿਆ ਸਾਡੇ ਵਿੱਚ। ਜੀ ਬਿਲਕੁਲ ਬਿਲਕੁਲ ਬਿਲਕੁਲ। ਮੈਂ ਵੀ ਜਦੋਂ ਇਹਨੂੰ ਪੜ੍ਹਿਆ ਤੇ ਮੈਂ ਵੀ ਹੈਰਾਨ ਹੋਇਆ ਵੀ ਇਹ ਹੁਣ ਤੱਕ ਸਾਡੀਆਂ ਵੀ ਨਜ਼ਰਾਂ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਸੀ ਆ ਸਕਿਆ ਜਿਸ ਤਰੀਕੇ ਨਾਲ ਹੁਣ ਜਿਹੜਾ ਮਸਲਾ ਜੋ ਪੜ੍ਹ ਰਹੇ ਹਾਂ ਦੇਖ ਰਹੇ ਹਾਂ ਤਾਂ ਬਹੁਤ ਸੀਰੀਅਸ ਜਿਹੜਾ ਸਾਡੇ ਤੇ ਵਾਰ ਕੀਤਾ ਗਿਆ ਔਰ ਚਲੋ ਦੇਖਦੇ ਹਾਂ ਸਾਰੇ ਇੰਡੀਆ ਤੇ ਹੋ ਗਿਆ। ਵੀ ਆਰ ਸਵੇਅਰਲੀ ਅਫੈਕਟਡ ਬਿਕੋਜ਼ ਬਿਲਕੁਲ ਸਭ ਤੋਂ ਵੱਧ ਅਫੈਕਟਡ ਅਸੀਂ ਹੋਣਾ ਨਾ ਜੀ। ਬਿਲਕੁਲ ਹਾਂਜੀ ਹਾਂਜੀ ਜੀ। ਗਿੱਲ ਸਾਹਿਬ ਹੁਣ ਅਸੀਂ ਕਿਉਂਕਿ ਕਾਫੀ ਸਮਾਂ ਹੋ ਗਿਆ ਅਸੀਂ ਹੁਣ ਅਗਲੇ ਵਿਸ਼ੇ ਵੱਲ ਵਧਾਂਗੇ। ਭਾਰਤ ਦੇ ਵਿੱਚ ਇੱਕ ਬਲਡੋਜ਼ਰ ਰਾਜਨੀਤੀ ਨਾਂ ਦੀ ਨਵੀਂ ਰਾਜਨੀਤੀ ਜਿਹੜੀ ਸਾਡੇ ਉਹ ਪ੍ਰਕਾਸ਼ 'ਚ ਆਈ ਹੈ, ਦੇਖਣ 'ਚ ਆਈ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਇਹਨੂੰ ਲਾਗੂ ਵੀ ਕੀਤਾ ਗਿਆ ਹੈ। ਅਸੀਂ ਇਸ ਰਾਜਨੀਤੀ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈ ਉਹ ਪ੍ਰਕਾਸ਼ 'ਚ ਆ ਰਹੀ ਹੈ ਜੀ। ਜਿਹੜੇ ਡਾਕਟਰ BR ਅੰਬੇਦਕਰ ਸੀ ਨਾ ਜਿਨ੍ਹਾਂ ਨੇ ਨਿਰਮਾਤਾ ਮੰਨਿਆ ਜਾਂਦਾ ਇੰਡੀਅਨ ਕਨਸਟੀਟਿਊਸ਼ਨ ਦਾ, ਬਟ ਹੀ ਵਾਜ਼ ਪਾਰਟ ਆਫ ਦਾ ਟੀਮ ਐਂਡ ਹੀ ਵਾਜ਼ ਹੈਡ ਆਫ ਦਾ ਟੀਮ ਜਿਨ੍ਹਾਂ ਨੇ ਕਨਸਟੀਟਿਊਸ਼ਨ ਲਿਖਿਆ ਜੀ। ਉਹ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਐਕਸਪ੍ਰੈਸ ਕੀਤਾ ਸੀ ਕਿ ਆਈ ਐਮ ਪ੍ਰੈਸੀਡੈਂਟ ਜੀ ਅਬਾਊਟ ਦਾ ਫ੍ਰੈਜੈਲਿਟੀ ਆਫ ਇੰਡੀਅਨ ਡੈਮੋਕ੍ਰੇਸੀ। ਮੈਂ ਇਸ ਬਾਰੇ ਫਿਕਰਮੰਦ ਹਾਂ ਤੇ ਮੈਂ ਅੱਗੇ ਦਾ ਸੋਚਦਾ ਕਿ ਜਿਹੜੀ ਆਪਾਂ ਡੈਮੋਕ੍ਰੇਸੀ ਸਿਰਜਣ ਜਾ ਰਹੇ ਹਾਂ ਭਾਰਤ ਵਿੱਚ ਜੀ ਬਈ ਇਹ ਸਥਾਈ ਰਹਿ ਸਕੂਗੀ, ਇਹ ਸਟੇਬਲ ਰਹਿ ਸਕੂਗੀ ਡੈਮੋਕ੍ਰੇਸੀ ਜੀ ਕਿ ਇਹ ਕਿਤੇ ਸਮੇਂ ਦੇ ਨਾਲ ਜੀ ਮੈਜੋਰਟੀ ਹਿੱਤਾਂ ਨੂੰ ਦੇਖਦੇ ਹੋਏ ਜੀ ਕਿਤੇ ਇਹ ਡੈਮੋਕ੍ਰੇਸੀ ਜਿਹੜੀ ਇਲੈਕਟੋਰਲ ਡੈਮੋਕ੍ਰੇਸੀ ਬਣਦੀ ਜੀ ਕਿਤੇ ਇਹ ਡਿਕਟੇਟਰਸ਼ਿਪ ਦਾ ਰੂਪ ਅਖਤਿਆਰ ਤਾਂ ਨਹੀਂ ਕਰਦੀ। ਬਿਲਕੁਲ। ਉਹਨਾਂ ਨੇ ਇਸ ਬਾਰੇ ਸ਼ੁਰੂ ਤੋਂ ਹੀ ਆਪਣੇ ਖਾਸੇ ਜਤਾਏ ਸੀਗੇ। ਉਹਨਾਂ ਨੇ ਆਪਣੀਆਂ ਕੰਸਟੀਚੁਐਂਟ ਅਸੈਂਬਲੀ ਵਿੱਚ ਲਾਸਟ ਸਪੀਚ ਵਿੱਚ ਵੀ ਇਹ ਗੱਲ ਕਹੀ ਸੀ ਜੀ ਕਿ ਜਿਹੜੀ ਇੰਡੀਅਨ ਪੋਲਿਟਿਕਸ ਹੈਗੀ ਆ ਇਹ ਭਾਵੇਂ ਇਕੁਐਲਿਟੀ ਤੇ ਬੇਸਡ ਆ ਜੀ ਪਰ ਇਹਦੀ ਸਰਫੇਸ ਦੇ ਥੱਲੇ ਬਹੁਤ ਇਨਇਕੁਐਲਿਟੀ ਸੋਸ਼ਲ ਤੇ ਇਕਨੋਮਿਕ ਪੱਧਰ ਤੇ ਮੌਜੂਦ ਨੇ ਜੀ ਜਿਨ੍ਹਾਂ ਨੂੰ ਕਦੇ ਵੀ ਆਪਣੀ ਨਿਗਾਹ ਤੋਂ ਪਰੇ ਨਾ ਕਰੋ ਜੀ। ਸਦੀਆਂ ਦੀ ਹਿੰਦੂਇਜ਼ਮ ਦੀ ਸੋਚ ਨੇ ਜੀ ਜਿਹੜੀ ਸੀਗੀ ਅਨਟੱਚੇਬਿਲਿਟੀ ਕਾਸਟਿਜ਼ਮ ਸੀਗੀ ਜੀ ਜਿਹੜੇ ਛੋਟੇ ਵਰਗ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਇਹ ਵੀ ਇਹ ਮਤਲਬ ਕਿ ਪਛੜੇ ਤਾਂ ਬਹੁਤ ਛੋਟਾ ਲਫ਼ਜ਼ ਆ ਜਿਹੜੇ ਕਿ ਆਧਰਮੀ ਮੰਨਦੇ ਸੀ ਵੀ ਅਨਟੱਚੇਬਲ ਆ ਇਹ ਅਛੂਤ ਨੇ ਜੀ ਉਹਨਾਂ ਨੂੰ ਹਮੇਸ਼ਾ ਦਬਾਉਂਦੇ ਆਏ ਨੇ ਜੀ। ਕਿਸੇ ਵੱਡੇ ਡਾਕਟਰ ਅੰਬੇਦਕਰ ਨੇ ਕਿਹਾ ਕਿ ਮੈਨੂੰ ਹੈਰਾਨਗੀ ਆ ਵੀ ਕਿਸੇ ਵੱਡੇ ਹਿੰਦੂ ਚਿੰਤਾਵਾਨ ਜਾਂ ਲੀਡਰ ਨੇ ਇਸ ਸਬਜੈਕਟ ਬਾਰੇ ਕਿਉਂ ਨਹੀਂ ਕੁਝ ਬੋਲਿਆ ਕਿਉਂਕਿ ਹਿੰਦੂਇਜ਼ਮ ਦੀ ਕਨਸੈਪਟ ਦੇ ਵਿੱਚ ਹੀ ਜੀ ਜਿਹੜਾ ਜਾਤਾਂ ਦਾ ਵਰਣਨ ਹੈਗਾ ਉਹਨੂੰ ਮਾਨਤਾ ਦਿੱਤੀ ਗਈ ਆ ਜੀ। ਹੁਣ ਜਿਹੜੀ ਬਲਡੋਜ਼ਰ ਰਾਜਨੀਤੀ ਆ ਉਹਨੇ ਪ੍ਰਤੱਖ ਰੂਪ ਵਿੱਚ ਇਹ ਇੱਕ ਸ਼ੇਪ ਲਿਆਂਦੀ ਆ ਦੁਨੀਆ ਸਾਹਮਣੇ ਕਿ ਇੰਡੀਆ ਇਜ਼ ਅ ਵਾਇਲੈਂਟ ਇੰਡੀਆ ਜੀ ਜੀ ਇਹ ਵਾਇਲੈਂਸ ਨਾਲ ਭਰਿਆ ਹੋਇਆ ਇੰਡੀਆ। ਹੁਣੇ ਜਿਹੜੀ ਰੀਸੈਂਟ ਕਾਂਗਰੈਸ਼ਨਲ ਕਮੇਟੀ
US ਦੀ ਕਾਂਗਰੈਸ਼ਨਲ ਕਮੇਟੀ ਦੀ ਰਿਪੋਰਟ ਆਈ ਹੈ ਹਿਊਮਨ ਰਾਈਟਸ ਬਾਰੇ ਵਰਲਡ ਵਾਈਡ ਜੀ, ਉਹਦੇ ਵਿੱਚ ਉਹਨਾਂ ਨੇ ਬੜੇ ਸਟਰੋਂਗ ਕ੍ਰਿਟੀਕ, ਮਤਲਬ ਕਿ ਜਿਸ ਨੂੰ ਸੈਕਟਰੀ ਆਫ ਸਟੇਟ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਆ ਉਹ ਰਿਲੀਜ਼ ਕਰਦਾ ਜੀ। ਉਹਨਾਂ ਨੇ ਕਿਹਾ ਕਿ ਇੰਡੀਆ ਵਿੱਚ ਜਿਹੜਾ ਰਿਲੀਜੀਅਸ ਫਰੀडम ਆ ਜੀ, ਸਿਵਲ ਲਿਬਰਟੀਜ਼ ਨੇ, ਸੋਸ਼ਲ ਬੈਲੈਂਸ ਹੈਗਾ, ਉਹ ਬੜੀ ਬੁਰੀ ਤਰ੍ਹਾਂ ਵਿਗੜ ਰਿਹਾ ਜੀ, ਵਿਚ ਇਜ਼ ਥ੍ਰੈਟਨਿੰਗ ਦਾ ਹੈਲਥ ਆਫ ਇੰਡੀਅਨ ਡੈਮੋਕ੍ਰੇਸੀ ਜੀ। ਉਸ ਤੇ ਚੱਲਦਿਆਂ ਜੇ ਆਪਾਂ ਹੁਣ ਬਲਡੋਜ਼ਰ ਰਾਜਨੀਤੀ ਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਅੰਸ਼ ਦੱਸਦਾ ਜੀ ਕਿ ਰਾਮ ਨੌਮੀ ਦੇ ਤਿਉਹਾਰ ਦੌਰਾਨ ਜੀ ਜਿਸ ਤਰ੍ਹਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਜੋਸ਼ ਦਾ ਜੀ, ਹਿੰਦੂ ਧਰਮ ਨੇ ਇਹਨਾਂ ਦਾ ਧਰਮ, ਇਹਨਾਂ ਦੇ ਤਿਉਹਾਰ ਰਹੇ, ਆਪਣੀ ਸ਼ਾਨੋ ਸ਼ੌਕਤ ਨਾਲ ਮਨਾਓ ਜੀ, ਬਿਲਕੁਲ। ਪਰ ਉਹ ਸ਼ਾਨੋ ਸ਼ੌਕਤ ਵਿੱਚ ਇਹ ਧਿਆਨ ਰੱਖਿਆ ਜਾਵੇ ਕਿ ਦੂਜੇ ਵੀ ਧਰਮ ਇੱਥੇ ਵਸਦੇ ਨੇ ਜੀ, ਕਿ ਉਹ ਪ੍ਰਗਟਾਵੇ ਨੂੰ ਉਹਨਾਂ ਨੂੰ ਚੜਾਉਣ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਪਹੁੰਚਾਉਣ ਲਈ ਨਾ ਵਰਤਿਆ ਜਾਵੇ ਜੀ। ਇਹਨਾਂ ਨੇ ਵਰਤਿਆ, ਉੱਥੇ ਝਗੜਾ ਹੋਇਆ ਜਦੋਂ ਕਿਸੇ ਦੀਆਂ ਤੁਸੀਂ ਆਪਣੇ ਧਰਮ ਦੇ ਪ੍ਰਗਟਾਵੇ ਲਈ ਦੂਜੇ ਦੀਆਂ ਧਾਰਮਿਕ ਜਿਹੜੀਆਂ ਆਸਥਾਵਾਂ ਨੇ ਉਹਨਾਂ ਨੂੰ ਪ੍ਰਗਟਾਓ, ਉਹਨਾਂ ਨੂੰ ਦੁੱਖ ਦਿਓਗੇ ਜੀ, ਤਾਂ ਉਹਦਾ ਰਿਐਕਸ਼ਨ ਹੋਊਗਾ। ਇਹ ਨਿਊਟਨ ਦਾ 3rd ਲਾਅ ਹੈਗਾ ਕਿ ਐਵਰੀ ਐਕਸ਼ਨ ਹੈਜ਼ ਏ ਫੋਰਸਫੁਲ ਰਿਐਕਸ਼ਨ ਜੀ। ਜਦੋਂ ਉਹ ਰਿਐਕਸ਼ਨਸ ਹੋਏ ਨੇ, ਉੱਥੇ ਝਗੜਾ ਹੋਇਆ ਜੀ। ਇੱਕ ਵਾਸਿਮ ਸ਼ੇਖ ਨਾਂ ਦਾ ਇਨਸਾਨ ਆ ਜਿਹੜਾ ਖਾਰੇਗੌਨ ਮੱਧ ਪ੍ਰਦੇਸ਼ ਦਾ ਵਸਨੀਕ ਸੀਗਾ ਜੀ, ਉਹ ਵਿਚਾਰਾ ਆਪਣੀ ਬਾਰੀ ਚੋਂ ਖੜਾ ਦੇਖ ਰਿਹਾ ਜੀ, ਜਿਹੜੀ ਉਹਦਾ ਰੋਜੀ ਰੋਟੀ ਦਾ ਸਾਧਨ, ਉਹਦੀ ਝੁੱਗੀ, ਉਹਦੀ ਦੁਕਾਨ ਸੀਗੀ ਜੀ, ਉਹ ਬਲਡੋਜ਼ਰਸ ਲਿਆ ਕੇ ਜੀ ਢਾਹ ਦਿੱਤੀ ਗਈ ਜੀ, ਕਿਉਂਕਿ ਉਹ ਸਮਝਦੇ ਸੀ ਕਿ ਇਹਨੇ ਸਾਡੇ ਜਿਹੜਾ ਰਾਮਨੌਮੀ ਦਾ ਇੱਥੋਂ ਪ੍ਰੋਸੈਸ਼ਨ ਲੰਘ ਰਿਹਾ ਸੀ ਉਹਦੇ ਤੇ ਪੱਥਰ ਮਾਰੇ ਆ ਜੀ, ਜਦ ਕਿ ਉਹ ਬੰਦਾ ਜੀ 11 ਅਪ੍ਰੈਲ ਨੂੰ ਇਹ ਵਾਕਿਆ ਵਰਤੇ ਹੋਇਆ ਜੀ। ਉਸ ਤੋਂ ਬਾਅਦ ਇਮੀਡੀਏਟਲੀ ਉਹਦੀ ਜਿਹੜਾ ਰੁਜ਼ਗਾਰ ਦਾ ਸਾਧਨ ਸੀ ਉਹ ਢਾਹਤਾ ਬਲਡੋਜ਼ਰ ਨੇ ਜੀ। ਉਹਦੀਆਂ ਦੋਨੋਂ ਬਾਹਾਂ ਹੈ ਨਹੀਂ ਜੀ, ਉਹਨੂੰ ਅਕਿਊਜ਼ ਕਰ ਰਹੇ ਕਿ ਇਹਨੇ ਪੱਥਰ ਮਾਰੇ ਆ ਜੀ, ਅਕਿਊਜ਼ ਕਰ ਰਹੇ ਆ ਜੀ ਜੀ, ਬਿਲਕੁਲ। ਜਿਹਦੀਆਂ ਬਾਹਾਂ ਹੈ ਨਹੀਂ, ਉਹ 2005 ਵਿੱਚ ਇੱਕ ਐਕਸੀਡੈਂਟ ਦੌਰਾਨ ਉਹਦੀਆਂ ਦੋਨੋਂ ਬਾਹਾਂ ਵੱਢੀਆਂ ਗਈਆਂ ਸੀ। ਇਸ ਤਰ੍ਹਾਂ ਦਾ ਵਾਇਲੈਂਟ ਇੰਡੀਆ ਸਿਰਜਿਆ ਜਾ ਰਿਹਾ ਜੀ। ਉਹ ਬਲਡੋਜ਼ਰ ਰਾਜਨੀਤੀ ਇਕੱਲੀ ਮੱਧ ਪ੍ਰਦੇਸ਼ ਨਹੀਂ ਚੱਲਦੀ, ਝਾਰਖੰਡ 'ਚ ਨਹੀਂ ਚੱਲਦੀ, ਵੈਸਟ ਬੰਗਾਲ 'ਚ ਨਹੀਂ ਚੱਲਦੀ, ਉਹ ਅੱਡ ਸਟੇਟਾਂ ਵਿੱਚ ਇਹ ਦੰਗੇ ਭੜਕੇ ਨੇ ਜੀ। ਈਵਨ ਸਾਊਥ ਇੰਡੀਆ, ਕਰਨਾਟਕਾ ਤੱਕ ਇਹ ਗੱਲ ਵਾਪਰੀ ਆ ਜੀ। ਅਲਟੀਮੇਟਲੀ ਇਹ ਦਿੱਲੀ ਹੋਈ ਹੈ, ਬਿਲਕੁਲ, ਰਾਜਧਾਨੀ ਦੇ ਵਿੱਚ, ਜਿੱਥੇ ਦੋ ਸਰਕਾਰਾਂ ਨੇ, ਸੈਂਟਰਲ ਗਵਰਨਮੈਂਟ ਆ, ਦਿੱਲੀ ਗਵਰਨਮੈਂਟ ਆ। ਸੈਂਟਰਲ ਗਵਰਨਮੈਂਟ ਚੁੱਪ ਆ, ਕਿਸੇ ਨੇ ਇਨਫੈਕਟ ਜਿਹੜੇ ਸੀਨੀਅਰ ਹੋਮ ਮਿਨਿਸਟਰ ਮੱਧ ਪ੍ਰਦੇਸ਼ ਦਾ ਜੀ, ਉਹਨੇ ਇਹ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਸਾਡੇ ਤੇ ਪੱਥਰ ਮਾਰੂਗਾ ਜੀ ਜਾਂ ਸਾਡੇ ਨਾਲ ਉਲਝੂਗਾ ਹਿੰਦੂ ਧਰਮ ਨਾਲ ਜੀ, ਅਸੀਂ ਉਹਦੇ ਘਰ, ਉਹਦੀਆਂ ਦੁਕਾਨਾਂ ਵੀ ਅਸੀਂ ਪੱਥਰ ਬਣਾ ਦਾਂਗੇ ਜੀ। ਸੁਪਰੀਮ ਕੋਰਟ ਨੇ ਇੰਟਰਵੀਨ ਕੀਤਾ ਜੀ, ਉਹਦੇ ਇੰਟਰਵੀਨ ਕਰਕੇ ਉਹਨਾਂ ਨੇ ਇਹ ਚੀਜ਼ ਰੋਕੀ। ਉਹਦੇ ਆਰਡਰ ਦੇ ਬਾਵਜੂਦ ਵੀ ਦਿੱਲੀ ਵਿੱਚ ਇਹ ਚੀਜ਼ ਚੱਲਦੀ ਰਹੀ ਕੁਝ ਘੰਟੇ, ਫਿਰ ਦੁਬਾਰਾ ਸੁਪਰੀਮ ਕੋਰਟ ਨੂੰ ਸਟਰੋਂਗ ਮਈਅਰਸ ਲੈਣੇ ਪਏ, ਤਾਂ ਹੁਣ ਇਹ ਚੀਜ਼ ਰੁਕੀ ਆ ਜੀ। ਹਜੇ ਵੀ ਇਹਦੇ ਤੇ ਡਿਸੀਜ਼ਨ ਪੈਂਡਿੰਗ ਆ ਜੀ, ਫਾਈਨਲ ਡਿਸੀਜ਼ਨ ਕਿ ਕੀ ਇਹ ਠੀਕ ਹੋਇਆ ਜਾਂ ਗਲਤ ਹੋਇਆ ਜੀ। ਜਿਹੜੀ ਆਪ ਦੀ ਦਿੱਲੀ ਵਿੱਚ ਗਵਰਨਮੈਂਟ ਆ ਜੀ, ਭਾਵੇਂ ਉਹਦੇ ਅਧਿਕਾਰ ਖੇਤਰ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਹੈਗੀ ਜੀ, ਪਰ ਜੇ CPIM ਦੀ ਲੀਡਰ ਬ੍ਰੈਂਡਾ ਕਰਾਟ ਜੀ, ਲੇਡੀ ਹੋਣ ਦੇ ਨਾਤੇ ਜੀ, ਉਹ ਜਾ ਕੇ ਫਰੰਟ ਤੇ ਅੱਗੇ ਹੋ ਕੇ ਬਲਡੋਜ਼ਰ ਦੇ ਖੜ ਸਕਦੀ ਆ ਜੀ, ਤਾਂ ਇਹਨਾਂ ਦੇ ਲੀਡਰ ਕਿੱਥੇ ਆ? ਬਿਲਕੁਲ। ਈਵਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਾਅਵੇ ਕਰਦੀ ਆ ਕਿ ਅਸੀਂ ਸਿੱਖ ਭਾਵਨਾਵਾਂ ਦੀ ਪ੍ਰਤੀਨਿਧ ਜਮਾਤ ਆ, ਅਸੀਂ ਸਿੱਖ ਭਾਵਨਾਵਾਂ ਲਈ ਕੁਝ ਵੀ ਕਰ ਸਕਦੇ ਹਾਂ, ਉਹਨਾਂ ਦੇ ਸਾਹਮਣੇ ਇੱਕ ਪਾਸੇ ਤਾਂ ਉਹ ਜਨਮ ਸ਼ਤਾਬਦੀ ਮਨਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਦੀ, ਜਿਨ੍ਹਾਂ ਨੇ ਮਾਨਵਤਾ ਲਈ ਆਪਣਾ ਸੀਸ ਦੀ ਬਲੀ ਦਿੱਤੀ ਜੀ। ਇਹ ਜਾ ਕੇ ਉੱਥੇ ਕਿਉਂ ਨਹੀਂ ਖੜੇ ਜੀ? ਬਿਲਕੁਲ, ਘੱਟੋ ਘੱਟ ਬਲਡੋਜ਼ਰ ਅੱਗੇ ਨਾ ਖੜਦੇ, ਉਹਨਾਂ ਨੂੰ ਲੰਗਰ ਪਾਣੀ ਤਾਂ ਦਿੰਦੇ। ਬਿਲਕੁਲ। ਆਪਾਂ ਜਿਹੜੇ ਬੇਆਸਰੇ, ਉਹਨਾਂ ਦਾ ਆਸਰਾ ਬਣਨਾ, ਆਪਣੇ ਧਰਮ ਦਾ
ਸਿੱਖ ਫਿਲਾਸਫੀ ਬਾਰੇ ਨਾ ਐਲਬਰਟ ਆਇਨਸਟਾਈਨ ਬਹੁਤ ਨਾਮੀ ਸਾਇੰਸਦਾਨ ਹੋਇਆ ਪਿਛਲੀ ਸਦੀ ਦਾ। ਜੀ ਜੀ। ਹੁਣ ਤਾਂ 21ਵੀਂ ਸਦੀ ਆ ਗਈ, ਉਹ 20ਵੀਂ ਸਦੀ ਦਾ। ਇੱਦਾਂ ਹੀ ਹੋਰ ਨਾਮੀ ਜਿਹੜੇ ਹਸਤੀਆਂ ਹੋਈਆਂ ਨੇ, ਬੁੱਧੀਜੀਵੀ ਹੋਏ ਨੇ, ਉਹਨਾਂ ਨੇ ਕਿਹਾ ਵੀ ਸਿੱਖ ਫਿਲਾਸਫੀ, ਮੈਂ ਧਰਮ ਦੀ ਗੱਲ ਨਹੀਂ ਕਰਦਾ, ਮੈਂ ਸਿੱਖ ਜਿਹੜਾ ਫਲਸਫਾ ਉਹਦੀ ਗੱਲ ਕਰਦਾ। ਬਿਲਕੁਲ ਬਿਲਕੁਲ। ਉਹਨਾਂ ਨੇ ਕਿਹਾ ਵੀ ਇੱਕ ਏਦਾਂ ਦਾ ਇਹ ਫਲਸਫਾ ਹੈਗਾ ਜਿਹੜਾ ਆਉਣ ਵਾਲੇ ਸਮੇਂ 'ਚ ਦੁਨੀਆ ਦੀ ਰਹਿਨੁਮਾਈ ਕਰੂਗਾ ਜੀ, ਵੀ ਇਹਦੇ ਤੋਂ ਦੁਨੀਆ ਨੂੰ ਸਿੱਖਣਾ ਚਾਹੀਦਾ। ਇਸ ਫਲਸਫੇ ਦੇ ਵਿੱਚ ਮਾਨਵਤਾ ਦੇ ਮੁੱਖ ਗੁਣ ਨੇ ਜੀ, ਉਹਨਾਂ ਦੇ ਰਿਟਨ ਵਰਡਸ ਨੇ ਇਹ ਜੀ ਜੀ ਜੀ। ਉਹ ਚੀਜ਼ ਜਦੋਂ ਆਪਾਂ ਸਾਹਮਣੇ ਲਿਆਉਣੇ ਆ ਤੇ ਦੇਖਦੇ ਆ ਕਿ ਆਪਣੇ ਘਰ ਦੇ ਆਲੇ ਦੁਆਲੇ ਨਾਲ ਦਾ ਘਰ ਢਹਿ ਰਿਹਾ ਜੀ, ਜੇ ਅੱਜ ਸਿਰਫ ਘੰਟੀ ਮੁਸਲਮਾਨਾਂ ਦੇ ਗਲਾਂ 'ਚ ਪੈ ਰਹੀ ਹੈ ਬਲਡੋਜ਼ਰ ਰਾਜਨੀਤੀ ਰਾਹੀਂ, ਇਹ ਤਾਂ ਹੁਣ ਇੱਕ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਿਆ ਨਾ, ਸਾਹਮਣੇ ਆ ਗਿਆ। ਬਿਲਕੁਲ। ਵਾਇਲੈਂਸ ਤਾਂ ਇੰਡੀਆ 'ਚ ਸਦੀਆਂ ਤੋਂ ਚੱਲਦੀ ਆਈ ਆ ਕਿਸੇ ਨਾ ਕਿਸੇ ਰੂਪ ਵਿੱਚ, ਚਾਹੇ ਉਹ ਕਦੀ ਇਹਨਾਂ ਨੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਨੂੰ ਵੱਢਿਆ ਕੁੱਟਿਆ ਜੀ, ਕਦੀ ਕਿਸੇ ਨੂੰ ਵੱਢਿਆ, ਕਦੀ ਕਿਸੇ ਤੋਂ ਕੁੱਟ ਵੀ ਖਾਧੀ ਜੀ। ਆਪਣੇ ਪੁਰਾਣੇ ਜਿਹੜੇ ਵੈਰ ਆ ਉਹ ਹੁਣ ਸਾਹਮਣੇ ਲਿਆ ਰਹੇ ਨੇ ਇਹ ਜੀ, ਕਿ ਜਦੋਂ ਇੰਡੀਆ ਆਜ਼ਾਦ ਵੀ ਹੋਇਆ ਉਦੋਂ ਜਵਾਹਰ ਲਾਲ ਨਹਿਰੂ ਨੂੰ ਬਹੁਤ ਪ੍ਰੈਸ਼ਰ ਪਾਇਆ ਗਿਆ ਸੀ, ਹਿੰਦੂ ਜਿਹੜੇ ਰਾਸ਼ਟਰ ਦੇ ਮਦਈ ਸੀ ਜੀ, ਕਿ ਇੱਥੋਂ ਆਪਾਂ ਮੁਸਲਮਾਨਾਂ ਦਾ ਸਫਾਇਆ ਕਰੀਏ ਜੀ। ਉਹਨੇ ਕਿਹਾ ਸੀ ਵੀ ਜਿਹੜੇ ਮੁਸਲਮਾਨ ਭਾਰਤ ਵਿੱਚ ਰਹਿ ਗਏ ਜੀ, ਉਹ ਸਾਡੇ ਭਾਰਤੀ ਨੇ, ਮੈਂ ਇਹਨਾਂ ਨੂੰ ਹੱਥ ਨਹੀਂ ਲੱਗਣ ਦੇਊਗਾ, ਨਾ ਮੇਰੇ ਕੋਲ ਏਦਾਂ ਦੀ ਕਦੀ ਕੋਈ ਗੱਲ ਕਰਿਓ ਜੀ। ਪਰ ਨਹਿਰੂ ਤੋਂ ਬਾਅਦ ਇਹ ਸੋਚ ਕਮਜ਼ੋਰ ਹੁੰਦੀ ਗਈ ਆ ਜੀ। ਡਾਕਟਰ ਅੰਬੇਦਕਰ ਦੇ ਜਿਹੜੇ ਸ਼ੰਕੇ ਸੀਗੇ, ਜਿਨ੍ਹਾਂ ਥਾਟਸ ਬਾਰੇ ਉਹ ਜ਼ਿਕਰ ਕਰਦਾ ਰਿਹਾ ਜੀ, ਉਹ ਅੱਜ ਸਾਹਮਣੇ ਆ ਰਹੀਆਂ ਨੇ ਜੀ। ਇਹ ਫਾਲਟ ਲਾਈਨਸ ਨੇ ਇੰਡੀਅਨ ਡੈਮੋਕ੍ਰੇਸੀ ਦੀ ਜੀ ਜੀ ਜੀ। ਗਿੱਲ ਸਾਹਿਬ, ਅਸੀਂ ਦੇਖਦੇ ਆ ਰਹੇ ਹਾਂ ਭੀੜ ਤੰਤਰ ਜਿਹੜਾ ਹੈ ਉਹ ਕਾਫੀ ਲੰਮੇ ਸਮੇਂ, ਜਦੋਂ ਤੋਂ 2014 ਤੋਂ ਦੂਜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਂਦ 'ਚ ਆਉਂਦੀ ਹੈ, ਉਦੋਂ ਬਾਅਦ ਜਿਹੜਾ ਭੀੜ ਤੰਤਰ ਬਾਹਲਾ ਹੀ ਆਪਾਂ ਕਹਿ ਸਕਦੇ ਹਾਂ ਕਿ ਬੇਕਾਬੂ ਹੋ ਗਿਆ, ਬੇਲਗਾਮ ਹੋ ਗਿਆ, ਔਰ ਅਜੇ ਤੱਕ ਉਹ ਨਿਰੰਤਰ ਜਾਰੀ ਹੈ। ਔਰ ਸਰਕਾਰਾਂ ਹਮੇਸ਼ਾ ਉਹਨਾਂ ਦਾ ਪੱਖ ਪੂਰਦੀਆਂ ਆਈਆਂ। ਜਿਹੜੇ ਇਸ ਭੀੜ ਤੰਤਰ ਦੀ ਅਗਵਾਈ ਕਰਨ ਵਾਲੇ ਬੰਦੇ ਹੈ, ਉਹਨਾਂ ਨੂੰ ਪ੍ਰਧਾਨ ਮੰਤਰੀ ਖੁਦ ਫਾਲੋ ਕਰਦੇ ਆ ਟਵਿੱਟਰ ਤੇ ਔਰ ਹੋਰ ਸੋਸ਼ਲ ਜਿਹੜੇ ਨੈਟਵਰਕਸ ਹੈਗੇ ਆ, ਉਹਨਾਂ ਦੇ ਉੱਤੇ ਉਹਨਾਂ ਨੂੰ ਫਾਲੋ ਕਰ ਰਹੇ ਹੁੰਦੇ ਆ। ਹਾਂਜੀ, ਇਹ ਕਿਸ ਤਰ੍ਹਾਂ ਦੀ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਵੀ ਮਾਨਸਿਕਤਾ ਸਾਡੀ ਹੁੰਦੀ ਜਾ ਰਹੀ ਹੈ, ਸਾਡੀ ਸਿਆਸਤ ਦੀ, ਵੀ ਇਹ ਭਵਿੱਖ ਕੀ ਹੋਊਗਾ ਜੀ ਇਹਦਾ? ਹੁਣ ਜਦੋਂ ਬਲਡੋਜ਼ਰ ਦਾ ਅਤਿਆਚਾਰ ਸਾਹਮਣੇ ਆਇਆ ਰਾਜਨੀਤੀ ਦਾ ਜੀ ਜੀ, ਤਾਂ 13 ਆਪੋਜੀਸ਼ਨ ਦੇ ਜਿਹੜੇ ਟਾਪ ਦੇ ਲੀਡਰ ਸੀਗੇ ਜੀ, ਉਹਨਾਂ ਵਿੱਚ ਸਿੱਖ ਕਿਸੇ ਦਾ ਵੀ ਹੈ ਨਹੀਂਗਾ ਜ਼ਿਕਰ ਜੀ। ਉਹਨਾਂ ਨੇ ਇੱਕ ਵਿਰੋਧ ਵਜੋਂ ਇੱਕ ਚਿੱਠੀ ਲਿਖੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਜੀ, ਕਿ ਤੁਸੀਂ ਇਸ ਜਿਹੜੀ ਬਿਗਟਰੀ, ਜਿਸ ਤਰ੍ਹਾਂ ਦਾ ਨੰਗਾ ਨਾਚ ਹੋ ਰਿਹਾ, ਇਹਦੇ ਬਾਰੇ ਕੁਝ ਬੋਲੋ ਜੀ। ਪ੍ਰਾਈਮ ਮਿਨਿਸਟਰ ਬਹੁਤ ਲੰਮੇ ਸਮੇਂ ਤੋਂ ਜਦ ਦੇ ਪ੍ਰਾਈਮ ਮਿਨਿਸਟਰ ਬਣੇ ਨੇ, ਉਹ ਇਸ ਰਾਜਨੀਤੀ ਬਾਰੇ ਬੋਲਣ ਤੋਂ ਚੁੱਪ ਆ, ਉਹਨਾਂ ਨੇ ਸਾਇਲੈਂਸ ਰੱਖੀ ਹੋਈ। ਬਿਲਕੁਲ ਬਿਲਕੁਲ, ਉਹ ਕਦੀ ਨਹੀਂ ਬੋਲੇ। ਸਿੱਖ ਰਾਜਨੀਤੀ ਵੀ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਕਿ ਉਹ ਪਾਰਟ ਬਣਨ ਉਸ ਆਪੋਜੀਸ਼ਨ ਦਾ ਜਿਹੜੀ ਮਾਨਵਤਾ ਬਾਰੇ ਗੱਲ ਕਰ ਰਹੀ ਹੈ। ਹੁਣ ਇੱਕ ਨਵੀਂ ਬੁੱਕ ਆਈ ਹੈਗੀ ਆ, ਟੂ ਕਿਲ ਏ ਡੈਮੋਕ੍ਰੇਸੀ ਜੀ, ਇੰਡੀਆਜ਼ ਪੈਸੇਜ ਟੂ ਡੈਸਪੋਟਿਜ਼ਮ। ਡੈਸਪੋਟਿਜ਼ਮ ਹੁੰਦਾ ਡਿਕਟੇਟਰਸ਼ਿਪ ਵੱਲ ਵਧਣਾ, ਇੱਕ ਅਤਿਆਚਾਰੀ ਰਾਜ ਵੱਲ ਵਧਣਾ ਜੀ। ਇਹ ਇੰਗਲਿਸ਼ ਚ ਬੁੱਕ ਆਈ ਹੈਗੀ ਆ, ਮਤਲਬ ਕਿ ਰਿਟਨ ਬਾਏ ਡੈਵਿਸ਼ ਰਾਏ ਚੌਧਰੀ ਐਂਡ ਜੌਨ ਕੇਨ। ਮੈਂ ਚਾਹੂੰਗਾ ਕਿ ਜਿਹੜੇ ਚਿੰਤਾ ਰੱਖਦੇ ਨੇ ਇੰਡੀਆ ਬਾਰੇ, ਉਹ ਇਹ ਬੁੱਕ ਪੜ੍ਹਨ ਜੀ। ਉਹਦੇ ਚ ਉਹਨਾਂ ਨੇ ਬੜੇ ਕਲੀਅਰ ਕੱਟ ਵਰਡਸ ਦੇ ਵਿੱਚ ਲਿਖਿਆ ਹੈਗਾ, ਰੀਸੈਂਟ ਬੁੱਕ ਆਈ ਆ ਜੀ, ਕਿ ਜਿਹੜੀ ਇੰਡੀਅਨ ਡੈਮੋਕ੍ਰੇਸੀ ਆ ਪ੍ਰੈਜ਼ੈਂਟ, ਇਹ ਇਕੱਲੀ ਇਲੈਕਸ਼ਨਾਂ ਜਾਂ ਇਲੈਕਸ਼ਨਾਂ ਦੇ ਮੀਨਿੰਗ ਤੱਕ ਸੀਮਤ ਨਹੀਂ ਰਹਿ ਗਈ ਜੀ, ਨਾ ਇਹਨੂੰ ਉਸ ਤਰ੍ਹਾਂ ਦੇਖਣਾ ਚਾਹੀਦਾ ਜੀ। ਇਹ ਜਿਹੜੀ ਸਪਿਰਿਟ ਹੈ ਡੈਮੋਕ੍ਰੇਸੀ ਦੀ ਜੀ, ਜਿਹੜਾ ਸਬਸਟੈਂਸ ਆ ਡੈਮੋਕ੍ਰੇਸੀ ਦਾ ਜੀ, ਉਹਨੂੰ ਇਹ ਮਾਰ ਰਹੀ ਆ ਜੀ। ਤੇ ਇਹ ਸ਼ੋਰ ਪਾਥ ਹੈਗਾ ਜੋ ਡਾਕਟਰ ਅੰਬੇਦਕਰ ਕਹਿੰਦੇ ਸੀ ਜੀ, ਕਿ ਇਹ ਇੱਕ ਅਤਿਆਚਾਰੀ ਰਾਜ ਵੱਲ ਵੱਧ ਰਹੀ ਆ ਜੀ।
ਨਾ ਬੁੱਕ 'ਚ ਇਹ ਵੀ ਜ਼ਿਕਰ ਆ ਵੀ ਕਦੀ ਵੀ ਜਿਹੜਾ ਇਹ ਦਾਅਵਾ ਕੀਤਾ ਜਾਂਦਾ ਕਿ ਇੰਡੀਅਨ ਡੈਮੋਕ੍ਰੇਸੀ ਜਿਹੜੀ ਸੀ ਇਹ ਬੀਕਨ ਆਫ ਡੈਮੋਕ੍ਰੇਸੀ ਸੀ, ਇੱਕ ਡੈਮੋਕ੍ਰੇਸੀ ਦਾ ਇੱਕ ਚਮਕਦਾ ਹੋਇਆ ਸਿਤਾਰਾ ਸੀਗਾ ਜੀ, ਉਹ ਕਹਿੰਦਾ ਕਦੀ ਵੀ ਨਹੀਂ ਸੀ ਜੀ। ਇੰਡੀਅਨ ਇਹ ਮੰਨਦੇ ਆ ਕਿ ਇੰਡੀਆ ਇਜ਼ ਦ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਜੀ, ਬਟ ਪ੍ਰੈਜ਼ੈਂਟਲੀ ਇਹਦੀ ਜਿਹੜੀ ਹੈਲਦੀ ਕੰਡੀਸ਼ਨਸ ਨੇ ਡੈਮੋਕ੍ਰੇਸੀ ਦੀਆਂ ਉਹ ਇੱਥੇ ਖੁਰ ਰਹੀਆਂ ਨੇ ਜੀ। ਸਿਵਲ ਲਿਬਰਟੀਜ਼ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਦਬਾ ਦਿੱਤੀਆਂ ਗਈਆਂ ਨੇ ਜੀ। ਕਿਸੇ ਤਰ੍ਹਾਂ ਦੀ ਵੀ ਜਿਹੜੀ ਸੋਸ਼ਲ ਜਾਂ ਪੋਲੀਟੀਕਲ ਡਿਸੈਂਟ ਆ ਜੀ ਉਹਦੀ ਕੋਈ ਕਦਰ ਕੀਮਤ ਹੈ ਨਹੀਂ ਜੀ। ਇਹ ਇੱਕ ਬਹੁਤ ਇਕੱਲਾ ਭਾਰਤੀਆਂ ਲਈ ਹੀ ਚਿੰਤਾ ਦਾ ਵਿਸ਼ਾ ਨਹੀਂ, ਇਹ ਦੁਨੀਆ ਨੇ ਵੀ ਆਪਣੀ ਬਾਰ-ਬਾਰ ਚਿੰਤਾ ਦਰਸਾ ਰਹੀ ਆ ਕਿ ਵੇਅਰ ਇੰਡੀਆ ਇਜ਼ ਲੀਡਿੰਗ ਇਟਸੈਲਫ ਟੂ ਜੀ। ਗਿੱਲ ਸਾਹਿਬ, ਅਸੀਂ ਜਿਹੜੀ ਸਾਡੀ ਬਲਡੋਜ਼ਰ ਰਾਜਨੀਤੀ ਹੈ ਜਿਸ ਦੀ ਵਿਆਖਿਆ ਕੀਤੀ ਹੈ, ਇਹਨੂੰ ਅਸੀਂ ਭਵਿੱਖ ਦੇ ਸੰਦਰਭ ਵਿੱਚ ਕਿਵੇਂ ਵੇਖ ਸਕਦੇ ਹਾਂ ਜੀ? ਭਵਿੱਖ 'ਚ ਕਿਸ ਤਰ੍ਹਾਂ ਦੇ ਅਸਰ ਅੰਦਾਜ਼ ਹੋ ਸਕਦੀ ਹੈ? ਇਹਦੇ ਬਾਰੇ ਨਾ ਕਿਸੇ ਮਤਲਬ ਕਿ ਨਾਮੀ ਸ਼ਾਇਰ ਨੇ ਲਿਖਿਆ, ਹੁਣ ਉਹਦਾ ਟਿੱਪਣੀ ਕੀਤੀ ਇਸ ਚੀਜ਼ ਤੇ, ਪਹਿਲੇ ਮਤਲਬ ਲਿਖੀ ਤਾਂ ਪਹਿਲੇ ਦੀ ਹੋਈ ਹੈ ਚੀਜ਼ ਜੀ ਜੀ, ਲਾਗੂ ਹੁਣ ਹੋਈ ਹੈ। ਲਾਗੂ ਮਤਲਬ ਕਿ ਹੁਣ ਜੋ ਮਾਹੌਲ ਬਣ ਰਿਹਾ ਰਾਜਨੀਤੀ ਦਾ, ਉਹਦੇ ਬਾਰੇ ਹੈਗਾ ਵੀ ਉਹਨਾਂ ਨੇ ਇਨਸਾਨ ਨੂੰ ਕਿਹਾ ਵੀ ਡਰ ਜੀ, ਡਰ ਜੀ, ਮੇਰਾ ਦਿਲ ਡਰ ਜੀ, ਡਰ ਇਤਨਾ ਡਰ ਕਿ ਡਰ ਹੀ ਬਣ ਜਾਏ ਤੇਰਾ ਘਰ ਜੀ। ਵੀ ਇੰਨਾ ਡਰ ਪੈਦਾ ਕਰ ਦੋ ਜੀ ਕਿ ਜਿਹੜਾ ਡਰ ਤੁਹਾਡੇ ਘਰ ਦੇ ਅੰਦਰ, ਤੁਹਾਡੇ ਮਨ ਅੰਦਰ ਹੀ ਆ ਵਸੇ ਜੀ, ਕਿ ਇਸ ਤਰ੍ਹਾਂ ਨੂੰ ਭੈ ਭੀਤ ਰੱਖਣੀ ਆਪਾਂ ਸੋਸਾਇਟੀ ਜੀ, ਤਾਂ ਹੀ ਆਪਾਂ ਹਿੰਦੂ ਰਾਸ਼ਟਰ ਦੀ ਨੀਂਹ ਰੱਖ ਸਕਾਂਗੇ ਜੀ। ਬਿਲਕੁਲ, ਉਹ ਜਿਹੜੀ ਭਾਵਨਾ ਸੀ ਹੁਣ ਇਸ ਤਰ੍ਹਾਂ ਉਜਾਗਰ ਹੋ ਰਹੀ ਆ। ਇਹ ਨਹੀਂ ਕਿ ਲੋਕਾਂ ਦੀ ਸਹਿਮਤੀ ਨਾ ਹੋ ਰਹੀ ਆ, ਲੋਕਾਂ 'ਚ ਡਰ ਪੈਦਾ ਕਰਕੇ ਜੀ। ਈਵਨ ਤੁਸੀਂ ਇਹ ਦੇਖੋ ਵੀ ਜਦੋਂ ਹੁਣ ਰਾਜਸਥਾਨ ਵਿੱਚ ਬੁਲਡੋਜ਼ਰ ਰਾਜਨੀਤੀ ਜਾਂ ਇਹ ਕੰਮ ਹੋਇਆ, ਉੱਥੇ ਬੁਲਡੋਜ਼ਰ ਤਾਂ ਨਹੀਂ ਚੱਲੇ ਜੀ, ਕਿਉਂਕਿ ਕਾਂਗਰਸ ਸਰਕਾਰ ਹੈਗੀ ਆ, ਓਪੋਜੀਸ਼ਨ ਦੇ ਵਿੱਚ ਆ ਜੀ। ਉੱਥੇ ਇੱਕ ਜਿਹੜਾ ਹਜੂਮ ਜਦੋਂ ਪਿਆ ਵਿਜੀਲੈਂਟਿਜ਼ਮ ਵਾਲਾ ਹਿੰਦੂਇਜ਼ਮ ਦਾ ਜੀ, ਤਾਂ ਇੱਕ ਮੁਸਲਮਾਨ ਮੌਲਿਕਾ ਮੁਸਲਮਾਨ ਹਿੰਦੂ ਮਤਲਬ ਕਿ ਬੰਦੇ, ਮੌਲਿਕਾ ਰਾਜਪੂਤ ਸੀਗਾ, ਉਹ ਖਰੌਲੀ ਰਾਜਸਥਾਨ ਦੀ ਇੰਸੀਡੈਂਟ ਹੈ ਜੀ। ਉਹਨੇ ਦਰਜਨਾਂ ਜਿਹੜੇ ਵਿਚਾਰੇ ਯੰਗ ਮੁਸਲਮਾਨ ਸੀ ਨਾ, ਉਹਨਾਂ ਨੂੰ ਆਪਣੇ ਘਰ 'ਚ ਸ਼ਰਨ ਦਿੱਤੀ ਬਚਾਉਣ ਲਈ ਜੀ। ਇਹ ਵੀ ਰੀਸੈਂਟ ਅਪ੍ਰੈਲ ਦੀ ਹੁਣ ਦੀ ਗੱਲ ਆ, ਜਦੋਂ ਦੁਬਾਰਾ ਬਲਡੋਜ਼ਰ ਆ ਗਈ ਜੀ ਜੀ, ਤੇ ਆਪ ਅੱਗੇ ਹੋ ਕੇ ਖੜ ਗਏ ਵੀ ਲਓ ਸਾਡਾ ਜੋ ਕਰਨਾ ਕਰ ਲਓ, ਪਰ ਮੈਂ ਇਹਨਾਂ ਨੂੰ ਹੱਥ ਨਹੀਂ ਲੱਗਣ ਦੇਣਾ ਜੀ। ਹਿੰਦੂਇਜ਼ਮ ਵਿੱਚ ਵੀ ਅੰਸ਼ ਮੌਜੂਦ ਨੇ ਜਿਹੜੇ ਫਿਕਰਮੰਦ ਨੇ। ਬਿਲਕੁਲ ਬਿਲਕੁਲ। ਇਸ ਤਰ੍ਹਾਂ ਦਾ ਹੀ ਵਾਕਿਆ ਜਹਾਂਗੀਰਪੁਰੀ ਦਿੱਲੀ ਵਿੱਚ ਹੋਇਆ ਜੀ, ਜਿੱਥੇ ਇੱਕ ਯੰਗ ਹਿੰਦੂ ਬॉय, ਉਹ ਕਹਿੰਦਾ ਇਹ ਮੁਸਲਮਾਨ ਹੈ, ਮੇਰੇ ਦੋਸਤ ਆ, ਜੇ ਕੱਲ ਨੂੰ ਲੋੜ ਪੈ ਗਈ ਮੈਂ ਇਹਦੀ ਮਸਜਿਦ ਅੱਗੇ ਖੜੂੰਗਾ ਜੀ, ਤਾਂ ਕਿ ਉਹਨੂੰ ਬਚਾਵਾਂ, ਭਾਵੇਂ ਮੇਰੇ ਤੇ ਬੁਲਡੋਜ਼ਰ ਚੜਾ ਦਿਓ ਜੀ। ਇਹ ਡਾਕੂਮੈਂਟਡ ਇੰਸੀਡੈਂਟਸ ਨੇ। ਬਿਲਕੁਲ ਬਿਲਕੁਲ ਬਿਲਕੁਲ। ਇਸ ਜਦੋਂ 84 ਦਾ ਸਿੱਖ ਕਾਰਨੇਜ ਹੋਇਆ, ਉਦੋਂ ਵੀ ਬਹੁਤ ਮੇਰੇ ਨਾਲ ਥੋੜੇ ਦਿਨ ਪਹਿਲੇ ਹੀ ਵੈਂਕੂਵਰ ਤੋਂ ਕਿਸੇ ਲੇਡੀ ਦੀ ਗੱਲ ਹੋ ਰਹੀ ਸੀ, ਕਿਸੇ ਨੇ ਮੇਰੀ ਗੱਲ ਕਰਾਈ ਸੀ ਜੀ। ਸ਼ੀ ਵਾਜ਼ ਵਿਕਟਮ ਆਫ 84 ਜੀ। ਉਹ ਕਹਿੰਦੀ ਸਾਨੂੰ ਨਾਲ ਦੇ ਹਿੰਦੂ ਪਰਿਵਾਰ ਨੇ ਹੀ ਬਚਾਇਆ ਜੀ। ਅੰਸ਼ ਜ਼ਰੂਰ ਮੌਜੂਦ ਨੇ, ਬਿਲਕੁਲ, ਚੰਗਿਆਈ ਦਾ ਬੀਨਾਸ਼ ਨਹੀਂ ਹੁੰਦਾ। ਹਾਂ, ਬਹੁਤ ਗਿਣਤੀ ਉਹ ਆ ਜੀ ਜਿਹੜੀ ਡਰ ਪੈਦਾ ਕਰ ਰਹੀ ਹੈ। ਬਿਲਕੁਲ ਬਿਲਕੁਲ, ਜਿਹੜੀ ਆਪਣੇ ਦਿਲਾਂ ਅੰਦਰ ਡਰ ਪੈਦਾ ਕਰ ਰਹੀ ਆ। ਮੈਂ ਬਾਰ-ਬਾਰ ਹੀ ਮੈਨੂੰ ਖਾਦਸਾ ਹੈਗਾ ਕਿ ਸਿੱਖਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਜੇ ਅੱਜ ਮੁਸਲਮਾਨ 15% ਜੋ ਨਾਗਰਿਕ ਨੇ ਭਾਰਤ ਦੇ ਜੀ, ਜੇ ਉਹਨਾਂ ਦਾ ਵਿਨਾਸ਼ ਕੀਤਾ ਜਾ ਰਿਹਾ ਜੀ, ਤਾਂ ਦੂਜੀ ਵੱਡੀ ਮਾਈਨੋਰਟੀ ਕਮਿਊਨਿਟੀ ਸਿੱਖਸ ਨੇ ਜੀ ਜੀ। ਜਾਂ ਤਾਂ ਸਿੱਖਾਂ ਨੂੰ ਉਹ ਕਹਿਣਗੇ ਕਿ ਬੁੱਧੀ ਜੈਨੀਆਂ ਵਾਂਗੂ ਸਾਡੇ ਨਾਲ ਆ ਜਾਓ ਜੀ, ਨਹੀਂ ਆਪਣੀ ਹੋਂਦ ਗਵਾ ਲਓ ਜੀ। ਤੇ ਔਰੰਗਜ਼ੇਬ ਵਾਂਗੂ ਹੁਣ ਸਵਾਲ ਖੜੇ ਹੋ ਰਹੇ ਆ ਜੀ ਜੀ। ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀ ਰਾਜਨੀਤੀ ਹੈ ਇੰਡੀਆ ਦੀ, ਜਿਹੜੀ ਵਾਇਲੈਂਟ ਇੰਡੀਆ ਦੀ ਰਾਜਨੀਤੀ। ਬਿਲਕੁਲ। ਗਿੱਲ ਸਾਹਿਬ, ਇੱਕ ਅਸੀਂ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ, ਸਾਡੇ ਕੋਲ ਸਵਾਲ ਤੁਹਾਡੇ ਲਈ ਬਹੁਤ ਸੀਗੇ। ਇੱਕ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਬਿਆਨ ਦਿੱਤਾ ਜੀ ਕਿ SGPC ਦਿੱਲੀ ਦੇ ਉੱਤੇ ਕਬਜ਼ਾ ਹੋ ਗਿਆ
ਮਤਲਬ ਕਿ ਉਹ ਕਹਿੰਦੇ ਵੀ ਸਾਡੇ ਤੋਂ ਖੁੱਸ ਗਈ ਤਾਂ ਕਬਜ਼ਾ ਹੋ ਗਿਆ। ਉਹ ਕਹਿੰਦੇ ਵੀ ਹੁਣ ਕਿਤੇ ਜਿਹੜੀ SGPC ਹੈ ਜਿਹੜੀ ਅੰਮ੍ਰਿਤਸਰ ਵੀ ਇਸ 'ਤੇ ਵੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਅਸੀਂ ਕਬਜ਼ਾ ਨਹੀਂ ਕਰਨ ਦੇਣਾ, ਅਸੀਂ ਜਾਗਣਾ ਹੈ, ਉਹ ਲੋਕਾਂ ਨੂੰ ਸੱਦਾ ਦੇ ਰਿਹਾ। ਇਹ ਕਬਜ਼ਾ ਸ਼ਬਦ ਕਦੋਂ ਦਾ ਆ ਗਿਆ ਜੀ ਸਿੱਖ ਧਰਮ ਦੇ ਵਿੱਚ? ਗੁਰਦੁਆਰਿਆਂ ਤੇ ਕਬਜ਼ੇ ਵਾਲੀ ਗੱਲ ਕਿਹੜੀ ਆ ਗਈ ਜੀ? ਵੈਸੇ ਤਾਂ ਜੇ ਸਿੱਖ ਟਰਮਨੋਲੋਜੀ ਨੂੰ ਗੁਰੂ ਧਾਮਾਂ ਦੇ ਸੰਦਰਭ ਵਿੱਚ ਦੇਖਿਆ ਜਾਵੇ ਗੁਰਦੁਆਰਾ ਸਾਹਿਬ ਜਿਸ ਨਾਲ ਜੀ, ਤਾਂ ਕਬਜ਼ਾ ਟਰਮਨੋਲੋਜੀ ਐਗਜ਼ਿਸਟ ਹੀ ਨਹੀਂ ਕਰਦੀ। ਬਿਲਕੁਲ। ਸੇਵਾਦਾਰ ਬਦਲ ਸਕਦੇ ਨੇ, ਬਿਲਕੁਲ। ਇੱਕ ਪਾਰਟੀ ਤੋਂ ਵੱਖਰੇ ਹੋ ਸਕਦੇ ਨੇ ਜੀ, ਪ੍ਰਬੰਧ ਬਦਲ ਸਕਦੇ ਨੇ ਸਿੱਖਾਂ ਦੇ ਵਿੱਚ। ਕਦੀ ਕਿਸੇ ਗਰੁੱਪ ਦਾ ਹੈਗਾ ਉਹਦਾ ਸੇਵਾਦਾਰੀ ਦਾ ਕਬਜ਼ਾ ਤਾਂ ਕਿਸੇ ਦਾ ਵੀ ਨਹੀਂ ਕਦੀ ਹੁੰਦਾ। ਨਾਲੇ ਗੁਰੂ ਘਰ ਆਜ਼ਾਦ ਹਸਤੀ ਆ। ਬਿਲਕੁਲ ਬਿਲਕੁਲ। ਗੁਰਬਾਣੀ ਆਪਣੀ ਆਜ਼ਾਦ ਆ ਜੀ, ਉਹਦੇ ਤੇ ਕੋਈ ਚਾਹ ਕੇ ਵੀ ਕਬਜ਼ਾ ਨਹੀਂ ਕਰ ਸਕਦਾ। ਇਹਨਾਂ ਨੇ ਟੈਂਕ ਚੜਾ ਕੇ ਵੀ ਦੇਖ ਲਈ ਇੰਡੀਅਨ ਆਰਮੀ ਨੇ ਜੀ, ਗੁਰਬਾਣੀ ਨਹੀਂ ਮਰੀ। ਜੀ, ਲੋਕ ਜ਼ਰੂਰ ਮਰ ਜਾਂਦੇ ਨੇ ਵਿਚਾਰੇ ਡਿਫੈਂਡ ਕਰਦੇ। ਜੀ ਜੀ ਜੀ, ਸਿੱਖ ਜ਼ਰੂਰ ਮਤਲਬ ਕਿ ਇਸ ਚੀਜ਼ ਤੇ ਸ਼ਹਾਦਤ ਪਾ ਜਾਂਦੇ ਨੇ। ਜੀ, ਇਹ ਬੜੀ ਗਲਤ ਟਰਮਨੋਲੋਜੀ ਵਰਤੀ ਗਈ ਹੈਗੀ ਆ ਐਂਡ ਇਹਦੇ ਵਿੱਚ ਉਹਨਾਂ ਦਾ ਇਹ ਖਾਦਸ਼ਾ ਇਹ ਜ਼ਾਹਰ ਕਰਦਾ ਜੀ ਕਿ SGPC ਤੇ ਕਿਉਂਕਿ ਲੰਮੇ ਚਿਰ ਤੋਂ ਜਦੋਂ ਜੀ SGPC ਹੋਂਦ ਚ ਆਈ ਆ ਜੀ, ਅਕਾਲੀ ਦਲ ਦਾ ਨਾਲ ਸੰਬੰਧਿਤ ਬੰਦੇ ਉਸ ਦੀ ਸੇਵਾਦਾਰੀ ਵਿੱਚ ਰਹੇ ਨੇ ਜੀ। ਹੁਣ ਕਿਉਂਕਿ ਅਕਾਲੀ ਦਲ ਆਪ ਹੀ ਹਾਸ਼ੀਏ ਤੇ ਆ ਗਿਆ ਜੀ, ਉਹਨਾਂ ਨਾਲ ਇਹੀ ਹੁਣ ਕੋਸ਼ਿਸ਼ ਆ ਵੀ ਅਸੀਂ SGPC ਸਿੱਖ ਆਵਾਮ ਨੂੰ ਇਸ ਤਰ੍ਹਾਂ ਦਾ ਜਿਵੇਂ ਮੈਂ ਕਹਿੰਦਾ ਡਰ ਦੀ ਰਾਜਨੀਤੀ ਪੈਦਾ ਕਰੀਏ ਕਿ ਤੁਹਾਡੇ ਗੁਰੂ ਧਾਮਾਂ ਤੇ ਕਬਜ਼ਾ ਹੋ ਜਾਊਗਾ। ਜੀ ਜੀ ਜੀ। ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕਰਦੇ ਆ, ਉੱਥੇ ਠੀਕ ਆ ਪਹਿਲੇ ਜਿਹੜਾ ਗਰੁੱਪ ਉੱਥੇ ਸੇਵਾਦਾਰ ਦੀ ਜਿਹਨਾਂ ਨੂੰ ਸੇਵਾ ਲੱਗੀ ਸੀ ਜੀ, ਉਹ ਅਕਾਲੀ ਦਲ ਨਾਲ ਸੰਬੰਧਿਤ ਸੀਗੇ। ਜੀ, ਹੁਣ ਉਹਨਾਂ ਨੇ ਆਪਣਾ ਵੱਖਰਾ ਪਛਾਣ ਬਣਾ ਲਈ ਆ। ਇਹਨਾਂ ਦੀ ਛਤਰ ਛਾਇਆ ਹੇਠੋਂ ਨਿਕਲ ਗਏ ਨੇ ਉਹ, ਜੀ, ਪਰ ਹੈ ਤਾਂ ਪੰਥ ਦਾ ਹਿੱਸਾ ਹੀ ਨਾ। ਬਿਲਕੁਲ ਬਿਲਕੁਲ ਬਿਲਕੁਲ। ਅਕਾਲੀ ਦਲ ਤੇ ਜਿਹੜੇ ਸਰਪ੍ਰਸਤ ਨੇ ਹੁਣ ਉਹ ਇਹ ਸਮਝੀ ਬੈਠੇ ਆ ਵੀ ਜਿਹੜਾ ਸਾਡੇ ਅਕਾਲੀ ਦਲ ਦੇ ਨਾਲ ਨਹੀਂ ਹੈਗਾ ਜੀ ਉਹ ਪੰਥ ਦਾ ਹਿੱਸਾ ਹੀ ਹੈ ਨਹੀਂਗਾ। ਬਿਲਕੁਲ। ਜਿਸ ਤਰ੍ਹਾਂ ਦੀ SGPC ਇਹਨਾਂ ਨੇ ਹੁਣ ਤੱਕ ਰਨ ਕੀਤੀ ਹੈਗੀ ਆ ਜੀ, ਅਕਾਲੀ ਦਲ ਨੇ ਪ੍ਰੈਜ਼ੈਂਟਲੀ ਇਨ ਲਾਸਟ 30 ਇਅਰਸ অর ਸੋ। ਜੀ ਜੀ। SGPC ਕੋਲੇ 13,000 ਏਕੜ ਜ਼ਮੀਨ ਆ। ਜੀ, 9,000 ਏਕੜ ਪੰਜਾਬ 'ਚ, ਜੀ, ਬਾਕੀ ਹਰਿਆਣੇ 'ਚ। ਜੀ। ਇਹਨਾਂ ਕੋਲੇ 53 ਸਕੂਲ ਨੇ, 35 ਡਿਗਰੀ ਕਾਲਜਸ ਨੇ, ਇੱਕ ਮੈਡੀਕਲ ਕਾਲਜ ਆ, ਇੱਕ ਡੈਂਟਲ ਆ, ਇੱਕ ਨਰਸਿੰਗ ਆ, 2 ਇੰਜੀਨੀਅਰਿੰਗ ਨੇ, 2 ਯੂਨੀਵਰਸਿਟੀਜ਼ ਨੇ, ਇੱਕ IIT ਆ, ITI ਆ। ਜੀ। ਉਹਨਾਂ ਦੇ ਪ੍ਰਬੰਧ ਜਿਹੜੇ ਨੇ ਉਹ ਬੜੀ ਵੱਡੇ ਕੁਐਸਚਨ ਵਿੱਚ ਆ ਚੁੱਕੇ ਨੇ। ਉਹਨਾਂ ਨੂੰ ਜਿਹੜੀ ਫਿਜ਼ੀਕਲ ਫਿਸਕਲ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਜੀ, ਮਤਲਬ ਕਿ ਮਿਸਮੈਨੇਜਮੈਂਟ ਹੋ ਰਹੀ ਹੈਗੀ ਬਹੁਤ ਵੱਡੇ ਪੱਧਰ ਤੇ। ਜਿਹੜੀ 13,000 ਏਕੜ ਜ਼ਮੀਨ ਆ ਜੀ ਉਹਦੇ ਦੇ ਵਿੱਚ 3,000 ਕਿ 3,300 ਏਕੜ ਤੇ ਨਜਾਇਜ਼ ਕਬਜ਼ੇ ਨੇ। ਜੀ, ਜਿਹੜੀਆਂ ਜ਼ਮੀਨਾਂ ਦਿੱਤੀਆਂ ਹੋਈਆਂ ਨੇ ਉਹ ਵੀ ਆਪਣੇ ਚਹੇਤਿਆਂ ਨੂੰ ਸਸਤੇ ਮੁੱਲ ਤੇ ਲੰਮੀ 100 ਸਾਲ ਦੀ ਲੀਜ਼ ਤੇ ਵੀ ਕਈ ਦਿੱਤੀਆਂ ਹੋਈਆਂ ਨੇ ਇਹਨਾਂ ਨੇ। ਜੀ, ਉਹ ਚੀਜ਼ਾਂ ਬਾਰੇ ਵਿਚਾਰ ਚਰਚਾ ਚਲਾਓ, ਨਾ ਕਿ ਕਬਜ਼ਿਆਂ ਬਾਰੇ ਵਿਚਾਰ ਚਰਚਾ। ਜੀ ਜੀ ਬਿਲਕੁਲ। ਕਿਉਂਕਿ ਉਹ ਗੁਰੂ ਦਾ ਸਰਮਾਇਆ ਹੈਗੇ ਆ। ਜੀ, ਗੁਰੂ ਘਰ ਆਜ਼ਾਦ ਹਸਤੀਆਂ ਨੇ, ਆਜ਼ਾਦ ਹਸਤੀਆਂ ਦੀਆਂ ਲੋਕਾਂ ਨੇ ਸ਼ਰਧਾ ਭਾਵਨਾਵਾਂ ਮੱਥੇ ਟੇਕੇ ਹੋਏ ਨੇ। ਜੀ, ਉਹਨਾਂ ਦੀ ਕਦਰ ਕੀਮਤਾਂ ਪਾਉਣੀਆਂ ਚਾਹੀਦੀਆਂ ਨੇ। ਅੱਜ ਸਵਾਲ ਕਬਜ਼ੇ ਦਾ ਨਹੀਂ ਹੈਗਾ, ਨਾ ਕਬਜ਼ਾ ਕੋਈ ਟਰਮ ਹੈਗੀ ਆ। ਜੀ, ਸੇਵਾ ਸੰਭਾਲ ਦੇ ਵਿੱਚ ਆਪਾਂ ਕਿਵੇਂ ਤਰਤੀਬ ਲੈ ਕੇ ਆਉਣੀ ਆ। ਜੇ DGPC ਦਾ ਪ੍ਰਬੰਧ ਭਾਵੇਂ ਬਦਲ ਗਿਆ, ਲੋਕਾਂ ਨੇ ਚਿਹਰੇ ਤਾਂ ਉਹੀ ਨੇ, ਉਹਨਾਂ ਨੇ ਆਪਣੀ ਐਫੀਲੀਏਸ਼ਨਸ ਬਦਲ ਲਈਆਂ। ਜੀ ਬਿਲਕੁਲ। ਤਾਂ ਹੀ ਤਾਂ ਉਹਨਾਂ ਨੂੰ 8 ਕਰੋੜ ਰੁਪਇਆ ਸਰਕਾਰ ਤੋਂ ਮੰਗਣਾ ਪੈ ਰਿਹਾ। ਜੀ ਜੀ ਜੀ। ਉਹ ਵੀ ਜਨਮ ਸ਼ਤਾਬਦੀ ਕਿਹਦੀ ਮਨਾਉਣੀ ਹੈ? ਗੁਰੂ ਤੇਗ ਬਹਾਦਰ ਦੀ। ਬਿਲਕੁਲ। ਇਸ ਤਰ੍ਹਾਂ ਦੇ ਸੰਦਰਭ ਵਿੱਚ ਆਪਾਂ ਨੂੰ ਇੱਕ ਰਿਸਪੌਂਸੀਬਲ ਲੀਡਰ ਨੂੰ ਇੱਦਾਂ ਦੀ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਤੁਹਾਡੀਆਂ ਆਪਣੀਆਂ ਪਰਸਨਲ ਫਰਸਟ੍ਰੇਸ਼ਨਸ ਹੋ ਸਕਦੀਆਂ ਨੇ ਕਿ ਸਾਡੇ ਕੋਲੋਂ ਰਾਜ ਚਲਾ ਗਿਆ। ਜੀ, ਪਰ ਤੁਹਾਡੇ ਕੋਲੋਂ ਰਾਜ ਚੱਲਣਾ ਇਹ ਤਾਂ ਨਹੀਂ ਕਿ ਸਿੱਖ ਜਿਹੜੇ ਹੈਗੇ ਰਾਜਹੀਨ ਹੋ ਗਏ। ਬਿਲਕੁਲ। ਇਸ ਸੰਦਰਭ ਵਿੱਚ ਮਤਲਬ ਹੈਗਾ ਸਾਨੂੰ ਇੱਕ ਸ਼੍ਰੋਮਣੀ ਕਮੇਟੀ ਨੇ ਵੀ ਗਿਲ ਸਾਹਿਬ ਇੱਕ ਹੁਣ ਕੀਤਾ ਦਿੱਲੀ ਮਿਸ਼ਨ ਦਾ ਐਲਾਨ ਕੀਤਾ ਉਹਨਾਂ ਨੇ
ਵੀ ਅਸੀਂ ਦਿੱਲੀ ਜਾ ਕੇ ਇਸ ਤਰ੍ਹਾਂ ਨਗਰ ਕੀਰਤਨ ਕਰਾਵਾਂਗੇ, ਧਰਮ ਪ੍ਰਚਾਰ ਕਰਾਂਗੇ, ਅਸੀਂ ਇੱਥੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਆਪਦਾ ਸੁਧਾਰ ਕਰਨਾ ਹੈ। ਉਹ ਮਸਲਾ ਉਹੀ ਹੈ ਜਿਸ ਤਰ੍ਹਾਂ ਦੇ ਕਬਜ਼ੇ ਦੀ ਹੁਣ ਸੁਖਬੀਰ ਸਿੰਘ ਬਾਦਲ ਗੱਲ ਕਰ ਰਹੇ ਹੈ ਵੀ ਉੱਥੇ ਇੱਕ ਕਲੇਸ਼ ਖੜਾ ਕਰਨਾ ਹੈ, ਕਿਉਂਕਿ ਉੱਥੋਂ ਦਾ ਜਿਹੜੇ ਗੁਰਦੁਆਰੇ ਦੇ ਸੀ ਇਮਾਰਤ ਦਾ ਏਰੀਆ ਚਾਂਦਨੀ ਚੌਂਕ ਦਾ, ਉਹਦੇ ਵਿੱਚ ਅਕਾਲੀ ਦਲ ਦੇ ਤੇ ਕਈ ਧੜਿਆਂ ਦੇ ਅੱਡ ਅੱਡ ਦਫ਼ਤਰ ਬਣੇ ਹੋਏ ਆ। ਰਕਾਬਗੰਜ ਸਾਹਿਬ ਹਾਂ, ਉਹ ਉੱਥੇ ਬਣੇ ਹੋਏ ਆ ਦਫ਼ਤਰ, ਤੇ ਉਹ ਦਫ਼ਤਰਾਂ ਦਾ ਰੌਲਾ ਹੈ। ਹੁਣ ਦਫ਼ਤਰਾਂ ਦੇ ਅਕਾਲੀ ਦਲ ਨੇ ਜਿਹੜਾ ਦਫ਼ਤਰ ਹੈ ਉਹ ਕਾਲਕਾ ਹੁਣੇ ਨੇ ਖੋਲਿਆ ਸੀਗਾ, ਉਹਨਾਂ ਨੇ ਕਬਜ਼ਾ ਕਰ ਲਿਆ ਸੀਗਾ। ਲੇਕਿਨ ਇਹਨਾਂ ਨੇ ਕੀ ਕੀਤਾ, ਹਾਂਜੀ, ਇਹਨਾਂ ਨੇ ਅਵਤਾਰ ਸਿੰਘ ਹਿੱਤ ਹੋਣਾ ਨੇ ਕੀ ਕੀਤਾ ਹੈ ਵੀ ਉੱਥੇ ਜਾ ਕੇ ਤੇ ਅਖੰਡ ਪਾਠ ਸਾਹਿਬ ਆਰੰਭ ਕਰਤੇ ਆ ਦਫ਼ਤਰ ਦੇ ਵਿੱਚ, ਕਿਉਂਕਿ ਉਹ ਸ਼ਤਾਬਦੀ ਵਾਲੇ ਪਾਸੇ ਉਲਝੇ ਹੋਏ ਸੀਗੇ। ਇਹਨਾਂ ਨੇ ਜਾ ਕੇ ਉੱਥੇ ਕਬਜ਼ਾ ਕਰ ਲਿਆ। ਉਸ ਨੂੰ ਹੁਣ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਅਕਾਲੀ ਦਲ ਵਾਸਤੇ ਸ਼੍ਰੋਮਣੀ ਕਮੇਟੀ ਲੜੂਗੀ। ਉਹ ਮਤਲਬ ਕਿ ਇਹ ਸਾਰੀਆਂ ਇਹਨਾਂ ਨੇ ਨਾ ਜਿਹੜਾ ਧਰਮ ਦਾ ਆਸਰਾ ਤੱਕਣ ਦੀ ਬਜਾਏ ਜੀ ਧਰਮ ਨੂੰ ਇਹਨਾਂ ਨੇ ਜਿਹੜੀ ਧਰਮ ਦੀ ਸੇਵਾਦਾਰ ਲਈ ਬਣਾਈ ਗਈ ਪ੍ਰਬੰਧਕ ਕਮੇਟੀ ਸੀ ਜੀ, SGPC ਜੀ, ਬਈ ਉਹ ਧਰਮ ਦੇ ਲਈ ਆਪਣਾ ਸੇਵਾ ਭਾਵਨਾ ਨੂੰ ਆਪਣੇ ਆਪ ਨੂੰ ਅਰਪਣ ਕਰਨ ਜੀ। ਹੁਣ ਕਿਉਂਕਿ ਇਹਨਾਂ ਕੋਲੇ ਰਾਜਨੀਤਿਕ ਸਪੇਸ ਤਾਂ ਰਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਕੋਲੇ ਜੀ, ਇਹ SGPC ਕੋਲੇ ਜਿਹੜੀ ਉਹਨਾਂ ਦੀ ਧਰਮ ਪ੍ਰਤੀ ਪ੍ਰਤੀਨਿਧਤਾ ਹੈਗੀ ਆ ਜੀ, ਉਹਨੂੰ ਇਹ ਆਪਣੀ ਰਾਜਨੀਤੀ ਲਈ ਵਰਤ ਰਹੇ ਨੇ ਜੀ। ਅਕਾਲੀ ਦਲ ਬਾਦਲ ਨਾਲ ਐਫੀਲੀਏਟਡ ਬੰਦਿਆਂ ਨੇ ਜਾ ਕੇ ਦਫ਼ਤਰ ਤੇ ਉਹਨੂੰ ਆਪਾਂ ਕਹਿ ਸਕਦੇ ਕਿ ਕਬਜ਼ਾ ਵਾਪਸ ਲੈ ਲਿਆ ਜੀ। ਉਹ ਗੁਰੂ ਘਰ ਨਹੀਂ ਹੈਗਾ ਜੀ ਜੀ, ਹਾਂ ਬਿਲਕੁਲ ਬਿਲਕੁਲ। ਗੁਰੂ ਘਰ ਦੇ ਵਿੱਚ ਇੱਕ ਵਿੰਗ ਵਿੱਚ ਉੱਥੇ ਅਕਾਲੀ ਦਲ ਦਾ ਦਫ਼ਤਰ ਆ ਕਾਫੀ ਲੰਬੇ ਸਮੇਂ ਤੋਂ ਜੀ, ਸਾਰੇ ਧੜਿਆਂ ਦੇ ਤਕਰੀਬਨ ਹੈਗੇ ਜੀ। ਹਾਂ, ਜਿਹੜੇ ਧਿਰ ਭਾਰੀ ਰਹੀ ਉਹਨੇ ਉਸ ਦਫ਼ਤਰ ਤੇ ਆਪਣਾ ਕੰਟਰੋਲ ਰੱਖਿਆ ਜੀ। ਹੁਣ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਪ੍ਰਬੰਧਕ ਕਮੇਟੀ ਤੇ ਸਾਰੇ ਮੈਂਬਰ ਸਾਹਿਬਾਨ ਜੀ ਉਹਨਾਂ ਨੇ ਆਪਣੀ ਐਫੀਲੀਏਸ਼ਨ ਅਕਾਲੀ ਦਲ ਬਾਦਲ ਤੋਂ ਪਿੱਛੇ ਖਿੱਚ ਲਈ ਬਿਲਕੁਲ। ਇਸ ਲਈ ਉਹਨਾਂ ਨੇ ਸੋਚਿਆ ਵੀ ਇਹ ਦਫ਼ਤਰ ਸਾਡਾ, ਉਹ ਪਰ ਟੈਕਨੀਕਲੀ ਦਫ਼ਤਰ DGPC ਦਾ ਦਫ਼ਤਰ ਨਹੀਂ ਹੈਗਾ। DGPC ਦੇ ਕੰਪਲੈਕਸ ਦੇ ਵਿੱਚ ਜੀ ਉਹ ਦਫ਼ਤਰ ਹੈਗਾ, ਪਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਜੀ 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 ਜੀ। ਇਹ ਠੀਕ ਆ ਵੀ ਇਹਨਾਂ ਨੇ ਵਾਪਸ ਲੈ ਲਿਆ ਉਹ ਜੀ ਅਖੰਡ ਪਾਠ ਸਾਹਿਬ, ਕਿਉਂਕਿ ਹਮੇਸ਼ਾ ਸਿੱਖ ਰਾਜਨੀਤੀ ਵਿੱਚ ਆਪਣੀ ਪਛਾਣ ਬਣਾਉਣ ਲਈ ਗੁਰੂ ਸਾਹਿਬ ਦਾ ਆਸਰਾ ਲਿਆ ਜਾਂਦਾ ਹੈ। ਇਹਨਾਂ ਨੇ ਅਖੰਡ ਪਾਠ ਸਾਹਿਬ ਸ਼ੁਰੂ ਕਰ ਲਿਆ ਹੋਊਗਾ ਟੂ ਗੈਟ ਕੇ ਵੀ ਇਹਦੇ ਨਾਲ ਸਾਨੂੰ ਜ਼ਿਆਦਾ ਰੈਕੋਗਨੀਸ਼ਨ ਮਿਲ ਜੂਗੀ। ਹਾਂ, ਰੈਕੋਗਨੀਸ਼ਨ ਮਿਲ ਜੂਗੀ, ਪਰ ਦੂਜੀ ਧਿਰ ਜਦੋਂ ਜੋ ਗੁਰੂ ਸਾਹਿਬ ਦੀ ਹਾਜ਼ਰੀ ਉੱਥੇ ਹੋਊਗੀ ਉਹ ਦਖਲ ਨਹੀਂ ਦੇ ਸਕੂਗੀ, ਕੋਈ ਧੱਕਾ ਨਹੀਂ ਕਰ ਸਕੂਗੀ। ਹਾਂ, ਮਤਲਬ ਕਿ ਇਹ ਮਕਸਦ ਹੈ ਵਰਤਿਆ ਜਾ ਰਿਹਾ। ਅੱਗੇ ਵੀ ਗੱਲ ਕੀਤੀ ਸੀ ਜਿਹੜੀ 84 ਦੀ, ਜਦੋਂ 1984 ਦੀ ਜਿਹੜੀ ਚੀਜ਼ ਸੀਗੀ ਨਾ, ਚੀਜ਼ ਨੂੰ ਸਮਝਣ ਦੀ ਬਜਾਏ ਜੀ ਈਵਨ ਵੈਸਟਰਨ ਵਰਲਡ ਵਿੱਚ ਵੀ ਉਸ ਭਾਵਨਾਵਾਂ ਨੂੰ ਲੋਕਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਆਪਣੇ ਅਧੀਨ ਲਿਆਉਣ ਲਈ ਵਰਤਿਆ ਜੀ। ਬਿਲਕੁਲ ਬਿਲਕੁਲ ਬਿਲਕੁਲ, ਨਾ ਕਿ ਜੋ ਸਿੱਖਾਂ ਦੀ ਪੀੜ ਸੀਗੀ ਜੀ ਉਹਨੂੰ ਮਲਮ ਲਾ ਕੇ ਉਹਦਾ ਕੋਈ ਹੱਲ ਲੱਭਦੇ ਜੀ। ਉਹ ਐਸੀ ਗੁਰਦੁਆਰਿਆਂ ਦੀ ਰਾਜਨੀਤੀ ਵਿੱਚ ਉਲਝੇ ਨੇ। ਹੁਣ ਤੁਹਾਡੀਆਂ ਸਿੱਖ ਡੇ ਪਰੇਡਸ ਹੁੰਦੀਆਂ ਨੇ ਜੀ, ਉੱਥੇ ਤੁਸੀਂ ਬਹੁਤ ਸਿੱਖ ਗਿਣਤੀ 'ਚ ਇਕੱਠੇ ਹੁੰਦੇ ਨੇ ਜੀ। ਉਹਦਾ ਪਰਪਸ ਤਾਂ ਇਹੀ ਹੈ ਨਾ ਕਿ ਆਪਾਂ ਮੈਸੇਜ ਦੇ ਰਹੇ ਹਾਂ ਵੈਸਟਰਨ ਵਰਲਡ ਨੂੰ ਵੀ ਅਸੀਂ ਵੀ ਕੋਈ ਬੰਦੇ ਹੈ, ਅਸੀਂ ਵੀ ਇਨਸਾਨ ਹੈਗੇ ਆ। ਬਿਲਕੁਲ ਬਿਲਕੁਲ ਬਿਲਕੁਲ, ਆਹ ਸਾਡਾ ਧਰਮ ਜੀ। ਪਰ ਉਹ ਪ੍ਰਚਾਰ ਕੱਲਾ ਐ ਦਬਦਬੇ ਵਿੱਚ ਜਾਂ ਗੱਤਕਿਆਂ ਵਿੱਚ ਨਾ ਖਿਲਾਰਿਆ ਜਾਵੇ। ਉੱਥੇ ਐਲਬਰਟ ਆਇਨਸਟਾਈਨ, ਇਮੈਨੂਅਲ ਕੰਟ ਜੀ, ਬਰਨਾਰਡ ਰਸਲ ਜੀ, ਇਹਨਾਂ ਲੋਕਾਂ ਦੇ ਵੱਲੋਂ ਸਿੱਖ ਫਿਲਾਸਫੀ ਬਾਰੇ ਕੀ ਕਿਹਾ ਗਿਆ ਜੀ ਉਹ ਦੱਸਿਆ ਜਾਵੇ ਜੀ ਜੀ, ਤਾਂ ਕਿ ਜਿਹੜੀ ਲੈਂਗੁਏਜ ਵੈਸਟਰਨ ਵਰਲਡ ਸਮਝਦਾ ਜੀ ਉਸ ਲੈਂਗੁਏਜ ਉਹਨਾਂ ਨੂੰ ਦੱਸਿਆ ਜਾਵੇ, ਨਾ ਕਿ ਉੱਥੇ ਕਿਰਪਾਨਾਂ ਤੇ ਵਰਸ਼ੇ ਚਲਾ ਕੇ ਕੋਈ ਉਹਨਾਂ ਤੋਂ ਆਪਣੀ ਕੋਈ ਤਾਕਤ ਦਾ ਪ੍ਰਗਟਾਵਾ ਕੀਤਾ। ਤਾਕਤ ਨਹੀਂ ਚਾਹੀਦੀ, ਆਪਾਂ ਨੂੰ ਸੋਚ ਚਾਹੀਦੀ ਆ। ਬਿਲਕੁਲ ਬਿਲਕੁਲ, ਸੋਚ ਨਾਲੋਂ ਵੱਡਾ ਕੋਈ ਪਾਵਰਫੁਲ ਵੈਪਨ ਨਹੀਂ ਹੁੰਦਾ ਜੀ ਜੀ। ਗਿੱਲ ਸਾਹਿਬ ਸਾਡੇ ਕੋਲ ਦੱਸਾਂਗੇ ਜੀ, ਸਾਡੇ ਕੋਲ ਸਿਰਫ 6 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਜੀ। ਅਸੀਂ ਤੁਹਾਡੇ ਤੋਂ ਆਖਰੀ ਸਵਾਲ ਵਜੋਂ ਲੈਣਾ ਚਾਹੁੰਦੇ ਸੀ ਕਿ
ਜਿਹੜੀ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ, ਕਿਉਂਕਿ ਪਹਿਲਾਂ ਜਿਵੇਂ ਕਿ ਕੇਜਰੀਵਾਲ ਨੇ ਪੰਜਾਬ ਦੇ ਜਿਹੜੇ ਅਧਿਕਾਰੀ ਹੈ ਉਹ ਦਿੱਲੀ ਬੁਲਾਏ ਸੀਗੇ, ਦਿੱਲੀ ਬੁਲਾ ਕੇ ਕੀ ਕਿਹਾ ਕੀ ਨਹੀਂ ਕਿਹਾ ਉਹ ਚਲੋ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਉਸ 'ਤੇ ਰਾਮ ਰੌਲਾ ਬਹੁਤ ਪੈ ਗਿਆ ਸੀਗਾ, ਬੜਾ ਹੋ ਹੱਲਾ ਹੋਇਆ ਪੰਜਾਬ ਦੇ ਵਿੱਚ ਵੀ ਕੇਜਰੀਵਾਲ ਕੌਣ ਹੁੰਦਾ, ਕਿਉਂਕਿ ਦੂਜੀ ਸਟੇਟ ਦਾ ਮੁੱਖ ਮੰਤਰੀ ਸਾਡੇ ਅਧਿਕਾਰੀਆਂ ਨੂੰ ਕਿਵੇਂ ਤਲਬ ਕਰ ਸਕਦਾ। ਔਰ ਉਹਨੂੰ ਹੁਣ ਕਾਨੂੰਨੀ ਜਾਮਾ ਬਣਾਉਣ ਵਾਸਤੇ ਪੰਜਾਬ ਸਰਕਾਰ ਨੇ ਤੇ ਦਿੱਲੀ ਸਰਕਾਰ ਨੇ ਇੱਕ ਸਮਝੌਤਾ ਕੀਤਾ ਜੀ। ਉਸ ਸਮਝੌਤੇ ਦੇ ਤਹਿਤ ਇਹਨਾਂ ਨੇ ਮਤਲਬ ਕਿ ਉਹ 18 ਮਹਿਕਮੇ ਜਿਹੜੇ ਹੈ ਉਹਨਾਂ ਦੀ ਉਹ ਕੋਲੈਬੋਰੇਸ਼ਨ ਕਰਤੀ ਉਹਦੇ ਨਾਲ, ਦਿੱਲੀ ਨਾਲ। ਹੁਣ ਉਹਨਾਂ ਦੀ ਸਾਂਝੀਆਂ ਕਮੇਟੀਆਂ ਬਣ ਗਈਆਂ, ਅੱਧੇ ਮੈਂਬਰ ਜਿਹੜੇ ਦਿੱਲੀ ਦੇ ਹੋਣਗੇ, ਅੱਧੇ ਮੈਂਬਰ ਪੰਜਾਬ ਦੇ ਹੋਣਗੇ, ਤੇ ਉਹ ਰਲ ਕੇ ਕਹਿੰਦੇ ਵੀ ਫੈਸਲੇ ਲਿਆ ਕਰਨਗੇ। ਇਹਨੂੰ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ? ਜਿਹੜਾ ਦਿੱਲੀ ਮਾਡਲ ਨੂੰ ਪੰਜਾਬ 'ਚ ਪ੍ਰਚਾਰਿਆ ਜਾ ਰਿਹਾ ਨਾ ਜੀ, ਉਸ ਦੇ ਸਿਰ ਤੇ ਇਹਨਾਂ ਨੇ ਇਲੈਕਸ਼ਨ ਵੀ ਲੜੀ ਤੇ ਕਾਮਯਾਬੀ ਵੀ ਹਾਸਲ ਕੀਤੀ ਜੀ। ਬਹੁਮਤ ਇਹਨਾਂ ਨੂੰ ਓਵਰਵੈਲਮਿੰਗ ਬਹੁਮਤ ਅੱਜ ਅਸੈਂਬਲੀ ਵਿੱਚ ਜੀ। ਇਸ ਕਰਕੇ ਭਗਵੰਤ ਮਾਨ ਦੀ ਲੀਡਰਸ਼ਿਪ ਨੂੰ ਕੋਈ ਖਤਰਾ ਨਹੀਂ ਹੈਗਾ ਪ੍ਰੈਜ਼ੈਂਟਲੀ ਜੀ। ਇਸੇ ਤਰ੍ਹਾਂ ਜਿਹੜਾ ਅਰਵਿੰਦ ਕੇਜਰੀਵਾਲ ਆ, ਜਿਹੜਾ ਇਹਨਾਂ ਦਾ ਪ੍ਰੈਜ਼ੀਡੈਂਟ ਆ ਚਾਹੇ ਸੁਪਰੀਮੋ ਹੈਗਾ ਜੀ, ਉਹਨੇ ਇਸ ਜਿਹੜਾ ਮੈਂਡੇਟ ਆ ਪੰਜਾਬ ਦਾ ਜੀ, ਉਹਨੂੰ ਇਹ ਦਿੱਲੀ ਮੈਂਡੇਟ 'ਚ ਬਦਲ ਰਿਹਾ ਹੈਗਾ ਜੀ, ਤਾਂ ਕਿ ਪੰਜਾਬ ਨੂੰ ਇੱਕ ਸਟੇਜਿੰਗ ਗਰਾਊਂਡ ਬਣਾ ਸਕੇ ਜੀ, ਜਿਹਦੇ ਨਾਲ ਕਿ ਉਹਦਾ ਜਿਹੜਾ ਦਿੱਲੀ ਮੈਂਡੇਟ ਆ ਜੀ, ਉਹ ਹੋਰ ਸਟੇਟਾਂ ਵਿੱਚ ਵੀ ਹੀ ਕਾਮਯਾਬ ਹੋਵੇ ਜੀ। ਪਹਿਲੇ ਕੱਲ ਫਰੰਟ ਪੇਜ ਤੇ ਅਜੀਤ ਤੇ ਪਹਿਲੇ ਖਬਰ ਛਪੀ ਸੀ ਕਿ ਪੰਜਾਬ ਨੇ ਗਵਰਨਮੈਂਟ ਨੇ ਆਪਣੇ ਜਿਹੜੇ 18 ਵਿਭਾਗ ਜਿਹੜੇ ਡਿਪਾਰਟਮੈਂਟ ਸੀਗੀ ਨੇ ਜਾਂ ਮਹਿਕਮੇ ਕਹਿ ਲਓ ਜੀ, ਜੀ, ਉਹਨਾਂ ਦੀ ਆਪਣੇ ਆਪ ਨੂੰ ਦਿੱਲੀ ਮੈਂਡੇਟ ਦੇ ਥੱਲੇ ਲੈ ਆਂਦਾ। ਪਰ ਉਹ ਕਹਿੰਦੇ ਵੀ ਸਾਡੇ ਕੋਲੇ ਹਜੇ ਆਫੀਸ਼ੀਅਲ ਹੈ ਨਹੀਂ, ਪਰ ਉਹਨਾਂ ਨੇ ਫਰੰਟ ਪੇਜ ਤੇ ਛਾਪੀ ਸੀ, ਡਾਕੂਮੈਂਟ ਦਾ ਫਰੰਟ ਵਾਲਾ ਕਵਰ ਵੀ ਛਾਪਿਆ। ਬਿਲਕੁਲ ਬਿਲਕੁਲ ਬਿਲਕੁਲ। ਇਹ ਪਿਛਲੇ 2 ਦਿਨਾਂ ਤੋਂ ਜਿਹੜੀ ਭਗਵੰਤ ਮਾਨ ਗਵਰਨਮੈਂਟ ਭਗਵੰਤ ਮਾਨ ਤੇ ਨਾਲ ਇਹਦੇ ਕੈਬਨਿਟ ਕਲੀਗਸ ਦਿੱਲੀ ਗਏ ਹੋਏ ਸੀ ਕਿ ਅਸੀਂ ਦਿੱਲੀ ਮਾਡਲ ਸਟੱਡੀ ਕਰਨ ਜਾ ਰਹੇ ਹਾਂ ਜੀ। ਜਦ ਕਿ ਇਸੇ ਦਿੱਲੀ ਮਾਡਲ ਦੇ ਸਿਰ ਤੇ ਇਹਨਾਂ ਨੇ ਇਲੈਕਸ਼ਨਾਂ ਲੜੀਆਂ। ਕਿ ਜਦੋਂ ਇਹ ਇਲੈਕਸ਼ਨਾਂ ਲੜੀਆਂ ਇਹਨਾਂ ਨੂੰ ਦਿੱਲੀ ਮਾਡਲ ਬਾਰੇ ਪਤਾ ਨਹੀਂ ਸੀ। ਬਿਲਕੁਲ। ਹੁਣ ਕੀ ਵੇਖਣ ਜਾ ਰਹੇ ਕਿਉਂ ਤੁਸੀਂ ਲੋਕਾਂ ਦੀ ਬੁੱਧੀ ਨੂੰ ਬਾਰ-ਬਾਰ ਚੈੱਕ ਕਰ ਰਹੇ ਹੋ ਜੀ। ਉਹਨਾਂ ਨੂੰ ਤੁਸੀਂ ਪਰਸੈਪਸ਼ਨ ਹੁੰਦਾ ਕਿ ਇੱਕ ਭੁਲੇਖਾ ਕ੍ਰੀਏਟ ਕਰਨਾ ਜੀ ਵੀ ਅਸੀਂ ਹਜੇ ਤਾਂ ਕੋਖ ਪਰਖ ਹੀ ਰਹੇ ਹਾਂ ਜੀ ਕਿ ਕਿਵੇਂ ਕੰਮ ਕਰਨਾ ਜੀ। ਜਦ ਕਿ 8 ਸਾਲ ਇਹ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹਨੂੰ ਉੱਥੇ ਘਰ ਵੀ ਮਿਲਿਆ ਹੋਇਆ, ਇਹ ਉੱਥੇ ਦਿੱਲੀ ਮਾਡਲ 'ਚ ਹੀ ਰਿਹਾ ਜੀ। ਤੇ ਹੀ ਸ਼ੁੱਡ ਹੈਵ ਨੋਨ ਬਾਈ ਨਾਓ ਈਚ ਐਂਡ ਐਵਰੀ ਕਾਰਨਰ ਆਫ ਦਿੱਲੀ ਮਾਡਲ ਜੀ। ਜੇ ਦਿੱਲੀ ਤੋਂ ਹੀ ਸਲਾਹ ਲੈਣੀ ਹੈ ਪੰਜਾਬ ਗਵਰਨਮੈਂਟ ਨੇ ਉਹਨਾਂ ਦੇ ਵੀ ਨਹੀਂ ਕਰਨੀ ਕਿ ਪੰਜਾਬ ਵਿੱਚ ਐਜੂਕੇਸ਼ਨ ਐਕਸਪਰਟਸ ਹੈ ਨਹੀਂ ਜੀ, ਕਿ ਪੰਜਾਬ ਵਿੱਚ ਹੈਲਥ ਦੇ ਨਾਲ ਰਿਲੇਟਡ ਐਕਸਪਰਟਸ ਹੈ ਨਹੀਂ। ਬਿਲਕੁਲ। ਜਿਵੇਂ ਆਪਾਂ ਸ਼ੁਰੂ 'ਚ ਡੈਮ ਸੇਫਟੀ ਐਕਟ ਬਾਰੇ ਗੱਲ ਕੀਤੀ ਸੀ, ਪਹਿਲੇ ਪੰਜਾਬ ਵਿੱਚ ਜਿਹੜਾ ਬਿਊਰੋਕਰੈਟ ਹੁੰਦਾ ਨਾ ਜੀ, ਉਹ ਇੱਕ ਤਰ੍ਹਾਂ ਨਾਲ ਤੁਹਾਡਾ ਥਿੰਕ ਟੈਂਕ ਹੁੰਦਾ ਕਿਸੇ ਗਵਰਨਮੈਂਟ ਦਾ ਜੀ। ਬਿਲਕੁਲ। ਉਹਨਾਂ ਨੇ ਪਾਲਿਸੀਜ਼ ਬਾਰੇ ਪਹਿਲੇ ਸੋਚਣਾ, ਫਿਰ ਉਹਨਾਂ ਨੇ ਮਿਨਿਸਟਰ ਅੱਗੇ ਲੈ ਕੇ ਆਉਣੀਆਂ, ਮਿਨਿਸਟਰ ਨੇ ਚੀਫ ਮਿਨਿਸਟਰ ਅੱਗੇ ਲੈ ਕੇ ਆਉਣੀਆਂ, ਦੈਨ ਦੇ ਡਿਸਕਸ ਦੋਜ਼ ਥਿੰਗਸ ਜੀ। ਇਸ ਚੀਜ਼ ਨਾਲ ਇਹ ਸ਼ੋ ਹੋ ਰਿਹਾ ਕਿ ਪੰਜਾਬ ਵਿੱਚ ਜਿਹੜਾ ਥਿੰਕ ਟੈਂਕ ਹੈਗਾ ਜੀ, ਉਹ ਥਿੰਕ ਟੈਂਕ ਨਾ ਹੋ ਕੇ ਜਿਵੇਂ ਡਾਕਟਰ MS ਰੰਧਾਵਾ ਹੁਣੀ ਹੁੰਦੇ ਸੀ, ਸਰਦਾਰ ਸਵਰਨ ਸਿੰਘ ਬੋਪਾਰਾਏ ਸੀ, ਸਰਦਾਰ ਅਮਰੀਕ ਸਿੰਘ ਪੂਨੀ ਸੀ, ਸਰਦਾਰ ਹਰਦਿਆਲ ਸਿੰਘ ਸੀ, ਜਿਨ੍ਹਾਂ ਨੇ ਜਦੋਂ 1984 ਹੋਇਆ ਉਹ ਛੁੱਟੀ ਲੈ ਲਈ ਸੀ ਜੀ। ਜੇ ਪਾਣੀਆਂ ਤੇ SYL ਦਾ ਇਸ਼ੂ ਉੱਠਿਆ ਤਾਂ ਸਰਦਾਰ ਸਵਰਨ ਸਿੰਘ ਬੋਪਾਰਾਏ ਹੁਣੀ ਬੀਇੰਗ ਸੈਕਟਰੀ ਆਫ ਇਰੀਗੇਸ਼ਨ ਅੱਗੇ ਹੋ ਕੇ ਖੜ ਗਏ ਜੀ ਵੀ ਇਹ ਕੰਮ ਨਹੀਂ ਹੋ ਸਕਦਾ, ਇਹ ਕੰਮ ਆਪਾਂ ਨਹੀਂ ਕਰ ਸਕਦੇ ਜੀ। ਕਿਉਂਕਿ ਉਹਨਾਂ ਵਿੱਚ ਪੰਜਾਬੀਅਤ ਤੇ ਸਿੱਖ ਹੋਣ ਦੇ ਨਾਤੇ ਉਹਨਾਂ ਅੰਦਰ ਉਹ ਭਾਵਨਾਵਾਂ ਬੋਲ ਰਹੀ ਸੀ। ਬਿਲਕੁਲ। ਹੁਣ ਜਿਹੜੇ ਬਿਊਰੋਕਰੈਟ ਹੈ ਥਿੰਕ ਟੈਂਕ ਨਾ ਹੋ ਕੇ ਯੈਸ ਮੈਨ ਬਣ ਗਏ ਜੀ। ਇਨਫੈਕਟ ਇਹ ਫੈਸਿਲੀਟੇਟ ਕਰ ਰਹੇ ਆ ਕਿ ਜਿਹੜਾ ਦਿੱਲੀ ਮੈਂਡੇਟ ਆ ਜੀ, ਉਹ ਪੰਜਾਬ ਦੇ ਵਿੱਚ ਪਾਵਰ ਸੈਂਟਰ ਬਣ ਜਾਏ ਜੀ।
ਇਹ ਵੀ ਮਤਲਬ ਕਿ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ 2 ਜਾਂ 3 ਬੰਦੇ ਦਿੱਲੀ ਦੇ ਨੇ ਜੀ, ਉਹਨਾਂ ਨੂੰ ਸਿਵਲ ਸੈਕਟਰੀਏਟ ਸੀਐਮ ਆਫਿਸ ਦੇ ਕੋਲੇ ਬਕਾਇਦਾ ਆਫਿਸ ਦਿੱਤੇ ਗਏ ਨੇ ਜੀ, ਜਿਹੜੇ ਕਿ ਇਹਨਾਂ ਤੇ ਡੇ ਟੂ ਡੇ ਵਰਕਿੰਗ ਦੀ ਚੈੱਕ ਰੱਖ ਰਹੇ ਆ ਔਰ ਰਿਪੋਰਟ ਜਾਂਦੀ ਹੈ ਉਹਨਾਂ ਦੀ ਬਣ ਕੇ। ਕੀ ਪੰਜਾਬ ਦਾ ਥਿੰਕ ਟੈਂਕ ਬਿਊਰੋਕਰੈਟਸ ਇੰਨੇ ਕਮਜ਼ੋਰ ਹੋ ਗਏ ਜਾਂ ਉਹ ਪੰਜਾਬ ਨਾਲੋਂ ਟੁੱਟ ਚੁੱਕੇ ਨੇ? ਜੀ ਜੀ, ਜਾਂ ਪੰਜਾਬ ਦੇ ਉਹ ਹੈ ਹੀ ਨਹੀਂ ਪੰਜਾਬ ਦੇ? ਜੀ, ਜੇ ਤੁਸੀਂ ਕਿਸੇ ਸਟੇਟ ਚਾਹੁੰਦੇ ਆ, ਸਟੇਟ ਨੂੰ ਸਮਝੋ ਜੀ, ਸਟੇਟ ਦੇ ਰਖਵਾਲੇ ਬਣੋ, ਸਟੇਟ ਨੂੰ ਗਾਈਡ ਕਰੋ। ਦੈਟ ਇਜ਼ ਦਾ ਫੰਕਸ਼ਨਿੰਗ ਆਫ ਦਾ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ। ਜੀ, ਹੁਣ ਪਤਾ ਨਹੀਂ ਨਾ ਵੀ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਕਿਸ ਸੰਦਰਭ 'ਚ ਲੈ ਰਿਹਾ ਪੰਜਾਬ ਨੂੰ, ਵੀ ਉਹ ਲਗਾਤਾਰ ਮਤਲਬ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਜਿਹੜੀਆਂ ਪੰਜਾਬ ਦੇ ਫਿੱਟ ਨਹੀਂ ਬੈਠਦੀਆਂ। ਇਹ ਜੀ ਜਿਹੜੀ ਡਾਕਟਰ ਅੰਬੇਦਕਰ ਨੇ ਇਸ ਬਾਰੇ ਖਾਲਸਾ ਕੰਸਟੀਚੂਐਂਟ ਅਸੈਂਬਲੀ 1949 ਚ ਜਦੋਂ ਉਹਨੇ ਸਪੀਚ ਦਿੱਤੀ ਆ ਜੀ, ਉਦੋਂ ਸਾਲ ਥੋੜੇ ਮਹੀਨਿਆਂ ਬਾਅਦ ਇੰਡੀਆ ਐਜ਼ ਅ ਰਿਪਬਲਿਕ ਬਣ ਕੇ ਸਾਹਮਣੇ ਆਉਂਦਾ ਜੀ, ਉਹਨੇ ਕਿਹਾ ਸੀ ਵੀ ਜਦੋਂ ਇਲੈਕਟੋਰਲ ਡੈਮੋਕ੍ਰੇਸੀ ਭਾਰੀ ਹੋ ਜੂਗੀ ਜੀ, ਉਹ ਇੰਡੀਆ ਦੇ ਲਈ ਡੈਥ ਨੈਲ ਹੋਊਗੀ ਜੀ, ਉਹ ਸ਼ੋਰ ਵੇ ਟੂ ਏ ਡਿਕਟੇਟਰਸ਼ਿਪ ਆਊ ਜੀ। ਜਦੋਂ ਆਪਾਂ ਆਪਣੀਆਂ ਮੈਜੋਰਟੇਰੀਅਨ ਐਟੀਟਿਊਡ ਨੂੰ ਜੀ ਲੋਕਾਂ ਤੇ ਥਾਪਾਂਗੇ, that shows ਕਿ we are moving towards a dictatorship। ਵੈਸੇ ਵੀ ਜਦੋਂ ਹੁਣ ਇਲੈਕਸ਼ਨ ਮਾਡਲ ਜੀ ਜੋ ਪੰਜਾਬ 'ਚ ਪ੍ਰੈਜ਼ੈਂਟ ਕੀਤਾ ਗਿਆ ਜਾਂ ਇੰਡੀਆ ਲੈਵਲ ਤੇ ਪ੍ਰੈਜ਼ੈਂਟ ਹੁੰਦਾ, ਇਟ ਇਜ਼ ਏ not a parliamentary democracy symbol, it is more of a presidential type of dictatorship symbol। ਜੀ ਜੀ ਜੀ, ਇਹ ਵੋਟ ਪੈਣੀ ਆ ਮਿਸਟਰ ਨਰਿੰਦਰ ਮੋਦੀ ਨੂੰ, ਜੀ ਵੋਟ ਪਈ ਆ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਨੂੰ, ਪਹਿਲੇ ਚਿਹਰੇ ਲੈ ਕੇ ਆਉਣੇ ਆ ਰੈਦਰ ਦੈਨ ਕਿ ਲੈਜਿਸਲੇਟਰਸ ਜਦੋਂ ਜਿਹੜੇ ਚੁਣੇ ਜਾਂਦੇ ਆ ਹਾਂ ਉਹਨਾਂ ਕੋਲੇ they are bound by the will of the people। ਜੀ, and government should not be for the people, it should be by the people। ਬਿਲਕੁਲ। ਇਹ ਜਦੋਂ ਚੀਜ਼ਾਂ ਦੀ ਡਾਈਵਰਜੈਂਸ ਹੋ ਰਹੀ ਆ ਜੀ, ਬਾਏ ਦਾ ਪੀਪਲ ਦੂਰ ਜਾ ਰਿਹਾ ਹੈਗਾ, ਫॉर ਦਾ ਪੀਪਲ ਨੇੜੇ ਆ ਰਿਹਾ ਜੀ, ਕਿਉਂਕਿ ਲੋਕਾਂ ਨੂੰ ਦਰਸਾਇਆ ਜਾ ਰਿਹਾ ਵੈਸੇ ਜੋ ਕਰ ਰਹੇ ਤੁਹਾਡੇ ਲਈ ਕਰ ਰਹੇ ਆ। ਬਿਲਕੁਲ ਬਿਲਕੁਲ। ਜਦ ਕਿ ਲੋਕੀ ਕਹਿੰਦੇ ਆ ਵੀ ਸਾਡੇ ਲਈ ਨਾ ਕਰੋ, ਜੋ ਅਸੀਂ ਚਾਹੁੰਦੇ ਉਹਦੇ ਲਈ ਕਰੋ। ਬਿਲਕੁਲ। ਲੋਕੀ ਇੱਥੇ ਦਿੱਲੀ ਮੈਂਡੇਟ ਚਾਹੁੰਦੇ ਨੇ ਜੀ, ਵੀ ਜਿਹੜੇ ਅਸੀਂ ਸਰਕਾਰੀ ਮਹਿਕਮਿਆਂ ਦੇ ਕੰਮ ਆ ਉਹਨੂੰ ਅਸੀਂ ਦਿੱਲੀ ਜਾਇਆ ਕਰਾਂਗੇ। ਬਿਲਕੁਲ। ਦੈਟਸ ਵਾਟ ਇਜ਼ ਹੈਪਨਿੰਗ। ਬਿਲਕੁਲ ਜੀ। ਸੋ ਗਿੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਕਿਉਂਕਿ ਬਹੁਤ ਵਧੀਆ ਵਿਚਾਰ ਦੇ ਕੇ ਇੱਕ ਬੜੇ ਅਹਿਮ ਮਸਲੇ ਜਿਹੜੇ 2-3 ਸਾਡੇ ਮਸਲੇ ਸੀਗੇ ਉਹਨਾਂ ਤੇ ਵਿਸਥਾਰਤ ਵਿਚਾਰ ਚਰਚਾ ਸਾਡੀ ਹੋਈ ਹੈ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਭਵਿੱਖ ਵਿੱਚ ਵੀ ਅਸੀਂ ਇਸੇ ਤਰ੍ਹਾਂ ਮਿਲਦੇ ਰਹਾਂਗੇ। ਸੋ ਮੰਚ ਵੱਲੋਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਰਣਜੀਤ ਸਿੰਘ ਜੀ ਕੁੱਕੀ ਗਿੱਲ, ਜਿਨ੍ਹਾਂ ਨੇ ਸਾਡੇ ਡੈਮ ਸੇਫਟੀ ਐਕਟ ਪਲੱਸ ਜਿਹੜੀ ਜਿਸ ਤਰ੍ਹਾਂ ਦੀ ਰਾਜਨੀਤੀ ਭਾਰਤ ਹੰਢਾ ਰਿਹਾ ਜਾਂ ਜਿਸ ਤਰ੍ਹਾਂ ਦੀ ਰਾਜਨੀਤੀ ਅਸੀਂ ਭਵਿੱਖ ਵਿੱਚ ਹੰਢਾਉਣੀ ਹੈ ਉਹਦੇ ਸੰਦਰਭ ਵਿੱਚ ਬੜੀ ਵਿਸਥਾਰਤ ਗੱਲਬਾਤ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਐਪੀਸੋਡ ਬਹੁਤ ਪਸੰਦ ਆਇਆ ਹੋਊਗਾ। ਤੁਸੀਂ ਸਾਡੇ ਫੇਸਬੁੱਕ ਪੇਜ ਤੇ ਰੇਡੀਓ ਇੰਡੀਆ ਪੇਜ ਤੇ ਜਾ ਕੇ ਕਮੈਂਟ ਰੂਪ ਦੇ ਵਿੱਚ ਆਪਣੇ ਰਾਏ ਦੇ ਸਕਦੇ ਹੋ ਕਿ ਸਾਡੇ ਇਹ ਜਿਹੜਾ ਉਦਮ ਹੈ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਾ, ਔਰ ਇਹਨਾਂ ਦੇ ਸਾਡੇ ਜਿਹੜੇ ਕੰਟੈਂਟ ਹੈ ਇਹਨਾਂ ਦੇ ਵਿੱਚ ਕਿਸੇ ਹੋਰ ਸੁਧਾਰ ਦੀ ਤੁਸੀਂ ਉਮੀਦ ਕਰਦੇ ਹੋ ਜਾਂ ਕੋਈ ਹੋਰ ਤਰ੍ਹਾਂ ਦਾ ਵਿਸ਼ਾ ਤੁਸੀਂ ਚਾਹੁੰਦੇ ਹੋ ਤਾਂ ਉਹ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਮਸ਼ਵਰਾ ਦੇ ਸਕਦੇ ਹੋ। ਅਸੀਂ ਉਸ ਵਿਸ਼ੇ ਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਲੈ ਕੇ ਆਵਾਂਗੇ ਜੀ। ਸੋ ਸਮਾਂ ਹੋ ਗਿਆ ਹੈ ਇਸ ਪ੍ਰੋਗਰਾਮ ਦੀ ਸਮਾਪਤੀ ਦਾ, ਇਸ ਅਹਿਮ ਜਿਹੜੀ ਚਰਚਾ ਸੀ ਸਾਡੀ ਅੱਜ ਦੀ, ਔਰ ਸੋ ਮੈਨੂੰ ਬਲਦੇਵ ਸਿੰਘ ਭੰਮ ਨੂੰ ਵੀ ਦਿਓ ਇਜਾਜ਼ਤ ਜੀ। ਕੱਲ੍ਹ ਮਿਲਾਂਗੇ 5 ਤੋਂ 7 ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਅਹਿਮ ਸ਼ਖਸੀਅਤ ਦੇ ਨਾਲ ਕਿਸੇ ਹੋਰ ਵਧੀਆ ਵਿਸ਼ਾ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ ਜੀ।